ਜਦੋਂ ਵੀ ਪਿੰਡ ਵੱਲ ਜਾਈਦਾ ਸੀਗਾ ਅਕਸਰ ਲੋਕ ਮਤਲਬ ਇਸ ਧਾਰਨਾ ਨਾਲ ਦੇਖਦੇ ਸੀ ਕਿ ਕਿਉਂ ਕੁਰਸੀ ਨੂੰ ਚੰਬੜੇ ਹੋਏ ਜੇ ਕਿਸਾਨੀ ਹੈਗੀ ਹੈ ਤੇ ਵਪਾਰ ਹੈਗਾ। ਠੀਕ ਹੈ ਜੀ। ਜੇ ਕਿਸਾਨੀ ਨਹੀਂ ਹੈ ਤੇ ਵਪਾਰ ਵੀ ਨਹੀਂ ਰਹਿਣਾਗਾ। ਵਪਾਰ ਫਿਰ ਉਹ ਵੱਡੇ ਘਰਾਣੇ ਹੀ ਕਾਰਪੋਰੇਟ ਦੋ ਚਾਰ ਜਿਹੜੇ ਉਹ ਹੀ ਕਰਨਗੇ। ਤੇ ਨੈਸ਼ਨਲ ਚੈਨਲ ਇਹ ਦਿਖਾ ਰਿਹਾ ਕਿ ਉਹ ਪੀਜ਼ੇ ਖਾ ਰਹੇ ਨੇ। ਕਿਸਾਨ ਪੀਜ਼ਾ ਨਹੀਂ ਖਾ ਸਕਦਾ, ਉਹ ਅੰਨ ਪੈਦਾ ਕਰ ਸਕਦਾ ਤੇ ਪੀਜ਼ਾ ਨਹੀਂ ਖਾ ਸਕਦਾ। ਕੀ ਇਹ ਸਿਰਫ ਹੱਕ ਪੀਜ਼ਾ ਖਾਣ ਨੂੰ ਇੱਕ ਵੱਡੇ ਹੀ ਲੋਕਾਂ ਨੂੰ ਅੰਨ ਉਗਾਉਣ ਵਾਲਾ ਅੰਨਦਾਤਾ ਹੀ ਕਿਹਾ ਜਾਂਦਾ? ਬਿਲਕੁਲ। ਹਾਂਜੀ, ਕਿਉਂਕਿ ਉਹ ਜ਼ਮੀਨ ਨਾਲ ਜੁੜਿਆ ਹੁੰਦਾ। ਜ਼ਮੀਨ ਨਾਲ ਜੁੜਿਆ ਹੁੰਦਾ, ਉਹਨੂੰ ਪਤਾ ਹੁੰਦਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਨੂੰ ਰਾਤ ਨੂੰ ਪਾਣੀ ਲਾਉਣੇ। ਤੇ ਜੇ ਤੁਸੀਂ ਕਾਨੂੰਨ ਬਣਾਉਣਾ ਉਹ ਤੁਸੀਂ ਖੁਦ ਅੰਦਰ ਬਹਿ ਕੇ ਇਕੱਲਿਆਂ ਨੇ ਬਣਾਉਣਾ। ਕਿਉਂ ਉਦੋਂ ਕਿਉਂ ਨਹੀਂ ਖੇਤੀ ਮਾਰ ਜਾਂ ਮਤਲਬ ਇਹਨਾਂ ਜਥੇਬੰਦੀਆਂ ਦੇ 4-5 ਲੋਕ ਜਿਹੜੇ ਬਹੁਤ ਸੂਝਵਾਨ ਨੇ, ਜਥੇਬੰਦੀਆਂ ਸਾਰੇ ਹੀ ਸੂਝਵਾਨ ਨੇ, ਪਰ ਕੁਝ ਇਹੋ ਜਿਹੇ ਲੋਕਾਂ ਨੂੰ ਤੁਸੀਂ ਬੁਲਾ ਕੇ ਮਤਲਬ ਕਾਨੂੰਨ ਬਣਾਓ ਜਿਹਦੇ ਨਾਲ ਤੁਹਾਨੂੰ ਦੁਬਾਰਾ ਸੋਧ ਕਰਨ ਦੀ ਲੋੜ ਹੀ ਨਾ ਪਵੇ। ਅਸੀਂ ਤੁਹਾਨੂੰ ਸ਼ਾਸਕ ਬਣਾਇਆ ਹੈ, ਬਿਲਕੁਲ। ਤੁਹਾਨੂੰ ਅਸੀਂ ਉਹ ਵੱਡੀ ਸੀਟ ਤੇ ਪ੍ਰਧਾਨ ਮੰਤਰੀ ਬਣਾ ਕੇ ਵੋਟਾਂ ਪਾਈਆਂ, ਅਸੀਂ ਤੁਹਾਨੂੰ ਉੱਥੇ ਬਿਠਾਇਆ। ਤੁਸੀਂ ਸਾਡਾ ਖਿਆਲ ਰੱਖਣਾ। ਸਾਡੇ ਤਾਂ ਪੰਜਾਬ ਨੂੰ 2 ਲਾਸ਼ਾਂ ਆ ਰਹੀਆਂ ਹਰ ਦਿਨ, 65 ਤੋਂ 70 ਦੇ ਵਿੱਚ ਮੌਤਾਂ ਹੋ ਚੁੱਕੀਆਂ। ਇੱਕ ਵਾਰੀ ਵੀ ਪ੍ਰਧਾਨ ਮੰਤਰੀ ਦਾ ਇਹ ਨਾ ਕਹਿਣਾ ਕਿ ਬਹੁਤ ਮਾੜਾ ਹੋ ਰਿਹਾ। ਇਹ ਗੱਲ ਕਿੱਧਰ ਨੂੰ ਜਾ ਰਹੀ ਹੈ? ਜੇ ਅਸੀਂ ਬਾਰਡਰਾਂ ਤੇ ਖੜੇ ਆ ਤੇ ਫਿਰ ਅਸੀਂ ਫੌਜੀ ਆ, ਜੇ ਅਸੀਂ ਬੀਜੇਪੀ 'ਚ ਆ ਤੇ ਫਿਰ ਅਸੀਂ ਵਰਕਰ ਆ, ਤੇ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆਉਣੇ ਆ ਤੇ ਅਸੀਂ ਅੱਤਵਾਦੀ ਆ, ਜੇ ਅਸੀਂ ਆਪਦਾ ਹੱਕ ਮੰਗਦੇ ਆ ਤੇ ਫਿਰ ਅਸੀਂ ਖਾਲਿਸਤਾਨੀ। ਕਿਸਾਨ ਇੱਕ ਇਹੋ ਜਿਹਾ ਕਿ ਉਹਨਾਂ ਨੇ ਤਾਂ ਆਪਣੇ ਅੰਗਰੇਜ਼ਾਂ ਦੇ ਟਾਈਮ ਤੇ ਆਪਦੇ ਬਿੱਲ ਤੇ ਹੱਕ ਲੈ ਲਏ ਸੀ। ਅਸੀਂ ਤਾਂ ਹੱਕ ਹੁਣ ਆਪਦਿਆਂ ਕੋਲੋਂ ਮੰਗ ਰਹੇ, ਅਸੀਂ ਲੈ ਲੈਣੇ ਆ ਆਪਦਿਆਂ ਕੋਲੋਂ। ਇਹ ਤਾਂ ਮਿਲਣੇ ਆ ਜੀ। ਹਾਂਜੀ, ਦੇਣੇ ਹੀ ਪੈਣੇ, ਲੈਣੇ ਆ, ਖਹਿੜਾ ਨਹੀਂ ਛੁੱਟਣਾ, ਲੈਣੇ ਆ ਜੀ, ਇੱਕ ਠੋਕ ਕੇ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡਾ ਆਪਣਾ ਜਸਕਰਨ ਸਿੰਘ। ਤੁਸੀਂ ਇਸ ਟਾਈਮ ਦੇਖ ਰਹੇ ਹੋ ਟੂਡੇ ਨਾਓ ਪੰਜਾਬੀ ਚੈਨਲ। ਸੋ ਜਿਹੜਾ ਟੂਡੇ ਨਾਓ ਪੰਜਾਬੀ ਚੈਨਲ ਦਾ ਪ੍ਰੋਗਰਾਮ ਚੱਲ ਰਿਹਾ ਜੀ ਟੂਡੇ ਡਿਸਕਸ਼ਨ। ਸੋ ਅੱਜ ਆਪਣੇ ਨਾਲ ਟੂਡੇ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਹੁੰਚੇ ਨੇ ਸਰਦਾਰ ਜਿੰਮੀ ਸੰਧੂ ਜੀ, ਜੋ ਕਿ ਇੱਕ ਬੀਜੇਪੀ ਦੇ ਉੱਚ ਪੱਧਰ ਦੇ ਲੀਡਰ ਹਨ ਅਤੇ ਵਰਕਰ ਹਨ, ਜਿਨ੍ਹਾਂ ਨੇ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਅਸਤੀਫਾ ਦਿੱਤਾ ਜੀ। ਆਪਾਂ ਉਹਨਾਂ ਕੋਲੋਂ ਜਾਣਾਂਗੇ ਜੀ ਉਹਨਾਂ ਦੇ ਕਾਰਜਕਾਲ ਦੇ ਬਾਰੇ 'ਚ, ਉਹਨਾਂ ਨੇ ਕਿਵੇਂ ਜੁਆਇਨ ਕੀਤਾ ਅਤੇ ਕਿਵੇਂ ਉਹਨਾਂ ਨੇ ਇਸ ਪਾਰਟੀ 'ਚ ਕੰਮ ਕੀਤਾ ਅਤੇ ਉਹਨਾਂ ਦੇ ਮਨ 'ਚ ਕਿਹੜੀ ਇਹੋ ਜਿਹੀ ਗੱਲ ਆਈ ਵੀ ਜਿਹਦੇ ਕਾਰਨ ਕਰਕੇ ਉਹਨਾਂ ਨੂੰ ਉੱਥੋਂ ਅਸਤੀਫਾ ਦੇਣਾ ਪਿਆ ਜੀ। ਸੋ ਆਓ ਪਹਿਲਾਂ ਆਪਾਂ ਇਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਥੋੜ੍ਹਾ ਹੀ ਸਮਾਂ ਪਹਿਲਾਂ ਜਿੰਮੀ ਸੰਧੂ ਜੀ ਨੇ ਬੀਜੇਪੀ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਜੀ। ਸੋ ਅੱਜ ਆਪਾਂ ਇਹਨਾਂ ਨਾਲ ਵਿਚਾਰ ਚਰਚਾ ਕਰਾਂਗੇ ਅਸਤੀਫਾ ਦੇਣ ਦਾ ਮੁੱਖ ਕਾਰਨ ਇਹਨਾਂ ਦਾ ਕੀ ਰਿਹਾ ਜੀ। ਚਲੋ ਆਓ ਪਹਿਲਾਂ ਆਪਾਂ ਇਹਨਾਂ ਨੂੰ ਸਵਾਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਟੂਡੇ ਨਿਊਜ਼ ਪੰਜਾਬੀ ਦਾ ਦੇਖ ਰਹੇ ਸਰੋਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਖਾਸ ਕਰਕੇ ਜਸਕਰਨ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਦੇਖ ਰਹੇ ਸਰੋਤਿਆਂ ਦਾ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਿੰਮੀ ਸੰਧੂ ਜੀ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਬੀਜੇਪੀ ਸਰਕਾਰ ਦੇ ਵਿੱਚ ਕੰਮ ਕਰਦਿਆਂ ਨੂੰ? ਮੇਰਾ ਜਿਹੜਾ ਸਿਆਸੀ ਜੀਵਨ ਹੈ ਜੀ ਉਹ ਮੈਂ ਕਾਲਜ ਲਾਈਫ ਤੋਂ ਸ਼ੁਰੂ ਕੀਤਾ ਸੀਗਾ ਜੀ। ਠੀਕ ਹੈ ਜੀ। ਮੈਂ ਕਾਲਜ ਲਾਈਫ ਦੇ ਵਿੱਚ ਵੀ ਸਿਆਸਤ ਦੇ ਵਿੱਚ ਅਸੀਂ ਐਕਟਿਵ ਸੀਗੇ। ਕਾਲਜ ਦੀਆਂ ਮਤਲਬ ਵੱਖ-ਵੱਖ ਗੱਲਾਂ ਨੂੰ ਲੈ ਕੇ ਕਿਸੇ ਤਰ੍ਹਾਂ ਵੀ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਆਉਣੀ ਹੈ ਉੱਦਾਂ। ਉਸ ਤੋਂ ਬਾਅਦ ਫਿਰ ਮੈਂ ਬੀਜੇਪੀ ਦੇ ਨਾਲ 2001 ਦੇ ਵਿੱਚ 2000 ਦੇ ਰਾਊਂਡ ਅਬਾਊਟ ਮੈਂ ਬੀਜੇਪੀ ਪਾਰਟੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜੀ। ਠੀਕ ਹੈ, ਜਿਵੇਂ ਤੁਸੀਂ ਦੱਸ ਰਹੇ ਜੀ 2001 'ਚ ਤੁਸੀਂ ਬੀਜੇਪੀ ਪਾਰਟੀ ਨਾਲ ਯਾਨੀ ਕਿ ਵਰਕ ਕਰਨਾ ਸਟਾਰਟ ਕੀਤਾ ਸੀ ਜੀ। ਅਤੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਬੀਜੇਪੀ ਜੁਆਇਨ ਕੀਤੀ ਸੀ ਜਾਂ ਕੋਈ ਤੁਹਾਨੂੰ ਬੀਜੇਪੀ 'ਚ ਲੈ ਕੇ ਆਏ ਨੇ ਜੀ? ਮੈਂ ਆਪਣੀ ਮਰਜ਼ੀ ਨਾਲ ਜੁਆਇਨ ਕੀਤੀ ਸੀ। ਮੇਰੇ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਪ੍ਰੇਰਨਾ ਸਰੋਤ ਵੀ ਹੁੰਦੇ, ਮੇਰੇ ਚਾਚਾ ਜੀ ਸੀਗੇ। ਠੀਕ ਹੈ ਜੀ। ਉਹ ਵੀ ਆਲਰੇਡੀ ਬੀਜੇਪੀ ਦੇ ਵਿੱਚ ਹੀ ਕੰਮ ਕਰਦੇ ਸੀਗੇ। ਬਸ ਉਹ ਫਿਰ ਦੋਸਤ ਮਿੱਤਰਾਂ ਨੂੰ ਦੇਖਦੇ ਆ ਤੇ ਉੱਧਰ ਬੀਜੇਪੀ ਵੱਲ ਝੁਕਾਅ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ। ਠੀਕ ਹੈ ਜੀ। ਅਤੇ ਬੀਜੇਪੀ ਸਰਕਾਰ ਦੇ ਵਿੱਚ ਜਾਂ ਬੀਜੇਪੀ ਪਾਰਟੀ ਦੇ ਵਿੱਚ ਤੁਸੀਂ ਕਿਹੜੇ ਅਹੁਦਿਆਂ 'ਤੇ ਰਹਿ ਚੁੱਕੇ ਜੀ? ਮੈਂ ਬੀਜੇਪੀ ਦੇ ਵਿੱਚ ਜੀ ਵੱਖ-ਵੱਖ ਅਹੁਦਿਆਂ ਤੋਂ, ਸਭ ਤੋਂ ਪਹਿਲਾਂ ਤਾਂ ਸਾਡੇ ਇੱਕ ਬੜੇ ਛੋਟੇ ਪੱਧਰ ਤੋਂ ਹੁੰਦਾ ਵਾਰਡ ਪ੍ਰਧਾਨ ਬਣਨਾ ਜੀ। ਠੀਕ ਹੈ। ਵਾਰਡ ਪ੍ਰਧਾਨ ਤੋਂ ਬਾਅਦ ਮੈਂ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ। ਮੈਂ ਕਮਲ ਸ਼ਰਮਾ ਜੀ, ਸਵਰਗਵਾਸੀ ਕਮਲ ਸ਼ਰਮਾ ਜੀ, ਉਹਨਾਂ ਦੇ ਨਾਲ ਨਿੱਜੀ ਸਕੱਤਰ ਦੇ ਦੌਰ 'ਤੇ ਵੀ ਕੰਮ ਕੀਤਾ, ਉਹਨਾਂ ਨਾਲ ਵੀ ਸੇਵਾਵਾਂ ਨਿਭਾਈਆਂ। ਫਿਰ ਮੈਂ ਜ਼ਿਲ੍ਹੇ ਫਿਰੋਜ਼ਪੁਰ ਜ਼ਿਲ੍ਹੇ ਦਾ ਯੁਵਾ ਮੋਰਚੇ ਦਾ ਪ੍ਰਧਾਨ ਵੀ ਰਿਹਾ ਜੀ। ਠੀਕ ਹੈ। ਹੁਣ ਮੌਜੂਦਾ ਮੈਂ ਜਦੋਂ ਅਸਤੀਫਾ ਦੇਣ ਤੋਂ ਪਹਿਲਾਂ ਮੈਂ ਡਿਸਟ੍ਰਿਕਟ ਦੀ ਪ੍ਰੈਸ ਸੈਕਟਰੀ ਦੇ ਤੌਰ 'ਤੇ ਮੈਂ ਬਤੌਰ ਬੀਜੇਪੀ ਦੀ ਸੀਨੀਅਰ ਲੀਡ ਵਿੱਚ
ਕੰਮ ਕਰਦਾ ਸੀਗਾ। ਠੀਕ ਹੈ, ਜਦੋਂ ਤੁਸੀਂ ਯਾਨੀ ਕਿ ਹੁਣ ਅਸਤੀਫਾ ਦਿੱਤਾ ਜੀ। ਤਾਂ ਤੁਸੀਂ ਬੀਜੇਪੀ ਦੇ ਪ੍ਰੈਸ ਸੈਕਟਰੀ ਦੇ ਤੌਰ ਤੇ ਉਦੋਂ ਸੇਵਾ ਨਿਭਾ ਰਹੇ ਸੀਗੇ। ਜੀ ਮੇਰੇ ਮਤਲਬ ਮੈਂ ਉਸ ਸਮੇਂ ਪ੍ਰੈਸ ਸੈਕਟਰੀ ਜ਼ਿਲ੍ਹਾ ਦਾ ਇੰਚਾਰਜ ਸੀਗਾ ਜੀ। ਠੀਕ ਹੈ ਮੇਰੇ ਕੋਲ ਦਾ ਸੀਗਾ ਤੇ ਮੇਰੇ ਮਦਰ ਕਾਉਂਸਲਰ ਸੀਗੇ ਜੀ। ਅੱਛਾ, ਤੁਹਾਡੇ ਮਦਰ ਵੀ ਬੀਜੇਪੀ ਪਾਰਟੀ ਦੇ ਵਿੱਚ ਹੀ ਸੀਗੇ? ਜੀ ਜੀ, ਮੇਰੇ ਮਦਰ ਵੀ ਬੀਜੇਪੀ ਤੋਂ ਕਾਉਂਸਲਰ ਸਨ। ਤੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਜਾਂ ਉਹ ਹਜੇ ਹੈਗੇ ਜੀ ਪਾਰਟੀ? ਨਹੀਂ ਜੀ, ਉਹਨਾਂ ਨੇ ਵੀ ਮੇਰੇ ਨਾਲ ਹੀ, ਅਸੀਂ 3 ਜਣਿਆਂ ਨੇ ਮਤਲਬ ਕਾਉਂਸਲਰ ਸੀ ਫਿਰੋਜ਼ਪੁਰ ਸ਼ਹਿਰ ਤੋਂ, 3 ਮਤਲਬ ਕਾਉਂਸਲਰਾਂ ਨੇ ਅਸੀਂ ਅਸਤੀਫਾ ਦਿੱਤਾ। ਸਾਡੇ ਬਲਾਕ ਸੰਮਤੀ ਦੇ ਚੇਅਰਮੈਨ, ਠੀਕ ਹੈ, ਸਾਬਕਾ ਸੰਮਤੀ ਦੇ 3 ਮੈਂਬਰ ਤੇ ਵੱਖ-ਵੱਖ ਸਰਪੰਚ, ਵੱਖ-ਵੱਖ ਅਹੁਦਿਆਂ ਤੋਂ ਬੜੇ ਮਤਲਬ ਸਾਡੇ ਨਾਲ ਬੜੇ ਵੱਡੇ ਪੱਧਰ ਤੇ ਅਸਤੀਫੇ ਦਿੱਤੇ ਗਏ ਜੀ ਬੀਜੇਪੀ ਵੱਲੋਂ। ਠੀਕ ਹੈ ਜੀ। ਇਹ ਜਿਹੜੇ ਤੁਸੀਂ ਅਸਤੀਫੇ ਦਿੱਤੇ ਆ ਜੀ, ਇਹ ਤੁਸੀਂ ਆਪਣੀ ਮਰਜ਼ੀ ਨਾਲ ਦਿੱਤੇ ਆ ਜਾਂ ਕਿਸੇ ਦੇ ਕਹਿਣ ਤੇ ਜਾਂ ਦਬਾਅ ਹੇਠਾਂ ਆ ਕੇ ਦਿੱਤੇ ਜੀ? ਨਹੀਂ ਜੀ, ਆਪਣੀ ਮਰਜ਼ੀ ਨਾਲ ਦਿੱਤੇ ਆ। ਆਪਣੀ ਮਤਲਬ ਮੈਂ ਸਾਰਿਆਂ ਨਾਲੋਂ ਵੱਡਾ ਜਦੋਂ ਅਸਤੀਫਾ ਦੇਣ ਦਾ ਮੇਰਾ ਇੱਕ ਸਾਰਿਆਂ ਨਾਲੋਂ ਵੱਡਾ ਇੱਕ ਕਾਜ਼ ਮੈਂ ਕਹਿ ਲਓ, ਇੱਕ ਕਾਰਨ ਸਮਝ ਲਓ। ਹਾਂਜੀ। ਉਹ ਕਾਰਨ ਸੀ ਸਾਰਿਆਂ ਨਾਲੋਂ ਪਹਿਲਾਂ ਜਦੋਂ ਅਸੀਂ ਗੱਲ ਰੱਖਦੇ ਸੀ, ਅਸੀਂ ਆਪਦੇ ਲੀਡਰਾਂ ਕੋਲੇ ਗੱਲ ਰੱਖਦੇ ਸੀਗੇ। ਠੀਕ ਹੈ ਜੀ। ਬਟ ਸਾਡੀ ਗੱਲ ਉਨੀ ਸੁਣਵਾਈ ਨਾ ਹੋਣਾ। ਫਿਰ ਉਸ ਤੋਂ ਬਾਅਦ ਮਨਵਿੰਦਰ ਸਿੰਘ ਕੰਗ ਜੀ ਸੀਗੇ, ਸਾਡੇ ਜਨਰਲ ਸੈਕਟਰੀ ਸੀ ਪੰਜਾਬ ਦੇ। ਠੀਕ ਹੈ, ਮਨਵਿੰਦਰ ਸਿੰਘ ਕੰਗ। ਠੀਕ ਹੈ। ਉਹ ਪੰਜਾਬ ਦੇ ਜਨਰਲ ਸੈਕਟਰੀ ਸੀਗੇ ਜੀ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੜੇ ਮਤਲਬ ਕਮੈਂਟਸ ਦਾ ਸਾਹਮਣਾ ਕਰਨਾ ਪਿਆ, ਵੱਖ-ਵੱਖ ਹੋਰ ਵੱਖਰੀਆਂ ਵਿਚਾਰਧਾਰਾ ਦੇ ਨੇ। ਮਤਲਬ ਜੇ ਅਸੀਂ ਅੱਜ ਬੀਜੇਪੀ 'ਚ ਆ ਤੇ ਫਿਰ ਅਸੀਂ ਚੰਗੇ ਆ, ਜੇ ਅਸੀਂ ਬੀਜੇਪੀ ਤੋਂ ਬਾਹਰ ਆਵਾਂਗੇ ਤੇ ਫਿਰ ਅਸੀਂ ਬਹੁਤ ਕੁਝ ਮਤਲਬ ਗਲਤ ਟਿੱਪਣੀਆਂ ਜੋ ਮੈਨੂੰ ਉਸ ਟਾਈਮ ਇਹ ਵੀ ਵੇਖਣ ਨੂੰ ਮਿਲੀਆਂ, ਮਤਲਬ ਸਿੱਖ ਕੌਮ ਤੇ ਵੀ, ਮਤਲਬ ਮੈਨੂੰ ਅੱਛਾ ਨਹੀਂ ਲੱਗਾ ਉਸ ਚੀਜ਼ ਨੂੰ। ਫਿਰ ਉਸ ਤੋਂ ਬਾਅਦ ਜਿਹੜੇ ਕਿਸਾਨੀ ਸੰਘਰਸ਼ ਤੇ ਬੈਠੇ ਸੀ ਉੱਥੇ ਲੋਕ, ਮਤਲਬ ਉੱਥੇ ਉਹਨਾਂ ਦੀਆਂ ਮੌਤ ਹੋ ਜਾਣੀਆਂ, ਸ਼ਹਾਦਤ ਹੋ ਜਾਣੀ। ਅਸੀਂ ਤਾਂ ਸ਼ਹਾਦਤ ਹੀ ਕਹਾਂਗੇ ਕਿਉਂਕਿ ਉਹ ਸਾਡੀ ਲੜਾਈ ਲੜ ਰਹੇ ਆ। ਬਿਲਕੁਲ ਸ਼ਹਾਦਤ ਹੀ ਕਵਾਂਗੇ ਜੀ ਅਸੀਂ। ਇਸ ਤੇ ਜਦੋਂ ਫਿਰ ਬਾਬਾ ਜੀ ਦੀ ਇੱਕ ਜਦੋਂ ਮੌਤ ਹੋਣੀ ਤੇ ਇੱਕ 16 ਸਾਲ ਦੇ ਬੱਚੇ ਦੀ ਮੌਤ, ਉਹ ਮੈਨੂੰ ਬਹੁਤ ਸਦਮਾ ਲੱਗਾ ਜੀ ਉਸ ਚੀਜ਼। ਬਾਬਾ ਰਾਮ ਸਿੰਘ ਜੀ ਦੀ? ਬਿਲਕੁਲ ਜੀ, ਬਾਬਾ ਰਾਮ ਸਿੰਘ ਜੀ। ਅੱਗੇ ਵੀ ਇੱਕ ਤੁਹਾਡੇ ਬੀਜੇਪੀ ਦੇ ਲੀਡਰ ਸੀਗੇ ਪੰਜਾਬ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਹੀ, ਸਰਦਾਰ ਸੁਰਜੀਤ ਸਿੰਘ ਜੀ ਸਦਰਦੀਨ ਸਾਹਿਬ। ਜੀ ਜੀ, ਉਹਨਾਂ ਨੇ ਵੀ ਇਹੋ ਗੱਲ ਹੀ ਕਹੀ, ਕਿਤੇ ਤੁਸੀਂ ਉਹਨਾਂ ਦੇ ਨਾਲ ਹੀ ਅਸਤੀਫਾ ਤਾਂ ਨਹੀਂ ਦਿੱਤਾ ਉਸੇ ਤੇ? ਬਸ ਅਸੀਂ ਥੋੜੇ ਦਿਨਾਂ ਦੇ 2-4 ਦਿਨਾਂ ਦਾ ਵਕਫਾ ਹੀ ਸੀ ਸਾਡਾ ਜੀ, ਬਸ ਹੀ। ਅੱਛਾ, ਉਹਨਾਂ ਨੇ ਪਹਿਲਾਂ ਅਸਤੀਫਾ? ਉਹਨਾਂ ਨੇ ਸਾਡੇ ਤੋਂ ਪਹਿਲਾਂ ਅਸਤੀਫਾ ਦਿੱਤਾ ਸੀਗਾ ਜੀ। ਠੀਕ ਹੈ ਜੀ। ਹਾਂਜੀ, ਉਹ ਸਾਡੇ ਸੀਨੀਅਰ ਲੀਡਰ ਨੇ ਬੀਜੇਪੀ ਦੇ ਵਿੱਚ ਰਹੇ ਹੋਏ। ਬਾਕੀ ਹੁਣ ਤੁਸੀਂ ਦੇਖ ਹੀ ਸਕਦੇ ਕਿ ਉਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਫਿਰ ਉਹਨਾਂ ਨੇ ਤਾਂ ਅਸਤੀਫਾ ਦਸੰਬਰ ਮਹੀਨੇ 'ਚ ਦਿੱਤਾ ਜੀ। ਜੀ ਜੀ, ਅਸੀਂ ਬਸ ਉਹਨਾਂ ਤੋਂ 4 ਦਿਨਾਂ ਬਾਅਦ ਹੀ ਦਿੱਤਾ ਸੀਗਾ। ਠੀਕ ਹੈ ਜੀ। ਤੇ ਇੱਕ ਚੀਜ਼ ਮੈਨੂੰ ਇਹ ਦੱਸੋ ਜੀ, ਜਿਵੇਂ ਹੁਣ ਤੁਸੀਂ ਦਸੰਬਰ ਮਹੀਨੇ 'ਚ ਅਸਤੀਫਾ ਦਿੱਤਾ ਜੀ, ਜੀ ਜੀ, ਲੇਕਿਨ ਜਿਹੜਾ ਕਿਸਾਨਾਂ ਦਾ ਪ੍ਰੋਟੈਸਟ ਸੀਗਾ ਜੀ, ਇਹ ਤਾਂ ਉਸ ਤੋਂ 2 ਮਹੀਨੇ ਪਹਿਲਾਂ ਹੀ ਚੱਲ ਰਿਹਾ ਸੀ, ਫਿਰ ਉਦੋਂ ਕਿਉਂ ਨਹੀਂ ਅਸਤੀਫਾ ਦਿੱਤਾ ਜੀ? ਅਸੀਂ ਉਸ ਸਮੇਂ ਮਤਲਬ ਅਸਤੀਫਾ ਉਸ ਸਮੇਂ ਇਸ ਕਰਕੇ ਨਹੀਂ ਦਿੱਤਾ ਗਾ। ਅਸੀਂ ਆਪਣਾ ਜਿਹੜਾ ਸਾਡਾ ਮੁੱਢਲਾ ਫਰਜ਼ ਸੀਗਾ ਉਹ ਅਸੀਂ ਆਪਦੇ ਪਾਰਟੀ ਨੂੰ ਦੱਸਣਾ ਸੀਗਾ ਕਿ ਠੀਕ ਹੈ ਜੀ, ਇਸ ਬਾਰੇ ਤੁਸੀਂ ਕੁਝ ਨਾ ਕੁਝ ਸੋਚੋ, ਵਿਚਾਰੋ। ਪਾਰਟੀ ਦਾ ਗ੍ਰਾਫ ਥੱਲੇ ਡਿੱਗ ਰਿਹਾ ਤੇ ਜਿਹੜੀ ਇੱਕ ਮਤਲਬ ਗ੍ਰਾਫ ਥੱਲੇ ਡਿੱਗ ਰਿਹਾ, ਬੀਜੇਪੀ ਦੀ ਹੋਂਦ ਇੱਕ ਮਤਲਬ ਪੰਜਾਬ ਦੇ ਵਿੱਚ ਡਾਊਨਫਾਲ ਦੇ ਵਿੱਚ ਜਾ ਰਹੀ ਆ। ਫਿਰ ਅਸੀਂ ਕਹਿਣਾ ਕਿਸਾਨਾਂ ਦੇ ਮਸਲੇ ਨੂੰ ਹੱਲ ਕਰੋ, ਕਿਉਂਕਿ ਅਸੀਂ ਆਪ ਖੁਦ ਕਿਸਾਨ ਆ ਜੀ। ਠੀਕ ਹੈ ਜੀ। ਠੀਕ ਹੈ ਨਹੀਂ, ਅਸੀਂ ਖੁਦ ਕਿਸਾਨ ਆ। ਮਤਲਬ ਅਸੀਂ ਗੱਲ ਰੱਖਣੀ ਸ਼ੁਰੂ ਕੀਤੀ ਪਰ ਸਾਡੀ ਗੱਲ ਤੇ ਕਦੇ ਗੌਰ ਨਹੀਂ ਹੋਇਆ। ਨਾ ਹੀ ਸਾਨੂੰ ਇਦਾਂ ਲੱਗਦਾ ਕਿ ਨਾ ਹੀ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਵੱਡਿਆਂ ਕੋਲੇ ਕੋਈ ਵੱਡੀ ਗੱਲ ਰੱਖ ਸਕੇ, ਅਧਿਕਾਰੀਆਂ ਵੱਲੋਂ ਪੰਜਾਬ ਦੇ ਲੀਡਰਸ਼ਿਪ ਕੋਲੇ। ਠੀਕ ਹੈ। ਅਤੇ ਮੈਨੂੰ ਹੁਣ ਇਦਾਂ ਵੀ ਮਹਿਸੂਸ ਹੁੰਦਾ ਹੈ ਕਿ ਨਾ ਹੀ ਪੰਜਾਬ ਦੀ ਲੀਡਰਸ਼ਿਪ ਕੋਈ ਅੱਗੇ ਸੈਂਟਰ ਅੱਗੇ ਰੱਖ ਪਾ ਰਹੀ ਹੈ। ਸਭ ਤੋਂ ਮੇਨ ਗੱਲ ਤਾਂ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਤੁਸੀਂ ਜਿਹੜੇ ਤੁਹਾਡੇ ਵੱਡੇ ਲੀਡਰ ਸੀ ਡਿਸਟ੍ਰਿਕਟ ਲੈਵਲ ਤੇ, ਤੁਸੀਂ ਉਹਨਾਂ ਕੋਲ ਆਪਦੀ ਗੱਲ ਰੱਖੀ ਪਰ ਉਹਨਾਂ ਨੇ ਜਿਹੜੀਆਂ ਅੱਗੇ ਗੱਲਾਂ ਪਹੁੰਚਾਈਆਂ ਜਾਂ ਨਹੀਂ ਪਹੁੰਚਾਈਆਂ, ਇਹ ਚੀਜ਼ ਬਾਰੇ ਤੁਹਾਨੂੰ ਨਹੀਂ ਪਤਾ? ਨਹੀਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ। ਠੀਕ ਹੈ ਜੀ। ਵੈਸੇ ਜਦੋਂ ਤੁਸੀਂ ਬੀਜੇਪੀ ਦੇ ਵਿੱਚ ਵਰਕ ਕਰ ਰਹੇ ਸੀ ਅਸਤੀਫਾ ਦੇਣ ਤੋਂ ਪਹਿਲਾਂ, ਉਧਰੋਂ ਪ੍ਰੋਟੈਸਟ ਚੱਲ ਰਹੇ ਸੀ, ਕੋਈ ਤੁਹਾਡਾ ਯਾਰ ਦੋਸਤ, ਸੱਜਣ ਮਿੱਤਰ ਜਾਂ ਭੈਣ ਭਰਾ ਜਾਂ ਕਿਸੇ ਤਰ੍ਹਾਂ ਦਾ ਕੋਈ ਕਿਸਾਨ ਜਿਨ੍ਹਾਂ ਨੇ ਕੋਈ ਟੌਂਟ ਮਾਰੇ ਹੋਣ ਜਾਂ ਕਿਹਾ ਹੋਵੇ ਵੀ ਫਿੱਟ ਲਾਣ ਤਾਂ ਦਿੱਤੀਆਂ ਹੋਣ, ਕੋਈ ਇਸ ਤਰ੍ਹਾਂ ਦੀ ਗੱਲ ਹੁੰਦਾ ਸੀ ਜੀ? ਅਕਸਰ ਮੇਰਾ ਪਿੰਡ ਬੇਸਿਕਲੀ ਅਸੀਂ ਬਿਲੋਂਗ ਕਰਦੇ ਹਾਂ ਜੀ ਬੱਲੂਆਣੇ ਪਿੰਡ ਤੋਂ। ਮੇਰੀ ਜ਼ਮੀਨ ਹੈ ਜਿਹੜੀ ਉਹ ਅੱਕੂ ਵਾਲੇ। ਜਦੋਂ ਵੀ ਪਿੰਡ ਵੱਲ ਜਾਈਦਾ ਸੀਗਾ ਅਕਸਰ ਲੋਕ ਮਤਲਬ ਇਸ ਧਾਰਨਾ ਨਾਲ ਦੇਖਦੇ ਸੀ ਕਿ ਕਿਉਂ ਕੁਰਸੀ ਨੂੰ ਚੰਬੜੇ ਹੋਏ ਜੇ। ਮਤਲਬ ਇੱਕ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਿ ਪੰਜਾਬੀਆਂ ਲਈ ਲੜੋ, ਆਪਣੀ ਕਿਸਾਨੀ ਮੁੱਦੇ ਲਈ ਲੜੋ ਯਾਰ। ਠੀਕ ਹੈ ਜੀ। ਪਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀਆਂ, ਯਾਨੀ ਕਿ ਲੋਕਾਂ ਨੇ ਟੌਂਟ ਮਾਰੇ, ਤੁਹਾਨੂੰ ਕਹਿਣਾ ਸ਼ੁਰੂ ਕੀਤਾ ਜੀ? ਬਿਲਕੁਲ ਕੀਤਾ ਜੀ। ਤੇ ਜਿਹੜੇ ਤੁਹਾਡੇ ਸੱਜਣ ਹੋਣ ਇਸ ਟਾਈਮ ਜਿਨ੍ਹਾਂ ਨੇ ਅਸਤੀਫੇ ਨਹੀਂ ਦਿੱਤੇ, ਫਿਰ ਉਹਨਾਂ ਨੂੰ ਤੁਸੀਂ ਵੀ ਟੌਂਟ ਮਾਰਦੇ ਹੋ ਜੀ? ਬਸ ਕਹਿੰਦੇ ਆ ਜੀ ਅਸੀਂ ਤਾਂ ਮੈਂ ਤਾਂ ਹੁਣ ਵੀ ਤੁਹਾਡੇ ਚੈਨਲ ਦੇ ਰਾਹੀਂ ਵੀ ਅਪੀਲ ਕਰਦਾ ਕਿ ਆਪਣੀ ਜਿਹੜੀ ਪੰਜਾਬੀਆਂ ਦੀ ਆਪਣੀ ਲੜਾਈ ਆ, ਕਿਸਾਨੀ ਸਾਰਿਆਂ ਨਾਲੋਂ ਪਹਿਲਾਂ, ਆਪਣੀ ਕਿੱਤਾ ਪਹਿਲਾਂ। ਬਿਲਕੁਲ ਜੀ। ਜੇ ਆਪਣੀ ਹੋਂਦ ਹੀ ਨਾ ਰਹੀ ਤੇ ਫਿਰ ਅਸੀਂ ਕਿਸੇ ਕੰਮ ਦੇ ਨਹੀਂ ਗਏ।
ਉਹ ਤਾਂ ਫਿਰ ਹੈ ਹੀ ਹੈ ਜੀ। ਹਾਂਜੀ। ਜੇਕਰ ਆਪਣੇ ਕੋਲੇ ਕਿਸਾਨਾਂ ਕੋਲ ਪੈਸਾ ਹੀ ਨਹੀਂ ਰਹਿ ਗਿਆ, ਆਪਣੇ ਕੋਲ ਕੁਝ ਰਹਿ ਹੀ ਨਾ ਗਿਆ, ਸਭ ਕੁਝ ਵੱਡੀਆਂ ਪਾਰਟੀਆਂ ਲੈ ਗਈਆਂ, ਕਾਰਪੋਰੇਟ ਘਰਾਣੇ ਰਹਿ ਗਏ, ਤੇ ਆਪਣੇ ਕੋਲ ਪੈਸਾ ਕਿੱਥੋਂ ਆਊਗਾ? ਮੈਂ ਇੱਕ ਗੱਲ ਕਹਿਣਾ ਜੀ ਤੁਹਾਡੇ, ਮਤਲਬ ਮੈਂ ਇਹ ਗੱਲ ਕਹਿਣਾ ਕਿ ਜੇ ਕਿਸਾਨੀ ਹੈਗੀ ਹੈ ਤੇ ਵਪਾਰ ਹੈਗਾ। ਠੀਕ ਹੈ ਜੀ। ਜੇ ਕਿਸਾਨੀ ਨਹੀਂ ਹੈ ਤੇ ਵਪਾਰ ਵੀ ਨਹੀਂ ਰਹਿਣਾਗਾ। ਵਪਾਰ ਫਿਰ ਉਹ ਵੱਡੇ ਘਰਾਣੇ ਹੀ, ਕਾਰਪੋਰੇਟ ਦੋ ਚਾਰ ਜਿਹੜੇ ਉਹ ਹੀ ਕਰਨਗੇ। ਇਹਦੇ ਨਾਲ ਮਤਲਬ ਜਿਹੜਾ ਪੰਜਾਬ ਦਾ ਜਿਹੜਾ ਸਿਸਟਮ ਆ ਉਹ ਵੀ ਹਿੱਲੇਗਾ। ਇਹ ਨੇ ਜਿਵੇਂ ਤੁਸੀਂ ਗੱਲ ਕਰਦੇ ਪਏ ਨੇ ਕਾਰਪੋਰੇਟ ਘਰਾਣਿਆਂ ਦੀ ਜਾਂ ਕਿਸਾਨੀ ਹੈਗੀ ਆ ਤੇ ਵਪਾਰ ਹੈਗਾ ਜੀ। ਇਸੇ ਤਰ੍ਹਾਂ ਨੇ ਕੁਝ ਦਿਨ ਪਹਿਲਾਂ ਸਾਡਾ ਸਬੱਬ ਹੋਇਆ ਜੀ ਚੰਡੀਗੜ੍ਹ ਜਾਣ ਦਾ। ਜੀ 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 ਤੇ ਉੱਥੇ ਅਸੀਂ ਗਏ ਤਾਂ ਉਹ ਕਹਿੰਦੇ ਵੀ ਇੱਕ ਨਾ ਇੱਥੇ ਮਾਲ ਓਪਨ ਹੋਇਆ, ਲਾਂਟੇ ਮਾਲ, ਜੀ, ਜੋ ਕਿ ਕਾਰਪੋਰੇਟ ਘਰਾਣਿਆਂ, ਵੱਡੇ ਘਰਾਣਿਆਂ ਦਾ ਬਣਾਇਆ ਆ। ਠੀਕ ਤੇ ਹੈ। ਉਹਨਾਂ ਨੇ ਚੰਡੀਗੜ੍ਹ ਦੀ ਜਿਹੜੀਆਂ ਕੁਝ ਇਹੋ ਜਿਹੀਆਂ ਮਾਰਕੀਟਾਂ ਜਿਹੜੀਆਂ ਖਤਮ ਹੀ ਕਰਤੀਆਂ, ਠੀਕ ਹੈ, ਬਿਲਕੁਲ। ਵੀ ਜਿਨ੍ਹਾਂ ਕੋਲ ਲੋਕਾਂ ਹੁਣ ਜਿੱਥੇ ਉੱਥੇ ਅੱਗੇ ਉਹਨਾਂ ਦੀ ਵੱਡੀ ਸੇਲ ਸੀ, ਮੋਟੀ ਸੇਲ ਸੀ, ਉਹ ਹੁਣ ਕਹਿੰਦੇ ਜੀ ਸਾਡੇ ਤੋਂ ਕਿਰਾਇਆ ਵੀ ਨਹੀਂ ਨਿਕਲ ਰਿਹਾ। ਛੋਟਾ ਦੁਕਾਨਦਾਰ ਇਹਦੇ ਵਿੱਚ ਖਤਮ ਹੋਇਆ ਜੀ। ਇਸੇ ਤਰ੍ਹਾਂ ਹੀ ਕਿਸਾਨੀ ਖਤਮ ਹੋਏਗੀ ਜਦੋਂ ਅਸੀਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜਾਂਗੇ, ਜਦੋਂ ਮਤਲਬ ਉਹ ਸਾਡੇ ਸ਼ੋਸ਼ਣ ਕਰਨਗੇ। ਅਸੀਂ ਇਸੇ ਤਰ੍ਹਾਂ ਕਿਸਾਨ ਖਤਮ ਹੋਏਗਾ, ਇਸੇ ਤਰ੍ਹਾਂ ਵਪਾਰ ਖਤਮ ਹੋਏਗਾ ਜੀ। ਬਿਲਕੁਲ। ਤੇ ਫਿਰ ਸਾਨੂੰ ਅੱਗੇ ਫਿਰ ਇਹਨਾਂ ਵੱਡੇ ਲੀਡਰਾਂ ਅੱਗੇ ਜਾਂ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਅੱਗੇ ਹੱਥ ਟੱਟਣੇ ਪੈਣੇ ਆ ਜੀ। ਉਹ ਤਾਂ ਫਿਰ ਹੈ ਹੀ ਹੈ ਜੀ। ਇੱਕ ਨਾ ਜੀ ਥੋੜੇ ਦਿਨ ਹੋ ਗਏ ਨੇ ਕੋਈ ਸੱਜਣ ਲਾਈਵ ਹੋਏ ਸੀ ਕਿਸੇ ਚੈਨਲ ਦੇ ਥਰੂ ਲੁਧਿਆਣੇ ਤੋਂ। ਜੀ ਜੀ। ਸ਼ਾਇਦ ਸ਼ਿਵ ਸੈਨਾ ਦੇ ਉਹ ਪ੍ਰਧਾਨ ਸੀ, ਤੇ ਉਹ ਗੋਲ ਗੱਪੇ ਵਰਤਾ ਰਹੇ ਸੀ ਰੇੜੀ ਲਾ ਕੇ। ਕਹਿੰਦੇ ਜੀ ਸਾਡਾ ਵਪਾਰ ਬੰਦ ਕਰਾਤਾ ਜੀ ਇਹਨਾਂ ਕਿਸਾਨਾਂ ਨੇ, ਇਹਨਾਂ ਦੇ ਧਰਨਿਆਂ ਦੇ ਕਾਰਨ ਜਿਹੜਾ ਸਾਡਾ ਮਾਲ ਨਹੀਂ ਆ ਰਿਹਾ, ਤੇ ਉਹਨਾਂ ਵਜ੍ਹਾ ਕਰਕੇ ਸਾਨੂੰ ਗੋਲ ਗੱਪੇ ਵੇਚਣੇ ਪੈ ਰਹੇ ਆ। ਵੈਸੇ ਮੈਂ ਤਾਂ ਇਹ ਗੱਲ ਦਿਲੋਂ ਚਾਹੂੰਗਾ ਵੀ ਇਹੋ ਜਿਹੇ ਬੰਦੇ ਜਿਹੜੇ ਟੌਂਟ ਮਾਰਦੇ ਆ ਜਾਂ ਕਿਸੇ ਨੂੰ ਤੰਗ ਕਰਨ ਲਈ ਇਹੋ ਜਿਹੀਆਂ ਗੱਲਾਂ ਕਹਿੰਦੇ ਆ, ਜਿਵੇਂ ਹੁਣ ਕਿਸਾਨ ਦੁਖੀ ਆ, ਉਹਨਾਂ ਨੂੰ ਟੌਂਟ ਮਾਰਦੇ ਤੁਸੀਂ ਉੱਠੋ, ਅਸੀਂ ਤਾਂ ਗੋਲ ਗੱਪੇ ਵੇਚਣ ਨੂੰ ਆ ਗਏ, ਗੋਲ ਗੱਪੇ ਵੇਚਣ ਤੇ ਆ ਗਏ। ਵੈਸੇ ਮੇਰਾ ਮਨ ਤਾਂ ਇਹੀ ਕਰਦਾ ਵੀ ਪ੍ਰਮਾਤਮਾ ਇਹ ਕਰੇ ਉਹਨਾਂ ਨੂੰ ਗੋਲ ਗੱਪੇ ਵੇਚਣ ਵਾਲੀ ਔਕਾਤ ਤੇ ਲਿਆਵੇ, ਠੀਕ ਹੈ। ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗੇ। ਤੁਹਾਨੂੰ ਇਹ ਚੀਜ਼ ਲੱਗਦੀ ਹੈ ਕਿ ਵਾਕਿਆ ਹੀ ਕਿਸਾਨਾਂ ਨੇ ਉੱਥੇ ਜਿਹੜੇ ਰਸਤੇ ਰੋਕੇ ਆ, ਉਹਨਾਂ ਦੀ ਵਜ੍ਹਾ ਕਰਕੇ ਇਹਨਾਂ ਦਾ ਮਾਲ ਨਹੀਂ ਆ ਰਿਹਾ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। ਮੈਂ ਉੱਥੇ ਆਪ ਖੁਦ ਇੱਕ ਵਾਰੀ ਇੱਕ ਦਿਨ ਗਿਆ ਜੀ। ਠੀਕ ਹੈ। ਉੱਥੇ ਪੂਰਾ ਵੈਲ ਮੈਨੇਜਡ ਹੈ, ਲੰਘਣ ਨੂੰ ਰਸਤਾ ਦਿੱਤਾ ਜਾਂਦਾ ਹੈ। ਜੇ ਕਿਤੇ ਟ੍ਰੈਫਿਕ, ਹਾਂ ਠੀਕ ਹੈ, ਦੇਰੀ ਹੋ ਸਕਦੀ ਆ, ਹਾਂ ਦੇਰੀ ਹੋ ਸਕਦੀ, ਦੇਰੀ ਹੋ ਸਕਦੀ ਆ। ਇਹ ਗੱਲ ਨਹੀਂ ਹੈ ਕਿ ਉੱਥੋਂ ਮਾਲ ਨਹੀਂ ਲੰਘਣ ਦਿੱਤਾ ਜਾ ਰਿਹਾ। ਮੈਂ ਹੁਣ ਲਾਸਟ ਟਾਈਮ ਮੈਂ ਚੰਡੀਗੜ੍ਹ ਆਪਣੇ ਦੋਸਤ ਨੂੰ ਮਿਲਿਆ, ਉਹ ਵੀ ਦਿੱਲੀ ਤੋਂ ਬਿਲੋਂਗ ਕਰਦੇ ਨੇ ਜੀ। ਉਹਨਾਂ ਨਾਲ ਡਿਸਕਸ ਹੋਈ ਕਿ ਮੈਂ ਕਿਹਾ ਯਾਰ ਤੁਸੀਂ ਲੇਟ ਹੋਏ ਅੱਜ। ਉਹ ਕਹਿੰਦੇ ਸਾਨੂੰ 1 ਘੰਟਾ ਲੇਟ ਹੋਣਾ ਪਿਆ, ਪਰ ਉੱਥੋਂ ਦੇ ਜਿਹੜੇ ਲੋਕ ਨੇ ਉਹ ਬੜੇ ਆਰਾਮ ਨਾਲ ਆਪ ਹੀ ਟ੍ਰੈਫਿਕ ਤੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰ ਰਹੇ ਨੇ। ਸਾਡੀਆਂ ਗੱਡੀਆਂ ਆਪ ਉਹਨਾਂ ਨੇ ਕਢਾਈਆਂ ਜੀ। ਵੇਖੋ ਜੀ ਇਹ ਚੀਜ਼ ਆ ਜਿਹੜੀ ਤੁਸੀਂ ਦੱਸੀ ਆ, ਅਸੀਂ ਵੀ ਦੇਖੀ। ਪਰ ਇਹਦੇ ਨਾਲ ਮੈਂ ਨਹੀਂ ਸਮਝਦਾ, ਸੌਰੀ, ਮੈਂ ਨਹੀਂ ਇਹ ਸਮਝਦਾ ਕਿ ਕੀ ਉਹਨਾਂ ਨਾਲ ਕੋਈ ਫਰਕ ਪੈਂਦਾ ਹੋਵੇਗਾ ਮਾਲ ਲੰਘਣ ਦੇ। ਐਕਚੁਅਲੀ ਜੇ ਕਿਸਾਨ ਉੱਥੇ ਬੈਠਾ ਹੈ, ਹਾਂਜੀ, ਜੇ ਕਿਸਾਨ ਉੱਥੇ ਬੈਠਾ ਤੇ ਵਪਾਰ ਤੁਹਾਡਾ ਕਿੱਦਾਂ ਚੱਲੇਗਾ? ਕਿਸਾਨ ਨਹੀਂ, ਬਾਹਰ ਜਦੋਂ ਫਸਲ ਆਉਣੀ ਹੈ, ਪੈਸਾ ਆਉਣਾ ਹੈ, ਉਹਨੇ ਮਾਰਕੀਟ 'ਚ ਆਉਣਾ ਹੈ। ਜਦੋਂ ਉਹਦੇ ਕੋਲ ਫਸਲ ਦਾ ਪੈਸਾ, ਅੱਜ ਕਿਸਾਨ ਉੱਥੇ ਬੈਠਾ ਹੈ, ਅੱਜ ਕਿਸਾਨ ਨੂੰ ਉੱਥੇ ਬਾਜ਼ਾਰਾਂ ਦੇ ਵਿੱਚ ਨਹੀਂ ਹੈਗਾ। ਤੁਸੀਂ ਦੇਖੋ ਬਾਜ਼ਾਰਾਂ ਦੇ ਜਿਹੜੇ ਮਤਲਬ ਵਪਾਰ ਆ ਉਹ ਅੱਜ ਬੜੀ ਮੱਧਮ ਰਫ਼ਤਾਰ ਤੇ ਆ। ਸਿਰਫ ਉਹ ਇੱਕ ਕਾਰਨ ਹੈ, ਕਿਸਾਨ ਅੱਜ ਬਾਰਡਰਾਂ ਤੇ ਬੈਠਾ ਹੈ। ਤੁਸੀਂ ਉਹਨਾਂ ਤੇ ਕਾਨੂੰਨ ਉਹਨਾਂ ਦੇ ਕਾਲੇ ਖਤਮ ਕਰੋ, ਉਹ ਆਪਦੇ ਘਰਾਂ ਨੂੰ ਆਉਣ, ਤੇ ਜਿਹਦੇ ਨਾਲ ਵਪਾਰ ਵੀ ਆਪਦਾ ਉਸੇ ਪਲੇਟਫਾਰਮ ਤੇ ਆਵੇ। ਬਿਲਕੁਲ ਜੀ, ਬਿਲਕੁਲ। ਇੱਕ ਚੀਜ਼ ਨਹੀਂ, ਅਸੀਂ ਅੱਜ ਵੀ ਇਹ ਦੇਖ ਰਹੇ ਸੀ, ਆਮ ਇਹ ਬੜਾ ਸਟੰਟ ਜਿਹਾ ਬਣ ਗਿਆ ਇਹ ਨੈਸ਼ਨਲ ਮੀਡੀਆ, ਜਿਹੜਾ ਵੱਡਾ ਮੀਡੀਆ ਨੂੰ ਗੋਦੀ ਮੀਡੀਆ ਵੀ ਕਹਿ ਦਿੰਦੇ ਆ, ਵੀ ਉਹ ਬੜਾ ਕਹਿਣਾ ਸ਼ੁਰੂ ਕਰ ਦਿੰਦੇ। ਉਹ ਕਹਿੰਦੇ ਵੀ ਜਿਹੜੀ ਇਹਨਾਂ ਨੇ ਧਰਨੇ ਲਾਏ ਨੇ ਜੀ, ਇਹ ਉੱਥੇ ਬੈਠੇ ਨੇ, ਇਹ ਜਿਹੜਾ ਆਉਣ ਵਾਲਾ ਪੰਜਾਬ 'ਚ 2022 ਦਾ ਜਿਹੜਾ ਇਲੈਕਸ਼ਨ ਹੈਗਾ ਉਹਦੇ ਨਾਲ ਸੰਬੰਧਿਤ ਨੇ, ਆਪਦੀਆਂ ਪਾਰਟੀਆਂ ਬਣਾਉਣੀਆਂ ਚਾਹੁੰਦੇ ਹੋ। ਤੁਹਾਨੂੰ ਵੀ ਕੋਈ ਲੱਗਦਾ ਜੀ ਇਸ ਤਰ੍ਹਾਂ ਦਾ ਕੰਮ? ਨਹੀਂ, ਇਸ ਤਰ੍ਹਾਂ ਦਾ ਨਹੀਂ ਲੱਗਦਾ। ਵਾਕਈ ਇਹ ਤੁਹਾਡੀ ਬੜੀ ਇੱਕ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪ੍ਰੈਸ ਆ ਇੱਕ ਚੌਥਾ ਸਤੰਭ ਮੰਨਿਆ ਜਾਂਦਾ ਹੈ। ਹਾਂਜੀ। ਪਰ ਉਹ ਸਰਕਾਰ ਨੇ ਇਸ ਤਰ੍ਹਾਂ ਹਾਈਜੈਕ ਕੀਤਾ ਹੋਇਆ ਹੈ ਕਿ ਜੋ ਖਬਰ ਸਰਕਾਰ ਦੇ ਹਿੱਤ ਦੇ ਵਿੱਚ ਉਹੋ ਹੀ ਦਿਖਾਈ ਜਾਂਦੀ ਆ, ਹੋਰ ਕਿਸਾਨਾਂ ਬਾਰੇ ਕੁਝ ਨਹੀਂ ਦਿਖਾਈ ਜਾ ਰਿਹਾ। ਉਹਨਾਂ ਦੇ ਜਿਸ ਤਰ੍ਹਾਂ ਹੁਣ ਪਿੱਛੇ ਜੇ ਇੱਕ ਚੈਨਲ ਨੇ ਦਿਖਾਇਆ ਸੀ, ਉਹ ਪੀਜ਼ੇ ਖਾ ਰਹੇ ਆ। ਹਾਂਜੀ, ਠੀਕ ਹੈ ਜੀ। ਸਾਡੇ ਬੱਚੇ, ਅਸੀਂ ਵੀ ਮਤਲਬ ਮੇਰੇ ਫਾਦਰ ਖੁਦ ਆਪ ਗ੍ਰੈਜੂਏਟ ਨੇ ਜੀ। ਠੀਕ ਹੈ ਜੀ। ਸਨ 71 ਦੀ ਉਹਨਾਂ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਸੀਂ ਵੀ ਪੜ੍ਹੇ ਲਿਖੇ ਪਰਿਵਾਰਾਂ ਤੋਂ ਆ, ਕਿਸਾਨੀ ਕਰਦੇ ਆ। ਠੀਕ ਹੈ ਜੀ। ਮਤਲਬ ਇਹ ਇੱਕ ਕਿੱਡਾ ਮਤਲਬ ਹਾਸੋ ਹੋਣਾ, ਜਾਂ ਆਪਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਨੈਸ਼ਨਲ ਚੈਨਲ ਇਹ ਦਿਖਾ ਰਿਹਾ ਕਿ ਉਹ ਪੀਜ਼ੇ ਖਾ ਰਹੇ ਨੇ। ਕਿਸਾਨ ਪੀਜ਼ਾ ਨਹੀਂ ਖਾ ਸਕਦਾ, ਉਹ ਅੰਨ ਪੈਦਾ ਕਰ ਸਕਦਾ ਤੇ ਪੀਜ਼ਾ ਨਹੀਂ ਖਾ ਸਕਦਾ। ਕੀ ਇਹ ਸਿਰਫ ਹੱਕ ਪੀਜ਼ਾ ਖਾਣ ਨੂੰ ਇੱਕ ਵੱਡੇ ਹੀ ਲੋਕਾਂ ਨੂੰ ਆ? ਠੀਕ ਹੈ ਜੀ। ਇੱਕ ਚੀਜ਼ ਹੋਰ ਹੈ ਜੀ, ਜਿਵੇਂ ਤੁਸੀਂ ਕਿਹਾ ਵੀ ਕਿਸਾਨ ਜਿਹੜਾ ਹੈ ਉਹ ਅੰਨ ਪੈਦਾ ਕਰ ਸਕਦਾ ਹੈ, ਤਾਂ ਉਹ ਪੀਜ਼ੇ ਨਹੀਂ ਬਣਾ ਸਕਦਾ ਜਾਂ ਖਾ ਨਹੀਂ ਸਕਦਾ। ਇਸੇ ਤਰ੍ਹਾਂ ਹੀ ਉਹ ਜਿਹੜਾ ਤੁਹਾਨੂੰ ਮੈਂ ਹੁਣੇ ਗੱਲ ਕੀਤੀ ਸੀਗੀ, ਲੁਧਿਆਣੇ ਤੋਂ ਬੰਦੇ ਲਾਈਵ ਹੋਏ ਸੀਗੇ, ਸ਼ਿਵ ਸੈਨਾ ਦੇ ਸੀ, ਉਹ ਕਹਿੰਦੇ ਜੀ ਅਸੀਂ ਜਿਹੜਾ ਕਿਸਾਨ ਆ ਉਹਨੂੰ ਅੰਨਦਾਤਾ ਮੰਨਦੇ ਹੀ ਨਹੀਂ। ਫਿਰ ਉਹ ਅੰਨਦਾਤਾ ਕਿਹਨੂੰ ਮੰਨਦੇ ਆ ਜੀ? ਅੰਨਦਾਤਾ ਫਿਰ ਉਹਨਾਂ ਦੀ ਸੋਚ ਹੈ ਜੀ, ਇੱਕ ਸੌੜੀ ਸੋਚ ਕਹਿ ਸਕਦੇ ਆਪਾਂ। ਮਤਲਬ ਮੈਂ ਨਹੀਂ ਮੰਨਦਾ।
ਅੰਨ ਉਗਾਉਣ ਵਾਲਾ ਅੰਨਦਾਤਾ ਹੀ ਕਿਹਾ ਜਾਂਦਾ। ਬਿਲਕੁਲ ਜੀ। ਹਾਂਜੀ, ਕਿਉਂਕਿ ਉਹ ਜ਼ਮੀਨ ਨਾਲ ਜੁੜਿਆ ਹੁੰਦਾ, ਜ਼ਮੀਨ ਨਾਲ ਜੁੜਿਆ ਹੁੰਦਾ। ਉਹਨੂੰ ਪਤਾ ਹੁੰਦਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਨੂੰ ਰਾਤ ਨੂੰ ਪਾਣੀ ਲਾਉਣੇ। ਬਿਲਕੁਲ ਠੀਕ ਹੈ ਜੀ, ਪਰ ਰਾਤ ਨੂੰ ਪਾਣੀ ਲਾਉਣਾ, ਦਿਨੇ ਪਾਣੀ ਲਾਉਣਾ। ਬਾਕੀ ਮੈਂ ਉਹਨਾਂ ਦੇ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ। ਉਹ ਨਾ ਇਹ ਬੜੀਆਂ ਕਿਸਾਨਾਂ ਨੂੰ ਅਸਲ ਦੇ ਵਿੱਚ ਜਿਹੜੀ ਕਹਾਣੀ, ਜਿਹੜਾ ਮੇਰਾ ਦਿਲ ਕਹਿੰਦਾ, ਉਹ ਇਹ ਕਹਿੰਦਾ ਵੀ ਕਿਸਾਨਾਂ ਨੂੰ ਇਹ ਅਕਾਉਂਦੇ ਨੇ ਵੀ ਇਹ ਅੱਕ ਕੇ ਨਾ ਕੁਝ ਇਹੋ ਜਿਹਾ ਕਦਮ ਚੱਕਣ ਜਿਹਦੇ ਨਾਲ ਇਹਨਾਂ ਦਾ ਜਿਹੜਾ ਸੰਘਰਸ਼ ਹੈ ਉਹਦਾ ਰਸਤਾ ਕੋਈ ਹੋਰ ਬਣ ਜੇ ਤੇ ਸਾਡੇ ਕੋਲ ਸੌਖਾ ਰਾਹ ਹੋ ਜੇ ਇਹਨਾਂ ਨੂੰ ਉੱਥੋਂ ਉਠਾਉਣ ਦਾ। ਇਹ ਸਿਆਸੀ ਸਟੰਟ ਹੁੰਦੇ ਨੇ ਜੀ। ਜਦੋਂ ਐਡੇ ਵੱਡੇ ਧਰਨੇ, ਇਹ ਕਦੇ ਸੋਚਿਆ ਨਹੀਂ ਸੀ ਸਰਕਾਰ ਨੇ, ਸੈਂਟਰ ਸਰਕਾਰ ਨੇ ਵੀ ਨਹੀਂ ਸੋਚਿਆ ਸੀਗਾ ਕਿ ਇਹ ਐਡਾ ਵੱਡਾ ਰੂਪ ਧਾਰਨ ਕਰ ਲੇਗਾ। ਇਹ ਜਿਹੜਾ ਸੰਘਰਸ਼ ਹੈ ਐਡੇ ਵੱਡੇ ਪੱਧਰ ਤੇ ਹੋ ਜਾਏਗਾ। ਜਦੋਂ ਤਾਕਤਾਂ ਫਿਰ ਲੱਗਦੀਆਂ ਨੇ ਕਿ ਇਹਨੂੰ ਕਿਸ ਤਰ੍ਹਾਂ ਤਾਰ-ਪਿਟੋ ਕੀਤਾ ਜਾਵੇ ਜਾਂ ਇਹਨਾਂ ਦਾ ਮਾਹੌਲ ਕਿੱਦਾਂ ਖਰਾਬ ਕੀਤਾ ਜਾਵੇ, ਆਪਦੀਆਂ ਕੋਸ਼ਿਸ਼ ਕਰ ਰਹੀਆਂ। ਪਰ ਉੱਥੇ ਜਿਹੜੇ ਬੈਠੇ ਕਿਸਾਨ ਜਾਂ ਯੂਥ ਦੇ ਵੀਰ ਉੱਥੇ ਬੈਠੇ ਨੇ, ਸਾਡੀ ਹਮ ਉਮਰ ਦੇ ਵੀ, ਉਹਨਾਂ ਨੂੰ ਪੂਰੀ ਜਾਣਕਾਰੀ ਹੈ ਇਸ ਬਾਰੇ, ਬਟ ਉਹ ਬੜੇ ਸਮੂਥਲੀ ਤਰੀਕੇ ਨਾਲ ਉਹ ਸੰਘਰਸ਼ ਚੱਲ ਰਿਹਾ ਹੈ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਉਹ ਅਸੀਂ ਜਿੱਤਾਂਗੇ। ਅੱਛਾ, ਇੱਕ ਹੋਰ ਗੱਲ ਹੈ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਜੀ, ਚਲੋ ਪ੍ਰਮਾਤਮਾ ਤੁਹਾਡੀ ਗੱਲ ਜ਼ਰੂਰ ਸੁਣਨ, ਆਪਾਂ ਜਿੱਤੀਏ ਜੀ। ਅਸੀਂ ਵੀ ਇੱਕ ਕਿਸਾਨ ਹੀ ਆ। ਹੁਣ ਮੇਨ ਗੱਲ ਹੈ ਜੀ, ਜਿਵੇਂ ਹੁਣ ਉੱਥੇ ਕਿਸਾਨ ਬੈਠੇ ਆ ਜੀ, ਤੇ ਹੁਣ ਇਹਨਾਂ ਨੇ ਇੱਕ ਟਰੈਕਟਰ ਰੈਲੀ ਕੱਢੀ ਆ ਜਾਂ ਸਾਰੇ ਜ਼ਿਲ੍ਹਿਆਂ 'ਚ ਹੁਣ ਉਹ ਕੱਢਦੇ ਪਏ ਟਰੈਕਟਰ ਰੈਲੀ। ਕੋਈ ਤੁਹਾਡੀ ਕਿਸੇ ਹੁਣ ਵੀ ਕਿਸੇ ਬੀਜੇਪੀ ਲੀਡਰ ਨਾਲ ਜਾਂ ਬੀਜੇਪੀ ਵਰਕਰ ਨਾਲ ਗੱਲ ਹੁੰਦੀ ਹੋਵੇਗੀ ਕਿ ਉਧਰੋਂ ਕੋਈ ਇਹ ਖਬਰ ਆਉਂਦੀ ਹੈ ਕਿ ਸਰਕਾਰ ਹਿੱਲੀ ਹੈ ਜਾਂ ਨਹੀਂ ਹਿੱਲੀ? ਪ੍ਰੈਸ਼ਰ ਤਾਂ ਹੈ ਹੀ ਹੈ ਜੀ, ਸਰਕਾਰ ਤੇ ਪ੍ਰੈਸ਼ਰ ਹੈ ਹੀ, ਮਤਲਬ ਮੰਨਦੇ ਵੀ ਆ। ਬਟ ਕਈ ਗੱਲਾਂ ਤੇ ਇਹ ਵੀ ਹੁੰਦਾ ਹੈ ਕਿ ਉਹ ਦਬਾਅ, ਮਤਲਬ ਆਪਾਂ ਕਿਸੇ ਕਹਿ ਸਕਦੇ ਕਈ ਅੱਛੇ ਮਿੱਤਰ ਨੇ, ਮਤਲਬ ਜ਼ਰੂਰੀ ਨਹੀਂ ਹੁੰਦਾ ਤੁਹਾਡਾ ਸਿਆਸਤ ਦਾ ਹੀ ਇੱਕ ਮਤਲਬ ਕੈਰੀਅਰ ਹੁੰਦਾ, ਉਹਦੇ ਨਾਲ ਤੁਹਾਡੇ ਅੱਛੇ ਰਿਲੇਸ਼ਨ ਵੀ ਬਣਦੇ ਨੇ, ਦੋਸਤ ਵੀ ਬਣਦੇ ਨੇ। ਦਬੀ ਆਵਾਜ਼ ਦੇ ਵਿੱਚ ਉਹ ਕਹਿੰਦੇ ਨੇ ਕਿ ਠੀਕ ਹੈ ਕਿਸਾਨ ਠੀਕ ਹੈ, ਕਿਸਾਨ ਠੀਕ ਹੈ, ਉਹਦਾ ਮੰਨਣਾ ਹੀ ਪੈਣਾ ਜੀ। ਕਿਉਂਕਿ ਜਿੰਨੇ ਵੀ ਇਹਨਾਂ ਨੇ ਕਾਨੂੰਨ ਅੱਜ ਤੱਕ ਬਣਾਏ ਨਹੀਂ, ਕੋਈ ਵੀ ਇਹੋ ਜਿਹਾ ਕਾਨੂੰਨ ਨਹੀਂ ਜਿਹੜਾ ਬਣ ਗਿਆ ਤੇ ਉਹ ਐਸ ਚੀਜ਼ ਉਵੇਂ ਹੀ ਰਿਲੀਜ਼ ਹੋ ਗਿਆ ਹੋਵੇ। ਇਹਨਾਂ ਨੇ ਚਲਾਇਆ ਜ਼ਰੂਰ ਹੋਊਗਾ, ਪਰ ਉਹਦੇ ਜਿਹਨਾਂ ਨੂੰ ਬਾਅਦ ਸੋਧਾਂ ਕਰਨੀਆਂ ਪਈਆਂ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੋਟਬੰਦੀ ਦੀ ਗੱਲ ਕਰ ਲਈਏ, ਰਾਤੋਂ ਰਾਤ ਨੋਟਬੰਦੀ ਕੀਤੀ ਗਈ। ਠੀਕ ਹੈ, ਉਸ ਸਮੇਂ ਲੱਗਦਾ ਸੀਗਾ ਕਿ ਠੀਕ ਹੈ ਦੇਸ਼ ਲਈ ਵਧੀਆ ਹੋਏਗਾ, ਪਰ ਉਹਦੇ ਵਿੱਚ ਕਈ ਜਾਨਾਂ ਗਈਆਂ, ਕਈ ਲੋਕਾਂ ਦੀ ਮਤਲਬ ਡੈਥਸ ਹੋ ਗਈਆਂ ਤੇ ਲਾਈਨਾਂ ਲੱਗੀਆਂ। ਤੇ ਮੈਂ ਸਾਰਾ ਹਰ ਡੇ ਕੋਈ ਨਵਾਂ ਇੱਕ ਆ ਜਾਂਦਾ ਸੀਗਾ, ਮਤਲਬ ਬੈਂਕ ਦੇ ਵਿੱਚ ਜਾਣਾ, ਕੋਈ ਨਵਾਂ, ਅੱਜ ਤੁਹਾਡਾ ਆਧਾਰ ਕਾਰਡ ਹੈ ਜੀ, ਅੱਜ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਗਾਈਡਲਾਈਨਸ। ਜਦੋਂ ਤੁਸੀਂ ਕਾਨੂੰਨ ਬਣਾਉਂਦੇ ਹੋ, ਤੁਸੀਂ ਗਰਾਊਂਡ ਲੈਵਲ ਤੇ ਵੀ ਦੇਖੋ ਕਿ ਉਹ ਕਾਨੂੰਨ ਨੂੰ ਜੇ ਅਸੀਂ ਮਤਲਬ ਲਾਗੂ ਕਰਨਾ ਹੈ, ਜ਼ੀਰੋ ਲੈਵਲ ਤੋਂ ਵੀ ਅਸੀਂ ਕੁਝ ਲੋਕਾਂ ਨੂੰ ਬੁਲਾਈਏ, ਉਹਨਾਂ ਨਾਲ ਸਲਾਹ ਮਸ਼ਵਰੇ ਕਰੀਏ। ਜਿਸ ਤਰ੍ਹਾਂ ਹੁਣ ਤੁਸੀਂ ਖੇਤੀ ਕਾਨੂੰਨ ਨੂੰ ਹੀ ਲੈ ਲਓ, ਸਾਡੇ ਇੱਥੇ ਬੜੇ, ਜੇ ਤਾਂ ਅਸੀਂ ਮਤਲਬ ਰਿਸਰਚ ਕਰਨੀ ਹੈ ਤੇ ਸਾਡੇ ਲੁਧਿਆਣਾ ਯੂਨੀਵਰਸਿਟੀ ਤੋਂ ਐਡੇ ਵੱਡੇ ਹੈਗਾ ਲੈਕਚਰਾਰ ਨੇ, ਮਤਲਬ ਡਾਕਟਰ ਨੇ, ਮਤਲਬ ਉਹਨਾਂ ਤੇ ਰਿਸਰਚ ਹੁੰਦੀਆਂ ਨੇ, ਉਹ ਕਰਦੇ ਨੇ। ਤੇ ਜੇ ਤੁਸੀਂ ਕਾਨੂੰਨ ਬਣਾਉਣਾ, ਉਹ ਤੁਸੀਂ ਖੁਦ ਅੰਦਰ ਬਹਿ ਕੇ ਇਕੱਲਿਆਂ ਨੇ ਬਣਾਉਣਾ ਹੈ, ਕਿਉਂ? ਉਦੋਂ ਕਿਉਂ ਨਹੀਂ ਖੇਤੀ ਮਾਰ ਜਾਂ ਮਤਲਬ ਇਹਨਾਂ ਜਥੇਬੰਦੀਆਂ ਦੇ 4-5 ਲੋਕ ਜਿਹੜੇ ਬਹੁਤ ਸੂਝਵਾਨ ਨੇ, ਜਥੇਬੰਦੀਆਂ ਸਾਰੇ ਹੀ ਸੂਝਵਾਨ ਨੇ, ਪਰ ਕੁਝ ਇਹੋ ਜਿਹੇ ਲੋਕਾਂ ਨੂੰ ਤੁਸੀਂ ਬੁਲਾ ਕੇ ਮਤਲਬ ਕਾਨੂੰਨ ਬਣਾਓ ਜਿਹਦੇ ਨਾਲ ਤੁਹਾਨੂੰ ਦੁਬਾਰਾ ਸੋਧ ਕਰਨ ਦੀ ਲੋੜ ਹੀ ਨਾ ਪਵੇ। ਹਾਂਜੀ, ਹੁਣ GST ਇਹਨਾਂ ਨੇ ਬਣਾਈ, ਉਹਦੇ ਵਿੱਚ ਕਿੰਨੀ ਵਾਰੀ ਸੋਧ ਕੀਤੀ ਗਈ, ਨੋਟਬੰਦੀ ਬਣਾਈ, ਕਿੰਨੀ ਵਾਰੀ ਸੋਧ ਕੀਤੀ ਗਈ, ਕਾਨੂੰਨ ਬਣਾ ਰਹੇ ਨੇ। ਹੁਣ ਤੁਸੀਂ ਇਹ ਗੱਲ ਕਹਿ ਰਹੇ ਕਿ ਉਹਦੇ ਚ ਅਮੈਂਡਮੈਂਟ ਕਰ ਲਓ, ਇਹਦਾ ਮਤਲਬ ਤੁਸੀਂ ਗਲਤ ਹੋ। ਬਿਲਕੁਲ ਗਲਤ ਆ। ਗਲਤ ਹੋ ਤਾਂ ਅਮੈਂਡਮੈਂਟ ਹੋ ਰਹੀ ਹੈ, ਤਾਂ ਹੀ ਤਾਂ ਅਮੈਂਡਮੈਂਟ ਹੋ ਰਹੀ ਹੈ। ਮੰਨ ਲਓ ਮੈਂ ਬਿਲਕੁਲ ਸਹੀ ਹਾਂ, ਮੈਂ ਕਹਿੰਦਾ ਮੈਨੂੰ ਲੋੜ ਹੀ ਨਹੀਂ ਹੈ ਇਸ ਚੀਜ਼ ਦੀ, ਮੈਂ ਮਤਲਬ ਗਲਤ ਨਹੀਂ ਹੈਗਾ, ਮੈਂ ਅਮੈਂਡਮੈਂਟ ਨਹੀਂ ਕਰਦਾਗਾ। ਜੇ ਤੁਸੀਂ ਗਲਤ ਹੋ ਤੇ ਅਮੈਂਡਮੈਂਟ ਕਰ ਰਹੇ ਹੋ, ਬਿਲਕੁਲ ਜੀ, ਤੇ ਕਿਉਂ ਨਾ ਤੁਸੀਂ ਇਸ ਕਾਨੂੰਨ ਨੂੰ ਖਤਮ ਕਰੋ, ਡੈਡ ਕਰੋ। ਫਿਰ ਉਸ ਤੋਂ ਬਾਅਦ ਤੁਸੀਂ ਸਾਰੇ ਜਥੇਬੰਦੀਆਂ ਦੇ ਕੁਝ ਲੋਕ ਆਪਦੇ ਆਫਿਸਰ ਲੌਬੀ ਦੇ ਬਿਠਾਓ, ਫਿਰ ਉਹਦੇ ਨਾਲ ਵਿਚਾਰ ਵਿਮਰਸ਼ ਕਰਕੇ ਕਾਨੂੰਨ ਬਣਾਏ ਜਾਣ। ਬਿਲਕੁਲ ਜੀ। ਉਹ ਇਹ ਤਾਂ ਜੇ ਆਪਾਂ ਵੇਖੀਏ ਨਾ ਜੀ, ਉਹ ਹਿਟਲਰ ਵਾਲੀ ਕਹਾਣੀ ਸ਼ੁਰੂ ਹੋ ਗਈ ਆ। ਬਿਲਕੁਲ ਗੱਲ ਹੈ, ਬਿਲਕੁਲ ਠੀਕ ਹੈ ਜੀ, ਮੰਨਣ ਚ ਹੋਊਗੀ। ਕਿਉਂਕਿ ਜਿੰਨੇ ਕਾਨੂੰਨ ਬਣਾਏ ਰਾਤ ਨੂੰ ਉਹਨਾਂ ਨੇ ਪਾਸ ਕਰਕੇ ਦਿਨੇ ਚਲੋ ਜੀ। ਆਮ ਤੌਰ ਤੇ ਜਿਹੜੀ 8 ਵਜੇ ਮਨ ਕੀ ਬਾਤ ਕਰਦੇ ਸੀ ਨਾ, ਲੋਕ ਬਹੁਤ ਡਰ ਗਏ ਵੀ ਅੱਜ 8 ਵਜੇ ਜਿਹੜਾ ਇਹਨਾਂ ਨੇ ਰਾਤ ਨੂੰ ਬੋਲਣਾ ਨਾ, ਇਹ ਕੋਈ ਨਾ ਕੋਈ ਨਵਾਂ ਸੱਪ ਕੱਢਣਗੇ। ਬਿਲਕੁਲ ਜੀ। ਹੁਣ ਮਨ ਕੀ ਬਾਤ ਹੁਣ ਸਾਡੇ ਲਈ ਉਹ ਦੁੱਖ ਦੀ ਗੱਲ ਆ, ਬਹੁਤ ਦੁੱਖ ਦੀ ਆ। ਵੈਸੇ ਇੱਕ ਚੀਜ਼ ਹੈ ਜੀ, ਸਹੀ ਦੱਸਿਓ ਵੀ ਇੱਕ ਚਲੋ ਪਾਰਟੀ ਦਾ ਉਹਦਾ ਇੱਕ ਵੱਖਰੀ ਚੀਜ਼ ਰਹਿ ਗਈ, ਵਰਕਰ ਕੰਮ ਜਿਹੜੇ ਵੱਖਰੇ ਰਹਿ ਗਏ, ਤੁਸੀਂ ਦਿਲੋਂ ਕੋਈ ਕੱਢਦੇ ਹੋ ਗਾਲਾਂ ਇਹਨਾਂ ਨੂੰ? ਇਹ ਕੀ ਕਰਦੇ ਹੋ ਤੁਸੀਂ? ਗਾਲਾਂ ਤਾਂ ਨਹੀਂ ਮੈਂ ਕੁਝ ਕਹਿ ਸਕਦਾ, ਗਾਲਾਂ ਨਹੀਂ, ਬਟ ਫੀਲ ਬੜਾ ਹੁੰਦਾ ਜਦੋਂ ਮਤਲਬ ਮਹਿਸੂਸ ਹੁੰਦਾ ਹੈ। ਤੁਸੀਂ ਦੇਖੋ ਹਰ ਪੰਜਾਬ ਦੇ ਵਿੱਚ ਮਤਲਬ ਹਰ ਇੱਕ ਦਿਨ 2 ਲਾਸ਼ਾਂ ਪੰਜਾਬ ਨੂੰ ਆ ਰਹੀਆਂ, ਕਿੱਡੀ ਮਤਲਬ ਇੱਕ ਤਰਾਸਦੀ ਆ ਸਾਡੇ ਲਈ ਕਿ ਅਸੀਂ ਤੁਹਾਨੂੰ ਸ਼ਾਸਕ ਬਣਾਇਆ ਹੈ,
ਬਿਲਕੁਲ ਜੀ। ਤੁਹਾਨੂੰ ਅਸੀਂ ਉਹ ਵੱਡੀ ਸੀਟ ਤੇ ਪ੍ਰਧਾਨ ਮੰਤਰੀ ਬਣਾ ਕੇ ਵੋਟਾਂ ਪਾਈਆਂ ਸੀ, ਤੁਸੀਂ ਤੁਹਾਨੂੰ ਉੱਥੇ ਬਿਠਾਇਆ, ਤੁਸੀਂ ਸਾਡਾ ਖਿਆਲ ਰੱਖਣਾ ਹੈ। ਸਾਡੇ ਤਾਂ ਪੰਜਾਬ ਨੂੰ 2 ਲਾਸ਼ਾਂ ਆ ਰਹੀਆਂ ਹਰ ਦਿਨ, 65 ਤੋਂ 70 ਦੇ ਵਿੱਚ ਮੌਤਾਂ ਹੋ ਚੁੱਕੀਆਂ। ਇੱਕ ਵਾਰੀ ਵੀ ਪ੍ਰਧਾਨ ਮੰਤਰੀ ਦਾ ਇਹ ਨਾ ਕਹਿਣਾ ਕਿ ਬਹੁਤ ਮਾੜਾ ਹੋ ਰਿਹਾ, ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹਦਾ ਮਤਲਬ ਤੁਸੀਂ ਆਪਦੀ ਤਾਕਤ ਨੂੰ ਪੂਰਾ ਉਹਦਾ ਦੇਖ ਕਰ ਰਹੇ ਹੋ, ਤੁਸੀਂ ਇੰਪਲੀਮੈਂਟ ਕਰਵਾ ਰਹੇ ਹੋ ਤਾਕਤ ਦਾ, ਤੁਸੀਂ ਜਿਹਨੂੰ ਕਹਿੰਦੇ ਆਪਾਂ ਜ਼ੋਰ ਜਬੈਸ਼ੀ ਕਰ ਰਹੇ ਹੋ ਕਿ ਮੇਰੇ 'ਚ ਇੰਨੀ ਤਾਕਤ ਆ, ਮੇਰੇ 'ਚ ਇੰਨੀ ਤਾਕਤ ਆ, ਪਰ ਉਹ ਤਾਕਤ ਤੁਹਾਡੇ 'ਚ ਨਹੀਂ ਆ, ਤੁਹਾਡੀ ਸੀਟ ਦੇ ਵਿੱਚ ਆ। ਤੁਹਾਡੀ ਸੀਟ 'ਚ ਉਹ ਸੀਟ ਵੀ ਨਹੀਂ ਰਹਿਣੀ। ਹਾਂਜੀ, ਨਹੀਂ ਰਹਿਣਗੀਆਂ, ਨਹੀਂ ਰਹਿਣਗੀਆਂ। ਇਹ ਸਮਾਂ ਵੇਖੋ ਜੀ, ਬਾਬਰ ਦਾ ਆਇਆ ਸੀ, ਬਾਬਰ ਗਿਆ, ਔਰੰਗਜ਼ੇਬ ਦਾ ਆਇਆ, ਔਰੰਗਜ਼ੇਬ ਗਿਆ, ਤੇ ਜੇ ਹੁਣ ਇਹ ਔਰੰਗਜ਼ੇਬ ਬਣਿਆ ਤਾਂ ਹੁਣ ਇਹਨਾਂ ਦਾ ਵੀ ਜਾਊਗਾ ਹੀ ਆ। ਐਕਚੁਅਲੀ ਜਦੋਂ ਜਿਹੜੀ ਵੀ ਆਪਾਂ ਕਹਿ ਦਿੰਦੇ ਆ ਮੁਹਿੰਮ ਜਦੋਂ ਵੀ ਪੰਜਾਬ 'ਚੋਂ ਚੱਲੀ ਆ, ਉਹ ਨਵਾਂ ਰੰਗ ਲੈ ਕੇ ਆਈ ਆ। ਬਿਲਕੁਲ ਜੀ। ਤੇ ਜਿੱਤ ਵਾਲੀ ਗਈ ਆ। ਬਿਲਕੁਲ, ਇਤਿਹਾਸ ਵੀ ਫਰੋਲ ਕੇ ਦੇਖ ਸਕਦੇ ਆਪਾਂ। ਬਿਲਕੁਲ ਸਹੀ ਗੱਲ ਤੁਸੀਂ ਇਹ ਕਹੀ ਹੈ ਜੀ। ਹੁਣ ਸਰਦਾਰ ਜੀ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਦਾ ਹਾਂ, ਜਿਵੇਂ ਇਹਨਾਂ ਨੇ ਪਿੱਛੇ ਜੇ ਬਿਆਨ ਦੇਣੇ ਸ਼ੁਰੂ ਕੀਤੇ, ਉਹਨਾਂ ਵਿੱਚੋਂ ਅਮਿਤ ਸ਼ਾਹ ਜੀ ਦਾ ਇੱਕ ਬਿਆਨ ਆਇਆ ਜੀ। ਉਹ ਕਹਿੰਦੇ ਵੀ ਕੋਈ ਇਹੋ ਜਿਹਾ ਇਹਨਾਂ ਦਾ ਲੀਡਰ ਹੀ ਨਹੀਂ ਹੈਗਾ ਜਿਹੜਾ ਮੇਰੇ ਨਾਲ ਬਹਿ ਕੇ ਗੱਲਬਾਤ ਕਰ ਸਕਦਾ। ਉਹ ਉਹਨਾਂ ਨੇ ਮਨ 'ਚ ਇਹ ਗੱਲ ਕਿਵੇਂ ਆਈ ਵੀ ਕਿਹੜੇ ਲੈਵਲ ਤੇ ਉਹ ਕਹਿੰਦੇ ਵੀ ਮੇਰੇ ਨਾਲ ਸਾਹਮਣੇ ਬਹਿ ਕੇ ਗੱਲਬਾਤ ਕਰਨ ਦੇ ਕਾਬਿਲ ਨਹੀਂ ਹੈਗੇ ਬੰਦੇ? ਲੀਡਰ ਜਿਹੜੇ ਲੀਡਰ ਬਣਦੇ ਨੇ ਉਹ ਆਪਾਂ ਜਿਵੇਂ ਹੁਣ ਅਸੀਂ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਸੀ, ਉਦੋਂ ਵੱਡਾ ਲੀਡਰ ਉਦੋਂ ਬਾਅਦ ਬਣਦਾ। ਜੀ ਮੋਦੀ ਸਾਹਿਬ ਅੱਜ PM ਬਣੇ ਨੇ, ਉਹ ਮਤਲਬ ਵੋਟਾਂ ਪਾ ਕੇ ਜੀ ਅਸੀਂ ਵੋਟਾਂ ਪਾਈਆਂ ਨੇ ਤੇ ਉਹ ਬਣੇ ਨੇ। ਬਿਲਕੁਲ ਠੀਕ ਹੈ ਜੀ। ਉੱਥੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਬੈਠੇ ਨੇ ਉਹ ਸਾਡੇ ਲੀਡਰ ਨੇ, ਸਾਨੂੰ ਅਗਵਾਈ ਕਰ ਰਹੇ ਨੇ ਤੇ ਸਾਡੀ ਉਹ ਗੱਲ ਰੱਖ ਰਹੇ ਨੇ। ਠੀਕ ਹੈ ਜੀ। ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਗੱਲ ਰੱਖ ਰਹੇ ਨੇ, ਨਾਲ ਪੀੜ੍ਹੀਆਂ ਦੀ ਗੱਲ ਰੱਖਦੇ ਆ। ਬਿਲਕੁਲ ਠੀਕ ਹੈ ਜੀ। ਹੁਣ ਅੱਜ ਜਿਹੜੀ ਮੌਕੇ ਤੇ ਜਿਹੜੀ ਅੱਜ ਚੱਲ ਰਹੀ ਹੈ ਜੀ, ਉੱਥੇ ਹੁਣ ਮੀਟਿੰਗ ਚੱਲ ਰਹੀ ਹੈ ਕਿਸਾਨਾਂ ਦੇ ਵਿੱਚ, ਇਹਦੇ ਤੁਹਾਨੂੰ ਲੱਗਦਾ ਵੀ ਕਿਸਾਨਾਂ ਦੀ ਤੇ ਸਰਕਾਰ ਦੀ ਜਿਹੜੀ ਮੀਟਿੰਗ ਹੈ ਚੱਲਦੀ ਪਈ, ਇਹਦੇ 'ਚ ਕੋਈ ਸਿੱਟਾ ਨਿਕਲ ਸਕਦਾ? ਕੁਛ ਇਸ ਬਾਰੇ ਕਹਿ ਨਹੀਂ ਸਕਦੇ, ਬਟ ਸਰਕਾਰ ਹਜੇ ਮੈਨੂੰ ਲੱਗਦਾ ਨਹੀਂ ਇਸ ਮੂਡ ਦੇ ਵਿੱਚ ਹੈਗੀ ਕਿ ਝੁਕਣ ਦੇ ਮੂਡ ਦੇ ਵਿੱਚ, ਪਰ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ। ਝੁਕਣਾ ਹੀ ਪੈਣਾ। ਜਿਹੜਾ ਕਿਸਾਨੀ ਉੱਥੇ ਜਿਹੜਾ ਇਕੱਠ ਹੈ, ਜਿੱਥੇ ਅਸਲ ਦੇ ਵਿੱਚ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੇ ਜਿਹੜਾ ਇੱਕ ਕਿਸਾਨ ਨਹੀਂ, ਕਿਸਾਨ ਦੇ ਨਾਲ ਦੂਸਰਾ ਬੰਦਾ, ਉਹ ਵੀ ਕਿਸਾਨ ਦੇ ਹੱਕ ਦੇ ਵਿੱਚ ਆ। ਬਿਲਕੁਲ ਸਰਕਾਰ ਨੂੰ ਝੁਕਣਾ ਹੀ ਪਏਗਾ। ਠੀਕ ਹੈ ਜੀ। ਹਾਂਜੀ। ਜਿਹੜਾ ਹੁਣ ਇਸ ਟਾਈਮ ਤੇ ਤੁਹਾਡੇ ਇਲਾਕੇ 'ਚ ਜਿਹੜੇ ਇਲਾਕੇ ਜਿਵੇਂ ਤੁਸੀਂ ਫਿਰੋਜ਼ਪੁਰ ਦੇ ਵਸਨੀਕ ਹੋ, ਫਿਰੋਜ਼ਪੁਰ ਦੇ ਵਿੱਚ BJP ਦਾ ਹੁਣ ਕਿਹੜਾ ਬੰਦਾ ਜੀ ਜਿਹੜਾ ਉੱਥੇ ਪਾਰਟੀ ਨੂੰ ਸੰਭਾਲ ਰਿਹਾ ਜੀ? ਹਜੇ ਤੱਕ ਤਾਂ ਮੈਨੂੰ ਨਹੀਂ ਲੱਗਦਾ, ਜੇ ਪਾਰਟੀ ਨੂੰ ਸੰਭਾਲਦੇ ਹੁੰਦੇ ਤੇ ਅਸੀਂ ਇੱਥੇ ਨਾ ਬੈਠੇ ਹੁੰਦੇ। ਜੇ ਤੁਹਾਡੇ ਕਹਿਣ ਦਾ ਮਤਲਬ ਜੇ ਉਹ ਪਾਰਟੀ ਨੂੰ ਸਾਹਮਣੇ ਤੁਸੀਂ ਅਸਤੀਫਾ ਜਿਹੜਾ ਵੀ ਨਹੀਂ ਦਿੱਤਾ, ਜੇ ਸਾਡੀਆਂ ਗੱਲਾਂ ਰੱਖਦੇ ਉੱਥੇ ਰੱਖਦੇ ਤੇ ਅਸੀਂ ਇੱਥੇ ਅੱਜ ਯਾਨੀ ਕਿ ਹੁਣ ਕੋਈ ਇਹੋ ਜਿਹਾ ਲੀਡਰ ਨਹੀਂ ਰਹਿ ਗਿਆ ਵੀ ਜਿਹੜਾ ਹੁਣ ਤੁਹਾਡੀਆਂ ਗੱਲਾਂ ਨੂੰ ਜਾਂ ਤੁਹਾਨੂੰ ਦੁਬਾਰਾ ਮਨਾਵੇ ਜਾਂ ਮਨਾ ਕੇ ਦੁਬਾਰਾ ਪਾਰਟੀ 'ਚ ਲੈ ਕੇ ਜਾਣ, ਕੁਝ ਇਸ ਤਰ੍ਹਾਂ ਦਾ। ਮੈਂ ਅੱਜ ਤੁਹਾਡੇ ਇਸੇ ਗੱਲ ਤੇ ਚਾਹੇ ਮਤਲਬ ਗੱਲ ਤੋਂ ਗੱਲ ਕਰਦਾ ਕਿ ਜੇ ਅੱਜ ਸਵਰਗਵਾਸੀ ਕਮਲ ਸ਼ਰਮਾ ਜੀ ਹੁੰਦੇ ਤੇ ਉਹਨਾਂ ਦੀ ਸੈਂਟਰ ਦੇ ਵਿੱਚ ਬਹੁਤ ਅੱਛੀ ਪਕੜ ਸੀਗੀ। ਸੈਂਟਰ ਦੇ ਵਿੱਚ ਉਹ ਮਤਲਬ ਜੋ ਵੀ ਆਪਣੀ ਗੱਲ ਰੱਖਦੇ ਸੀ ਉਹ ਬੜੇ ਬੇਬਾਕੀ ਨਾਲ ਰੱਖਦੇ ਸੀਗੇ ਤੇ ਆਪਣੀ ਗੱਲ ਉਹਨਾਂ ਦੀ ਮੰਨੀ ਵੀ ਜਾਂਦੀ ਸੀ। ਉਹ ਬੜੇ ਆਪਣੇ ਮਤਲਬ ਸੋਹਣੇ ਤਰੀਕੇ ਨਾਲ ਗੱਲ ਰੱਖਦੇ ਹੁੰਦੇ ਸੀਗੇ, ਮਤਲਬ ਉਸ ਗੱਲ ਦੇ ਵਿੱਚ ਵਜਨ ਹੁੰਦਾ ਸੀਗਾ। ਸ਼ਾਇਦ ਅੱਜ ਸੋਚਦੇ ਆ ਕਿ ਜੇ ਅੱਜ ਕਮਲ ਸ਼ਰਮਾ ਜੀ ਹੁੰਦੇ ਤੇ ਸ਼ਾਇਦ ਇੱਥੋਂ ਤੱਕ ਨੌਬਤ ਨਾ ਆਉਂਦੀ। ਉਹਨਾਂ 2 ਮਹੀਨਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਹ ਪ੍ਰੋਟੈਸਟ ਚੱਲ ਰਿਹਾ ਸੀਗਾ, ਉਸ ਸਮੇਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਦਾ। ਬਾਕੀ ਇਹ ਮੇਰੀ ਪਰਸਨਲ ਸੋਚ ਆ, ਮੇਰੀ ਆਪਣੀ ਸੋਚ ਆ। ਠੀਕ ਹੈ ਜੀ। ਹਾਂਜੀ। ਵੀ ਲੱਗਦਾ ਵੈਸੇ ਮੈਨੂੰ ਤੁਹਾਡੇ ਤੋਂ ਪਹਿਲਾਂ ਵੀ 1-2 ਇਹੋ ਜਿਹੇ ਮਿੱਤਰ ਮਿਲੇ ਆ ਜਿਨ੍ਹਾਂ ਨੇ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਵੀ ਜੇ ਕਮਲ ਸ਼ਰਮਾ ਜੀ ਹੁੰਦੇ ਤਾਂ ਅੱਜ ਸਾਨੂੰ ਲੱਗਦਾ ਸੀ ਵੀ ਕਿਸਾਨਾਂ ਨੂੰ ਉੱਥੇ ਇਸ ਤਰ੍ਹਾਂ ਨਹੀਂ ਸੀ ਬਹਿਣਾ ਪੈਣਾ। ਚਲੋ ਜੋ ਪ੍ਰੋਟੈਸਟ ਇੱਥੇ ਚੱਲਿਆ ਸੀ ਉਹਦੇ ਵਿੱਚ ਹੀ ਉਹਨਾਂ ਨੇ ਜਾ ਕੇ ਵੀ ਸਹੀ ਕਿਸਾਨਾਂ ਦੀ ਗੱਲ ਉੱਤੇ ਸਰਕਾਰ 'ਚ ਰੱਖਣੀ ਸੀ ਤੇ ਸ਼ਾਇਦ ਜਿਹੜੇ ਆ ਦਿਨ ਆਪਾਂ ਨੂੰ ਅੱਜ ਨਾ ਦੇਖਣੇ ਪੈਂਦੇ। ਬਿਲਕੁਲ ਆ ਦਿਨ ਨਾ ਸ਼ਾਇਦ ਦੇਖਣੇ ਪੈਂਦੇ। ਇੱਕ ਸਰਦਾਰ ਜਿਮੀ ਸੰਧੂ ਜੀ, ਮੈਨੂੰ ਇਹ ਦੱਸੋ ਵੀ ਜਿਹੜੀਆਂ ਹੁਣ ਤੁਸੀਂ ਕਹਿ ਰਹੇ ਵੀ 2 ਲਾਸ਼ਾਂ ਡੇਲੀ ਉੱਥੋਂ ਆ ਰਹੀਆਂ ਦਿੱਲੀ ਤੋਂ ਜੀ, ਇਹਨਾਂ ਦੀ ਹੁਣ ਜਿਹੜੀਆਂ 2-2 ਲਾਸ਼ਾਂ ਜਿਹੜੇ ਰੋਜ਼ ਜਿਹੜੇ ਬੰਦੇ ਸ਼ਹੀਦ ਹੋ ਰਹੇ, ਮੈਂ ਤਾਂ ਸ਼ਹਾਦਤ ਹੀ ਕਹੂੰਗਾ, ਇਹ ਸ਼ਹਾਦਤ ਦੇ ਰਹੇ ਆ, ਇਹਨਾਂ ਦੀ ਜ਼ਿੰਮੇਵਾਰੀ ਕਿਹਨੂੰ ਲੈਣੀ ਚਾਹੀਦੀ ਹੈ ਜੀ? ਦੇਖੋ ਅਸੀਂ ਤਾਂ ਕਹਿੰਦੇ ਕਿ ਇਹ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਆ। ਸੈਂਟਰ ਮੰਨ ਲਓ ਇਹ ਕਾਲੇ ਕਾਨੂੰਨ ਜਿਹੜੇ ਲਾਗੂ ਕੀਤੇ ਨੇ, ਕਾਲੇ ਕਾਨੂੰਨ ਤਾਂ ਲਾਗੂ ਕਰ ਹੀ ਨਹੀਂ ਸਕਦੀ ਸੈਂਟਰ ਗਵਰਨਮੈਂਟ, ਕਰ ਹੀ ਨਹੀਂ ਸਕਦੀ। ਇਹ ਅਖਤਿਆਰ ਸਟੇਟ ਦਾ ਸੈਂਟਰ ਗਵਰਨਮੈਂਟ ਨੇ ਕਾਲੇ ਕਾਨੂੰਨ ਲਾਗੂ ਕੀਤੇ ਨੇ। ਜੇ ਕੀਤੇ ਨੇ ਤੇ ਸਾਡੇ ਜਿਹੜੇ ਕਿਸਾਨ ਭਰਾ ਨੇ, ਵੀਰ ਨੇ, ਸਾਡੇ ਬਾਬੇ, ਚਾਚੇ, ਤਾਏ ਸਭ ਉੱਤੇ ਬੈਠੇ ਨੇ। ਠੀਕ ਹੈ। ਤੇ ਜਿਹੜੇ ਉੱਥੇ ਡੈਥ ਹੋ ਰਹੀਆਂ ਤੇ ਉਹ ਵੀ ਸਰਕਾਰ ਦੇ
ਸਰਕਾਰ ਨਾਲ ਹੀ ਹੋ ਰਹੀਆਂ ਨਾ, ਸਰਕਾਰ ਉਸ ਦੀ ਜ਼ਿੰਮੇਵਾਰ ਆ। ਵੀ ਇਹ ਸਾਰੀ ਜਿਹੜੀ ਵਜ੍ਹਾ ਵੀ ਇਹ ਕਾਨੂੰਨ ਆ, ਬਿਲਕੁਲ। ਤੇ ਇਹਦਾ ਜਾਂ ਤਾਂ ਤੋਮਰ ਸਾਹਿਬ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਾਂ ਪ੍ਰਧਾਨ ਮੰਤਰੀ ਜੀ ਨੂੰ ਲੈਣੀ ਚਾਹੀਦੀ ਮੰਤਰੀ ਜੀ ਨੂੰ ਲੈਣੀ ਚਾਹੀਦੀ ਹੈ। ਇਹ ਚੀਜ਼ ਦੀ ਜ਼ਿੰਮੇਵਾਰੀ ਆਪਾਂ ਨੂੰ ਨਹੀਂ ਲੱਗਦਾ ਜੀ ਕੈਪਟਨ ਸਾਹਿਬ ਨੂੰ ਵੀ ਲੈਣੀ ਚਾਹੀਦੀ ਹੈ, ਵੀ ਜਿਹੜਾ ਉਹਨਾਂ ਦਾ ਵੀ ਤਾਂ ਇਸ ਟਾਈਮ ਰਾਜ ਪੰਜਾਬ 'ਚ ਚੱਲ ਹੀ ਰਿਹਾ। ਠੀਕ ਹੈ, ਮੈਂ ਤੁਹਾਡੀ ਗੱਲ ਠੀਕ ਹੈ, ਬਿਲਕੁਲ ਇਤਫਾਕ ਰੱਖਦਾ ਤੁਹਾਡੀ ਗੱਲ ਨਾਲ ਮੈਂ। ਹਾਂਜੀ ਵੇਖੋ ਇੱਕ ਚੀਜ਼ ਜਿਹੜੀ ਹੈਗੀ ਹੈ ਜੀ, ਬੜੀ ਵੇਖਦੇ ਆ ਰਹੇ ਆ, ਸਾਨੂੰ ਬੜਾ ਦੁੱਖ ਹੁੰਦਾ ਜੀ ਜਦੋਂ ਵੀ ਪੰਜਾਬੀ ਪ੍ਰੋਟੈਸਟ ਕਰਨਾ ਸ਼ੁਰੂ ਕਰਦੇ ਆ, ਉਹਨਾਂ ਨੂੰ ਨਾਲ ਦੀ ਨਾਲ ਹੀ ਲਿਆ ਕੇ ਇੱਕ ਠੱਪਾ ਦਿੱਤਾ ਜਾਂਦਾ, ਇਹ ਅੱਤਵਾਦੀ ਆ। ਬਿਲਕੁਲ, ਇਹ ਚੀਜ਼ ਇਹ ਨਾਲ ਬੜੀ ਤੁਸੀਂ ਕਿੰਨਾ ਮੰਦਭਾਗੀ ਆ, ਬੜੀ ਮੈਨੂੰ ਮੈਂ ਸਾਰਿਆਂ ਨੂੰ ਮਤਲਬ ਮੰਦਭਾਗੀ ਘਟਨਾ ਲੱਗਦੀ ਹੈ। ਜੇ ਅਸੀਂ ਬਾਰਡਰਾਂ ਤੇ ਖੜੇ ਆ ਤੇ ਫਿਰ ਅਸੀਂ ਫੌਜੀ ਆ, ਜੇ ਅਸੀਂ ਬੀਜੇਪੀ 'ਚ ਆ ਤੇ ਫਿਰ ਅਸੀਂ ਵਰਕਰ ਆ, ਤੇ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆਉਣੇ ਆ ਤੇ ਅਸੀਂ ਅੱਤਵਾਦੀ ਆ, ਜੇ ਅਸੀਂ ਆਪਦਾ ਹੱਕ ਮੰਗਦੇ ਆ ਤੇ ਫਿਰ ਅਸੀਂ ਖਾਲਿਸਤਾਨੀ। ਇਸ ਚੀਜ਼ ਦੇ ਵਿੱਚ ਤੁਸੀਂ ਜਿਹੜਾ ਕੀ ਹੈ ਵੀ ਇਹ ਸਮਰਥਨ ਦਿੰਦੇ ਹੋ ਕਿਸਾਨਾਂ ਨੂੰ ਵੀ ਹਾਂ ਠੀਕ ਹੈ ਵੀ ਕਿਸਾਨ ਸਹੀ, ਕਿਸਾਨ ਅੱਤਵਾਦੀ ਨਹੀਂ ਗੇ? ਬਿਲਕੁਲ, ਕਿਸਾਨ ਜੇ ਅਸੀਂ ਅੱਤਵਾਦੀ ਹੁੰਦੇ ਤੇ ਅੱਜ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਨਾ ਹੁੰਦਾ। ਅੱਜ ਬੜਾ ਪੀਸਫੁਲੀ ਆ ਪੰਜਾਬ, ਬੜਾ ਵਧੀਆ ਸਾਡੇ ਮਤਲਬ ਅਸੀਂ ਤਾਂ ਅੱਜ ਵੀ ਮੈਂ ਮਤਲਬ ਪ੍ਰਧਾਨ ਮੰਤਰੀ ਜੀ ਨੂੰ ਇੱਕ ਅਪੀਲ ਕਰਦਾ ਤੁਹਾਡੇ ਚੈਨਲ ਦੇ ਥਰੂ। ਸਾਡੇ ਬਾਬਿਆਂ ਨੇ, ਸਾਡੇ ਬਜ਼ੁਰਗਾਂ ਨੇ 47 ਵੇਖੀ ਆ, ਮਾਂ ਪਿਓ ਨੇ 84 ਵੇਖੀ ਆ। ਇਹ ਦੌਰ ਬਹੁਤ ਮਾੜਾ ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਆ। ਸਾਡਾ ਪੰਜਾਬ ਬਹੁਤ ਵਧੀਆ ਹੈ, ਅਸੀਂ ਭਾਈਚਾਰੇ ਨਾਲ ਸਾਂਝ ਰੱਖਦੇ ਆ, ਭਾਈਚਾਰਕ ਸਾਂਝ ਆ ਸਾਡੀ। ਇਹੋ ਜਿਹਾ ਮਾਹੌਲ ਕੁਛ ਨਹੀਂ, ਪਰ ਚੈਨਲਾਂ ਦੇ ਥਰੂ ਜਿਹੜੇ ਨੈਸ਼ਨਲ ਗੋਦੀ ਮੀਡੀਆ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਉਹਨਾਂ ਦੇ ਥਰੂ ਇੱਕ ਪ੍ਰੋਪੋਗੰਡਾ ਜ਼ਰੂਰ ਚਲਾਇਆ ਜਾ ਰਿਹਾ। ਇਹ ਪ੍ਰੋਪੋਗੰਡਾ ਤਾਂ ਚਲਾਇਆ ਜਾ ਰਿਹਾ ਜੀ। ਕੀ ਤੁਹਾਨੂੰ ਨਹੀਂ ਲੱਗਦਾ ਜੀ ਵੀ ਜਿਹੜਾ ਇਹ ਨਜਾਇਜ਼, ਜਿਵੇਂ ਹੁਣ ਆਪਾਂ ਨੂੰ ਜਿਵੇਂ ਕਹਿਤਾ ਜੀ ਖਾਲਿਸਤਾਨੀ ਕਹਿਤਾ, ਅੱਤਵਾਦੀ ਕਹਿਤਾ, ਸਾਨੂੰ ਇਹ ਮਹਿਸੂਸ ਹੁੰਦਾ ਵੀ ਯਾਰ ਅਸੀਂ ਸੇਵਾ ਕਰਨ ਵਾਲੇ ਬੰਦੇ, ਅਸੀਂ ਦੇਸ਼ ਦੇ ਹੱਕ 'ਚ ਜਾਣ ਵਾਲੇ ਬੰਦੇ। ਕਿੰਨਾ ਵੇਖੋ ਜੀ, ਹਰੀ ਕ੍ਰਾਂਤੀ ਜਦੋਂ ਆਈ ਹੈ ਤਾਂ ਪੰਜਾਬ ਨੇ ਹੀ ਅੰਨ ਭੰਡਾਰ ਭਰਿਆ ਜੀ ਸਾਰਾ, ਜਦੋਂ ਭੁੱਖੇ ਮਰਦੇ ਸੀ। ਬਿਲਕੁਲ ਜੀ, ਪੰਜਾਬ ਇੱਕ ਖੇਤੀ ਸੂਬਾ ਹੈ, ਖੇਤੀ ਪ੍ਰਧਾਨ ਸੂਬਾ ਹੈ। ਅਸੀਂ ਇੱਥੋਂ ਹਰ ਫਸਲ ਪੰਜਾਬ ਦੇ ਵਿੱਚ ਹੁੰਦੀ ਹੈ ਜੀ, ਇਸੇ ਕਰਕੇ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਇਹਨੂੰ। ਅਸੀਂ ਉੱਥੇ ਜਦੋਂ ਬਹੁਤ ਮਤਲਬ ਉਦੋਂ ਸਾਡਾ ਹਿੰਦੁਸਤਾਨ ਇਸ ਦੌਰ ਦੇ ਵਿੱਚ ਜਦੋਂ ਅਸੀਂ ਅਮਰੀਕਾ ਤੋਂ ਕਣਕ ਮੰਗਾਉਂਦੇ ਹੁੰਦੇ ਸੀ, ਠੀਕ ਹੈ ਜੀ, ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਅਸੀਂ ਕਣਕ ਮੰਗਾਉਣੀ ਅਸੀਂ, ਪਰ ਆਪਦੇ ਆਪ ਨੂੰ ਇੰਨਾ ਕੁ ਪੰਜਾਬ ਨੇ, ਹਰਿਆਣਾ ਨੇ ਆਪਦੇ ਆਪ ਨੂੰ ਐਡਾ ਕੁ ਲੈਵਲ ਆਪਦਾ ਹਾਈ ਕਰ ਲਿਆ ਕਿ ਅਸੀਂ ਅੱਜ ਸਾਡੇ ਕੋਲ ਭੰਡਾਰ ਨੇ। ਬਿਲਕੁਲ ਜੀ, ਠੀਕ ਹੈ ਜੀ। ਇਹ ਕਿਉਂ ਸੰਭਵ ਹੋਇਆ? ਕਿਸਾਨ ਕਰਕੇ। ਜੇ ਅੱਜ ਅਸੀਂ ਕਿਸਾਨ ਨੂੰ ਹੀ ਭੁੱਲ ਜਾਾਂਗੇ, ਜੇ ਅਸੀਂ ਆਪਦੀ ਹੋਂਦ, ਜੇ ਤੁਸੀਂ ਕਿਸਾਨ ਨੂੰ ਭੁੱਲ ਗਏ ਤੇ ਸਮਝੋ ਇਹ ਚੀਜ਼ ਨੂੰ ਤੁਸੀਂ, ਮੈਂ ਨਹੀਂ ਸੋਚਦਾ ਕਿ ਦੇਸ਼ ਅੱਗੇ ਜਾਏਗਾ। ਵੇਖੋ ਜੀ, ਇੱਕ ਨਾਰਾ ਚੱਲਿਆ ਸੀਗਾ, ਜੈ ਜਵਾਨ ਜੈ ਕਿਸਾਨ। ਜੀ ਜੀ, ਉਹ ਸੱਚਾ ਸੀਗਾ ਜੀ, ਬਿਲਕੁਲ ਸਹੀ ਸੀਗਾ ਜੀ। ਉਹ ਅੱਜ ਸਲੋਗਨ ਅੱਜ ਤੁਸੀਂ ਦੇਖੋ, ਸ਼ਾਇਦ ਮਤਲਬ ਕਈ ਇੱਥੇ ਨੈਸ਼ਨਲ ਮੀਡੀਆ ਨਹੀਂ ਦਿਖਾਏਗਾ, ਪਰ ਜਿਹੜੇ ਪੰਜਾਬ ਦੇ ਚੈਨਲਸ ਨੇ, ਜਿਹਨੂੰ ਆਪਾਂ YouTube ਤੇ ਜਿੰਨੇ ਵੀ ਚੈਨਲ ਤੁਸੀਂ ਸਰਚ ਕਰੋ, ਵੈਬ ਚੈਨਲ ਆਪਾਂ ਕਹਿ ਸਕਦੇ ਹਾਂ, ਉਹਦੇ ਤੇ ਤੁਸੀਂ ਦੇਖੋ ਸਾਡੇ ਜਿੰਨੇ ਵੀ ਬਾਰਡਰਾਂ ਦੇ ਨੇ ਜਵਾਨ, ਉਹਨਾਂ ਦੇ ਵਿੱਚ ਵੀ ਉਹਨਾਂ ਦਾ ਜੋਸ਼ ਆ। ਉਹ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਪੁੱਤ ਆ, ਜੇ ਅੱਜ ਅਸੀਂ ਬਾਰਡਰ ਤੇ ਵੀ ਬੈਠੇ ਆ ਨਾ, ਪਰ ਸਾਡੀ ਜਿਹੜੇ ਦਿਲ ਹੈ ਉਹ ਆਪਦਾ ਉੱਥੇ ਦਿੱਲੀ ਦੇ ਜਿੱਥੇ ਧਰਨਾ ਲੱਗਾ, ਸਾਡੇ ਬਜ਼ੁਰਗ ਜਿੱਥੇ ਬੈਠੇ ਨੇ ਉੱਥੇ ਧੜਕ ਰਿਹਾ, ਸਾਡਾ ਉੱਥੇ ਦਿਲ ਧੜਕ ਰਿਹਾ। ਇਹ ਤੁਹਾਨੂੰ ਨਹੀਂ ਲੱਗਦਾ ਜੇਕਰ ਮੰਨ ਲਓ ਵੀ ਇਹਨਾਂ ਜਵਾਨਾਂ ਵੱਲੋਂ ਇਹ ਚੀਜ਼ ਨਾ ਕਹੀ ਜਾਂਦੀ ਤਾਂ ਕੋਈ ਹੋਰ ਵੀ ਤਸ਼ੱਦਦ ਢਾਉਂਦੇ ਜੀ? ਇਹ ਹੋ ਸਕਦਾ ਜੀ, ਕੋਈ ਦੋ ਰਾਏ ਨਹੀਂ। ਹੁਣ ਤੁਸੀਂ ਦੇਖਿਆ ਹੋਣਾ, ਮੈਨੂੰ ਕਿੱਡੀ ਮਤਲਬ ਮਾੜੀ ਗੱਲ ਆ, ਇੱਕ ਸਿੱਖੀ ਸਰੂਪ ਜਿਹਨੂੰ ਅਸੀਂ ਨਮਸਕਾਰ ਮਤਲਬ ਅਸੀਂ ਉਸ ਬਾਣੇ ਨੂੰ, ਪਵਿੱਤਰ ਬਾਣੇ ਨੂੰ ਅਸੀਂ ਨਤਮਸਤਕ ਹੁੰਨੇ ਆ। ਉਹ ਤੁਸੀਂ ਦੇਖਿਆ ਨਾ, ਲਾਸਟ ਆ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਇੱਕ ਬੰਦੇ ਨੇ ਪੱਗ ਬੰਨ੍ਹ ਕੇ ਗਾਤਰਾ ਪਾ ਕੇ ਉਹ ਮਤਲਬ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ, ਪਰ ਤੁਸੀਂ ਸਾਡੇ ਕਿਸਾਨੀ ਅੰਦੋਲਨ ਦੇ ਨਾਲ ਨਾਲ ਤੁਸੀਂ ਸਾਡੇ ਧਰਮ ਤੇ ਵੀ ਅਟੈਕ ਕਰਦੇ ਹੋ। ਇਹ ਸਾਡੇ ਲਈ, ਇਹ ਸਾਡੇ ਪਵਿੱਤਰ ਬਾਣੇ ਨੇ, ਬਿਲਕੁਲ, ਜਿਨ੍ਹਾਂ ਨੂੰ ਤੁਸੀਂ ਤੁਸੀਂ ਅੱਜ ਸਾਬਤ ਸੂਰਤ ਬੈਠੇ ਹੋ। ਮੈਂ ਚਲੋ ਸਾਬਤ ਸੂਰਤ ਤਾਂ ਨਹੀਂ, ਪਰ ਮੈਂ ਬਿਲੋਂਗ ਸਿੱਖ ਧਰਮ ਤੋਂ ਹੀ ਕਰਦਾ। ਠੀਕ ਹੈ ਜੀ, ਮੈਨੂੰ ਪਤਾ ਹੈ ਮੇਰੇ ਇਸ ਸਾਬਤ ਸੂਰਤ ਬਾਣੇ ਦੀ ਕਿੰਨੀ ਅਹਿਮੀਅਤ ਹੈ। ਮਤਲਬ ਜਦੋਂ ਉਹ ਬੰਦਾ ਮੂੰਹ ਚ ਪਾਣ ਆ, ਉਹਦੇ ਪੱਗ ਬੰਨੀ ਆ ਸਾਈਡ ਤੇ, ਇਹੋ ਜਿਹੀਆਂ ਤੁਸੀਂ ਉੱਚੀਆਂ ਤੇ ਸੌੜੀ ਸੋਚ ਵਾਲੀਆਂ ਗੱਲਾਂ ਕਰਦੇ ਹੋ, ਇਹ ਬੜੀਆਂ ਮੰਦਭਾਗੀਆਂ ਨੇ, ਇਹ ਇੱਕ ਵਿਤਕਰਾ ਪਾਉਣ ਵਾਲੀਆਂ ਗੱਲਾਂ ਨੇ। ਵੇਖੋ ਜੀ, ਮੇਨ ਜਿਵੇਂ ਹੁਣ ਇੱਕ ਰਾਈਟਰ ਤੇ ਹੁਣ ਪਰਚਾ ਹੋਇਆ ਜੀ, ਕਹਿੰਦੇ ਇਹਨਾਂ ਨੇ ਜਿਹੜੀ ਕਲਮ
ਇਹਨਾਂ ਨੇ ਗਾਣਾ ਗਲਤ ਲਿਖਿਆ, ਕਿਸਾਨਾਂ ਨੂੰ ਭੜਕਾਉਣ ਵਾਲਾ ਕੰਮ ਕੀਤਾ ਜੀ, ਲੋਕਾਂ ਨੂੰ ਭੜਕਾਉਣ ਵਾਲਾ। ਤੇ ਜਿਹੜਾ ਹੁਣ ਤੁਸੀਂ ਦੱਸ ਰਹੇ ਹੋ, ਜਿਹੜਾ ਬੰਦੇ ਨੂੰ ਸ਼੍ਰੀ ਸਾਹਿਬ ਪਵਾ ਕੇ ਤੇ ਉਹਦੇ 'ਚ ਉੱਥੇ ਉਹਨੂੰ ਲਿਜਾਇਆ ਗਿਆ, ਤੇ ਕੀ ਉਹ ਭਾਵਨਾਵਾਂ ਨਹੀਂ ਭੜਕਾ ਰਿਹਾ ਜੀ ਬੰਦਾ? ਤੁਸੀਂ ਦੇਖੋ ਕਿਸਾਨੀ ਅੰਦੋਲਨ ਦੇ ਵਿੱਚ ਕਈ ਜਥੇਬੰਦੀਆਂ ਨੇ, ਕਈ ਬੰਦੇ ਫੜੇ ਨੇ। ਮੈਨੂੰ ਤੁਸੀਂ ਦੱਸੋ ਅੱਜ ਤੱਕ ਕਿਸੇ ਇੱਕ ਤੇ ਵੀ ਪਰਚਾ ਹੋਇਆ? ਕਿਸੇ ਨੈਸ਼ਨਲ ਮੀਡੀਆ ਨੇ ਇੱਕ ਵੀ ਦਿਖਾਇਆ? ਗੋਦੀ ਮੀਡੀਆ ਨੇ ਨਹੀਂ ਦਿਖਾਇਆ, ਨਾ ਦਿਖਾਇਆ, ਨਾ ਕੋਈ ਪਰਚਾ ਹੋਇਆ। ਠੀਕ ਹੈ, ਸ਼੍ਰੀ ਬਰਾੜ ਤੇ ਪਰਚਾ ਹੋਇਆ ਜੀ। ਠੀਕ ਹੈ, ਉਹਨਾਂ ਦੇ ਪਰਚਾ ਆਇਆ ਕਿ ਉਹਨਾਂ ਨੇ ਗਨ ਨੂੰ ਪ੍ਰਮੋਟ ਕੀਤਾ। ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਬੰਬ ਹੁੰਦੇ ਨੇ, ਪਿਸਟਲਸ ਹੁੰਦੇ ਨੇ, ਉਹ ਨਹੀਂ ਪ੍ਰਮੋਟ ਕਰਦੀਆਂ ਉਹਨਾਂ ਚੀਜ਼ਾਂ ਨੂੰ। ਜਿਵੇਂ ਹੁਣ ਇਹਨਾਂ ਦੇ ਅਕਸ਼ੇ ਕੁਮਾਰ ਜੀ ਨੇ, ਅਮਿਤਾਭ ਬੱਚਨ ਜੀ ਨੇ, ਜਾਂ ਸਲਮਾਨ ਖਾਨ ਜੀ ਨੂੰ, ਉਹ ਵੱਡੇ ਵੱਡੇ ਗੋਲੇ ਸੁੱਟਦੇ ਆ, ਵੱਡੀਆਂ ਵੱਡੀਆਂ ਗੰਨਾਂ ਨਾਲ ਅਟੈਕ ਕਰਦੇ ਆ, ਉਹ ਪ੍ਰਮੋਟ ਨਹੀਂ ਕਰਦੇ। ਇਹ ਬਹੁਤ ਮਾੜੀ ਗੱਲ, ਮੰਦਭਾਗੀ ਆ ਜੀ। ਮੈਂ ਮਤਲਬ ਇਸ ਚੀਜ਼ ਨੂੰ ਅਸਲ 'ਚ ਜਿਹੜਾ ਇਹਦੇ ਪਿੱਛੇ ਇੱਕ ਕਾਰਨ ਆ ਨਾ, ਇਹ ਮੰਨ ਸਕਦੇ ਆ ਵੀ PM ਕੇਅਰ ਫੰਡ 'ਚ ਨਾ ਉਹਨਾਂ ਦਾ ਯੋਗਦਾਨ ਜਾਂਦਾ। ਹੋ ਸਕਦਾ ਜੀ, ਤਾਂ ਜੀ ਹੋ ਸਕਦਾ। ਇਸ ਚੀਜ਼ ਨੂੰ ਮੰਨ ਸਕਦੇ ਤੁਸੀਂ ਵੀ ਇਹਦਾ ਕਾਰਨ ਹੀ ਹੋ ਸਕਦਾ ਜੀ? ਹੋ ਸਕਦਾ ਵੀ ਉਧਰਲੇ ਪਾਸੇ ਨਹੀਂ ਆਉਂਦੇ। ਮੈਂ ਉਸ ਗੱਲ ਤੇ ਟਿੱਪਣੀ ਨਹੀਂ ਕਰ, ਮੈਨੂੰ ਨਹੀਂ ਉਸ ਬਾਰੇ ਪੂਰੀ ਜਾਣਕਾਰੀ ਨਹੀਂ, ਜਿਸ ਚੀਜ਼ ਦੀ ਜਾਣਕਾਰੀ ਨਹੀਂ ਉਹਦੇ ਬਾਰੇ। ਜਿਵੇਂ ਹੁਣ ਇਹਨਾਂ ਨੇ ਕਰੋਨਾ ਦਾ ਦੌਰ ਚੱਲਿਆ ਜੀ, ਕਿੰਨੇ ਲੋਕ ਜਿਹੜੇ ਵੀ ਉਹ ਕਰੋਨਾ ਦੀ ਮਹਾਮਾਰੀ ਦੇ ਉਠਾ ਕੇ ਮਰੇ ਆ ਜੀ। ਇਹਦਾ ਜਿਹੜਾ ਕਿ ਇਹ ਸਿਹਰਾ ਇਹ ਜਾਂਦਾ ਹੈ ਵੀ ਇਹਨੂੰ ਆਪਦੇ ਸਿਰ ਤੇ ਲੈਣਾ ਚਾਹੀਦਾ ਸੀ, ਵੀ ਮੇਰੀ ਵਜ੍ਹਾ ਕਰਕੇ ਭਾਰਤ ਦੇ ਵਿੱਚ, ਆਪਣੇ ਦੇ ਵਿੱਚ ਇੰਨੀ ਮਹਾਮਾਰੀ ਆ ਗਈ ਜੀ ਦੂਜੇ ਦੇਸ਼ਾਂ ਤੋਂ। ਜਿਹੜਾ ਕਿ ਐਕਸ਼ਨ ਇਹਨਾਂ ਨੂੰ ਪਹਿਲਾਂ ਲੈਣਾ ਚਾਹੀਦਾ ਸੀ, ਉਹ ਨਹੀਂ ਲਿਆ। ਕਿੰਨੀਆਂ ਮੌਤਾਂ ਆਪਣੇ ਇੱਥੇ ਕਰਾਈਆਂ, ਲੋਕਾਂ ਨੂੰ ਘਰਾਂ ਦੇ ਵਿੱਚ ਤਾੜਤਾ। ਉਹ ਚੀਜ਼ ਦਾ ਜਿਹੜਾ ਇਹ ਸਿੱਟਾ ਨਿਕਲਦਾ ਪਿਆ, ਉਹ ਤਾਂ ਇਹ ਆਪਦੇ ਸਿਰ ਤੇ ਲੈਂਦੇ ਨਹੀਂ ਜੀ। ਦੇਖੋ ਸਰ, ਗੱਲ ਇਸ ਤਰ੍ਹਾਂ ਹੈ ਜਸਕਰਨ ਜੀ, ਮੈਂ ਇੱਕ ਗੱਲ ਦੱਸਦਾ। ਜਦੋਂ ਮੈਂ ਇੱਕ ਜਗ੍ਹਾ, ਮੈਂ ਇੱਕ ਰਾਜਾ, ਦੇਸ਼ ਦਾ ਇਹ ਰਾਜੇ ਨੇ ਇਸ ਟਾਈਮ ਜੋ ਮਤਲਬ PM ਨੇ, ਉਹ ਸਾਡੇ ਰਾਜੇ ਨੇ। ਬਿਲਕੁਲ। ਜੇ ਰਾਜੇ ਦਾ ਰਾਜ ਸਹੀ ਨਹੀਂ ਚੱਲੇਗਾ, ਜੇ ਆਮ ਆਦਮੀ ਦੀਆਂ ਇਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਰਾਜੇ ਦੀ ਆ। ਰਾਜੇ ਕੌਣ ਨੇ ਇਸ ਟਾਈਮ ਸੈਂਟਰ ਦੇ ਵਿੱਚ? ਮੋਦੀ ਸਾਹਿਬ ਨੇ, BJP ਸਰਕਾਰ ਦੇ ਨੇ, ਨਰਿੰਦਰ ਮੋਦੀ ਜੀ ਨੇ। ਉਹ ਜੇ ਮੰਨ ਲਓ ਚੰਗਾ ਹੋਏਗਾ ਤੇ ਉਹ ਵੀ ਉਹਨਾਂ ਦੇ ਖਾਤੇ 'ਚ ਜਾਏਗਾ, ਜੇ ਮਾੜਾ ਹੋਏਗਾ ਤੇ ਉਹ ਵੀ ਉਹਨਾਂ ਦੇ ਖਾਤੇ 'ਚ ਹੀ ਜਾਏਗਾ। ਜਿੰਮੀ ਸੰਧੂ ਜੀ, ਕੋਈ ਜਿਵੇਂ ਹੁਣ ਮੋਦੀ ਸਾਹਿਬ ਉੱਤੇ ਬੈਠੇ ਨੇ, ਚਲੋ ਪ੍ਰਧਾਨ ਮੰਤਰੀ ਨੇ, ਹਰੇਕ ਚੀਜ਼ ਵਾਲਾ ਪਾਸਾ ਉਹ ਨਹੀਂ ਵੇਖ ਸਕਦੇ। ਇਹ ਹੁਣ ਐਡਾ ਸੰਘਰਸ਼ ਆ, ਇੰਟਰਨੈਸ਼ਨਲ ਲੈਵਲ ਤੇ ਸੰਘਰਸ਼ ਆ ਗਿਆ, ਕਿ ਇਹਨਾਂ ਦੇ ਨਾਲ ਕੋਈ ਜਿਹੜੇ ਵੱਡੇ ਲੀਡਰ ਨੇ BJP ਦੇ ਹੋਰ ਬੈਠੇ ਆ, ਉਹ ਇਹਨਾਂ ਨੂੰ ਰੋਕਦੇ ਨੇ ਵੀ ਤੁਸੀਂ ਇਹ ਕੀ ਕਰ ਰਹੇ ਹੋ? ਰੋਕਦੇ ਐਕਚੁਅਲੀ ਜਿਹੜੀ BJP ਆ, ਉਹ ਮੈਂ ਸੋਚਦਾ ਕਿ ਮਤਲਬ ਦੋ ਬੰਦੇ ਉਹਨਾਂ ਨੂੰ ਚਲਾ ਰਹੇ ਨੇ ਇਸ ਟਾਈਮ, ਅਮਿਤ ਸ਼ਾਹ ਜੀ ਤੇ ਮੋਦੀ ਸਾਹਿਬ, ਹੋਰ ਕੋਈ ਨਹੀਂ। ਦੇਖੋ ਜਿਵੇਂ ਕਿਸਾਨ ਜਥੇਬੰਦੀਆਂ ਦਾ ਲਗਾਤਾਰ ਇਹ ਕਹਿਣਾ ਕਿ ਜਦੋਂ ਕੋਈ ਗੱਲ ਰੱਖਦੇ ਨੇ ਤੇ ਉਹ ਕਹਿੰਦੇ 5-10 ਮਿੰਟ ਬਾਅਦ ਉਹ ਥੋੜਾ ਜਿਹਾ ਇੱਕ ਟਾਈਮ ਲੈਂਦੇ ਨੇ, ਫਿਰ ਉਹ ਗੱਲ ਕਰਦੇ ਨੇ। ਹਾਂ, ਕਹਿੰਦੇ ਆ ਜੀ। ਇਹ ਜਥੇਬੰਦੀਆਂ ਦਾ ਵੀ ਇਹ ਕਹਿਣਾ ਹੈ। ਤੇ ਮੰਨ ਲਓ ਜੇ ਫਿਰ ਤੁਸੀਂ ਮੰਨ ਲਓ ਜੇ ਉਹਨਾਂ ਤੇ ਨਹੀਂ ਛੱਡਣੀ ਤੇ ਤੁਸੀਂ ਸਿੱਧੇ ਹੋ ਕੇ ਗੱਲ ਕਰ ਲਓ ਉਹਨਾਂ ਨਾਲ। ਕਿਸਾਨ ਕੋਈ ਬਾਹਰੋਂ ਥੋੜੀ ਆਇਆ, ਤੁਹਾਡਾ ਹੀ ਆ, ਆਪਣਾ ਸਟੇਟਾਂ ਦਾ ਹੀ ਹੈ। ਜੇ ਤੁਸੀਂ ਕਹਿੰਦੇ ਹੋ ਕੱਲਾ ਪੰਜਾਬ ਬੈਠਾ, ਪੰਜਾਬ ਨਹੀਂ ਬੈਠਾ, ਉੱਥੇ ਹਰਿਆਣਾ, ਰਾਜਸਥਾਨ, UP, ਹਿਮਾਚਲ ਦੇ ਵੀ ਲੋਕ ਉੱਥੇ ਆਏ ਨੇ, ਬੜੇ ਲੋਕ ਉੱਥੇ ਬੈਠੇ ਨੇ। ਹਰ ਸਟੇਟ ਦਾ ਉੱਥੇ ਕਿਸਾਨ ਬੈਠਾ। ਤੁਸੀਂ ਖੁਦ ਗੱਲ ਕਰੋ, ਤੁਹਾਡੇ ਹੀ ਲੋਕ ਨੇ, ਅਸੀਂ ਤੁਹਾਡੇ ਹੀ ਆ। ਅਸੀਂ ਜੇ ਤੁਹਾਨੂੰ ਵੋਟਾਂ ਪਾ ਕੇ ਇੱਥੇ ਬਿਠਾਇਆ ਤੇ ਤੁਹਾਨੂੰ ਅੱਜ ਗੱਲ ਕਰਨ ਲੱਗਿਆ ਸਾਡੇ ਨਾਲ ਮਤਲਬ ਦਿੱਕਤ ਆ ਰਹੀ ਹੈ। ਤੁਸੀਂ ਗੱਲ ਹੀ ਨਹੀਂ ਕਰ ਰਹੇ। ਕੋਈ ਮੌਤਾਂ ਦੇ ਤੁਸੀਂ ਕੋਈ ਇੱਕ ਸ਼ੋਕ ਸੰਦੇਸ਼ ਨਹੀਂ ਦੇ ਰਹੇ। ਮੋਦੀ ਸਾਹਿਬ, ਤੁਸੀਂ PM ਹੋ, ਪ੍ਰਾਈਮ ਮਿਨਿਸਟਰ ਹੋ ਸਾਡੇ। ਤੁਹਾਨੂੰ ਇਸ ਜੇ ਮੰਨ ਲਓ ਚੰਗਾ ਹੋਏਗਾ, ਉਹਦੀ ਜਵਾਬਦੇਹੀ ਵੀ ਤੁਹਾਡੀ, ਮਤਲਬ ਜੇ ਚੰਗਾ ਹੋ ਰਿਹਾ ਉਹ ਤੁਹਾਨੂੰ ਕ੍ਰੈਡਿਟ ਹੈ। ਠੀਕ ਹੈ ਜੀ। ਜੇ ਭਾਰਤ ਮਤਲਬ ਹਿੰਦੁਸਤਾਨ ਦਾ ਨਾਮ ਮਤਲਬ ਵਿਦੇਸ਼ਾਂ 'ਚ ਜੇ ਲਿਆਏਗਾ, ਉਹ ਕ੍ਰੈਡਿਟ ਤੁਹਾਨੂੰ ਜਾਏਗਾ। ਜੇ ਹਿੰਦੁਸਤਾਨ ਦੇ ਵਿੱਚ ਕੋਈ ਗਲਤ ਚੀਜ਼ ਹੋਏਗੀ ਤੇ ਉਹ ਵੀ ਤੁਹਾਡੇ ਖਾਤੇ 'ਚ ਹੀ ਜਾਏਗੀ। ਬਿਲਕੁਲ ਜੀ। ਹਾਂਜੀ, ਜਾਣੀ ਤਾਂ ਚਾਹੀਦੀ ਹੈ, ਪਰ ਉਹ ਜਾਂਦੀ ਨਹੀਂ, ਜਾ ਨਹੀਂ ਰਹੀ। ਕਿਉਂਕਿ ਸਿਆਸਤ ਚੀਜ਼ ਹੀ ਇਹੋ ਜਿਹੀ ਹੈ ਜੀ। ਬਸ ਉਹ ਇੱਕੋ ਏਜੰਡੇ ਨੂੰ ਲੱਗੇ ਹੋਏ ਨੇ ਕਿ ਇਹਨੂੰ ਕਿਸਾਨੀ ਸੰਘਰਸ਼ ਨੂੰ ਕਿੱਦਾਂ ਖਤਮ ਕੀਤਾ ਜਾਵੇ। ਪਰ ਇੱਥੇ ਗੁਰੂ ਸਾਹਿਬ ਆਪ ਬੈਠੇ ਨੇ ਉੱਥੇ। ਬਿਲਕੁਲ ਜੀ। ਆਪ ਮਤਲਬ ਜਿਹੜਾ ਐਡਾ ਵੱਡਾ ਇਕੱਠ ਕਦੇ ਆਪਾਂ ਕਈ ਰੈਲੀਆਂ 'ਚ ਦੇਖਦੇ, ਉੱਥੇ ਮੈਨੇਜ ਨਹੀਂ ਹੁੰਦਾ ਗਾ। ਉੱਥੇ ਵੈਲ ਪਲਾਨ ਨਾਲ ਚੱਲ ਰਿਹਾ ਹੈ, ਮਤਲਬ ਵਧੀਆ ਤਰੀਕੇ ਨਾਲ ਚੱਲ ਰਿਹਾ, ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ। ਵੇਖੋ ਡਾਂਗਾਂ ਵੀ ਪਈਆਂ, ਅਥਰੂ ਗੈਸ ਦੇ ਗੋਲੇ ਵੀ ਸੱਟੇ ਗਏ, ਸਭ ਕੁਝ ਹੋਇਆ, ਪਰ ਫਿਰ ਵੀ ਸ਼ਾਂਤਮਈ ਪ੍ਰੋਟੈਸਟ ਹੋਇਆ ਜੀ। ਸ਼ਾਂਤਮਈ ਪ੍ਰੋਟੈਸਟ, ਠੀਕ ਹੈ। ਪ੍ਰੋਟੈਸਟ ਚੱਲ ਵੀ ਸ਼ਾਂਤਮਈ ਤਰੀਕੇ ਨਾਲ ਰਿਹਾ। ਤੁਸੀਂ ਇਹਨੂੰ ਚੱਲਣ ਦਿਓ ਨਾ। ਤਾਂ ਉਹਨਾਂ ਨੇ ਕੋਈ ਭੰਨ ਤੋੜ ਕੀਤੀ। ਬਿਲਕੁਲ ਜੀ। ਮੈਨੂੰ ਨਹੀਂ ਲੱਗਦਾ ਵੀ ਪਰਚੇ ਜ਼ਰੂਰ ਕੀਤੇ ਨੇ। ਪਰਚੇ ਤਾਂ ਚਲੋ ਉਹਦਾ ਸਰਕਾਰਾਂ ਜਿਹੜੀਆਂ ਨੇ ਧੱਕਾ ਤਾਂ ਕਰਨਾ ਹੀ ਆ।
ਨਹੀਂ ਪਰ ਇਹ ਗਲਤ ਗੱਲ ਆ। ਮੰਨ ਲਓ ਅਸੀਂ ਦਿੱਲੀ ਨੂੰ ਜਾਣਾ ਤੇ ਹਰਿਆਣਾ ਟੱਪ ਕੇ ਹੀ ਜਾਣਾ, ਬਿਲਕੁਲ। ਤੇ ਮੰਨ ਲਓ ਉੱਥੋਂ ਦੀ ਹਰਿਆਣਾ ਸਰਕਾਰ ਸਾਡੇ ਤੇ ਪਰਚੇ ਕਰੇ, ਕਿੱਡੀ ਮੰਦਭਾਗੀ ਗੱਲ ਆ। ਤੋਂ ਫਿੱਟ ਲਾਉਣ ਨੂੰ ਤਾਂ ਵੀ ਹੁਣ ਜਿਹੜੀਆਂ ਖੱਟੜ ਸਾਹਿਬ ਨੇ ਲਈਆਂ ਹੀ ਨੇ। ਬਿਲਕੁਲ, ਉਹਨਾਂ ਦਾ ਵਿਰੋਧ ਹੋਇਆ। ਠੀਕ ਹੈ, ਉਹਨਾਂ ਨੇ ਬੜਾ ਇੱਕ ਹੋਰ ਮਾੜਾ ਕੰਮ ਕੀਤਾ ਸੀਗਾ ਜੀ, ਜਿਹੜਾ ਇਹ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੇ ਕਾਰਨ ਜਦੋਂ ਉਹਨਾਂ SYL ਦਾ ਮੁੱਦਾ ਚੱਕ ਲਿਆ ਸੀ ਫਿਰ। ਹਾਂ ਠੀਕ ਹੈ ਜੀ। ਉਹ ਚੀਜ਼ ਕੋਈ ਸਹੀ ਸੀ ਇਹਨਾਂ ਵਾਸਤੇ? ਨਹੀਂ, ਉਹ ਚੀਜ਼ ਸਹੀ ਨਹੀਂ ਸੀ। ਦੇਖੋ ਜਿਹੜਾ ਪ੍ਰੋਟੈਸਟ ਤਾਂ ਖੇਤੀ ਕਾਨੂੰਨਾਂ ਨਾਲ, ਫਿਰ ਉਹਨਾਂ ਨੇ ਆਪਣਾ ਇਸ BJP ਦੀ ਸਰਕਾਰ ਆ, ਧਿਆਨ ਡਾਇਵਰਟ ਕਰਨਾ ਹੀ ਕਰਨਾ ਉਹਨਾਂ ਨੇ। ਉੱਥੇ ਫਿਰ ਉਹਨਾਂ ਨੇ SYL ਦਾ ਮੁੱਦਾ ਚੱਕਿਆ। SYL ਦਾ ਮੁੱਦਾ ਜਿਹੜੇ ਸਾਡੇ ਹਰਿਆਣੇ ਦੇ ਸਾਡੇ ਬਜ਼ੁਰਗ ਜਾਂ ਸਾਡੇ ਵੀਰ ਉੱਥੇ ਬੈਠੇ ਨੇ, ਉਹਨੇ ਕਿਹਾ ਜੇ ਸਾਡੇ ਕੋਲ ਜ਼ਮੀਨ ਹੀ ਨਹੀਂ ਆਏਗੀ ਅਸੀਂ ਪਾਣੀ ਨੂੰ ਕੀ ਕਰਨਾ ਹੈ। ਪਾਣੀ ਨੂੰ ਕਰਨਾ ਹੈ, ਸਹੀ ਗੱਲ। ਠੀਕ ਹੈ ਨਾ ਜੀ। ਉਹਨਾਂ ਨੇ ਆਪਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ 'ਚ ਨਾਕਾਮਯਾਬ ਰਹੇ। ਅਜੇ ਤੱਕ ਜਿੰਨੀਆਂ ਉਹ ਕੋਸ਼ਿਸ਼ਾਂ ਕਰ ਰਹੇ, ਕੋਸ਼ਿਸ਼ਾਂ 'ਚ ਕਾਮਯਾਬ ਨਹੀਂ ਹੋ ਪਾਏ। ਵੈਸੇ ਨਾ ਇੱਕ ਮੈਂ ਪ੍ਰੋਗਰਾਮ ਦੇਖ ਰਿਹਾ ਸੀ, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ SYL ਦਾ ਮੁੱਦਾ ਜਿਹੜਾ ਇੱਕ ਸਿਆਸੀ ਮੁੱਦਾ ਹੈ, ਅਸਲ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਉਹ ਜਾ ਹੀ ਰਿਹਾ ਹਰਿਆਣੇ ਨੂੰ। ਬਿਲਕੁਲ ਜਾ ਰਿਹਾ ਜੀ। ਬਾਕੀ ਹੁਣ ਜਿਸ ਤਰ੍ਹਾਂ ਇਹ ਪਾਰਟੀਆਂ ਵੱਲੋਂ ਹੀ ਪਾਏ ਗਏ ਵਿਤਕਰੇ ਨੇ, ਬਾਕੀ ਹਰਿਆਣਾ ਤੇ ਪੰਜਾਬ ਇੱਕ ਵੱਡਾ ਭਰਾ ਤੇ ਛੋਟੇ ਭਰਾ ਦੇ ਉਹ ਇੱਕ ਸਾਬਤ ਕੀਤਾ ਇਸ ਕਿਸਾਨੀ ਅੰਦੋਲਨ ਨੇ। ਸਾਨੂੰ ਮਿਲਿਆ ਵੀ ਬਹੁਤ ਕੁਝ ਹੈ ਇਸ ਕਿਸਾਨੀ ਅੰਦੋਲਨ ਤੋਂ। ਬਿਲਕੁਲ ਬਹੁਤ ਕੁਝ ਮਿਲਿਆ, ਬਹੁਤ ਕੁਝ ਮਿਲਿਆ। ਸਾਨੂੰ ਨੌਜਵਾਨਾਂ ਨੂੰ ਇਹ ਕਿਹਾ ਜਾਂਦਾ ਸੀ ਇਹ ਨਸ਼ੇੜੀ ਨੇ, ਨਸ਼ੇ ਕਰਦੇ ਨੇ। ਅੱਜ ਉੱਥੇ ਜਿਹੜੇ ਬੈਠੇ ਨੇ ਉਹ ਸਾਡੇ ਵੀਰ ਪੂਰੀ ਤਾਕਤ ਨਾਲ ਬੈਠੇ ਨੇ ਤੇ ਜਿੱਤ ਕੇ ਹੀ ਮੁੜਨਗੇ। ਮੈਂ ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਜਿੱਤਾਂਗੇ। ਪ੍ਰਮਾਤਮਾ ਜ਼ਰੂਰ ਤੁਹਾਡੀ ਅਰਦਾਸ ਸੁਣੇ ਜੀ। ਜਿਵੇਂ ਵਾਰ-ਵਾਰ ਤੁਸੀਂ ਪਹਿਲਾਂ ਵੀ ਹੁਣੇ ਕਿਹਾ ਜੀ, ਵੀ ਜਿਹੜਾ ਹੁਣ ਉੱਥੇ ਸੰਘਰਸ਼ ਚੱਲ ਰਿਹਾ ਜਿਹਦੇ ਵਿੱਚ ਜਿਹੜਾ ਗੁਰੂ ਸਾਹਿਬ ਦਾ ਥਾਪੜਾ, ਬਿਲਕੁਲ ਆਪ ਬਰਾਜਮਾਨ ਉੱਥੇ ਬੈਠੇ, ਗੁਰੂ ਸਾਹਿਬ ਦੇ ਬਾਜ ਨੇ ਉੱਥੇ, ਗੁਰੂ ਸਾਹਿਬ ਦੇ ਘੋੜੇ ਨੇ ਉੱਥੇ, ਫਿਰ ਸੱਚੀ ਨੀਤ ਨਾਲ ਗਏ ਹੋਏ ਨੇ ਨਾ ਜੀ। ਸੱਚੀ ਨੀਤ ਵਾਲਾ ਜਿਹੜਾ ਬੰਦਾ ਹੈ, ਸੱਚੀ ਆਤਮਾ ਸੱਚੀ ਨੀਤ ਨਾਲ ਉੱਥੇ ਜਿਹੜੇ ਬੰਦੇ ਬੈਠੇ ਨੇ, ਫਿਰ ਪ੍ਰਮਾਤਮਾ ਉਹਨਾਂ ਨੂੰ ਕਦੇ ਢਾਹ ਨਹੀਂ ਲੱਗਣ ਦਿੰਦਾ ਉਹਨਾਂ ਦੀ। ਬਿਲਕੁਲ। ਤੇ ਤੁਸੀਂ ਦੇਖੋ ਜਿਹੜੀ ਢਾਹ ਲੱਗ ਰਹੀ ਹੈ ਇਸ ਟਾਈਮ, ਇੱਕ ਆਪਾਂ ਕਹਿ ਸਕਦੇ ਸੀ ਕਿ ਜਿੰਨੇ ਵੀ ਬਿੱਲ ਆਉਂਦੇ ਤੇ ਕਦੇ ਕਿਸੇ ਦਾ ਵਿਰੋਧ ਨਹੀਂ ਹੋਇਆ। ਉਹ ਜਿਵੇਂ ਭਾਵੇਂ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਬਿੱਲ ਲਿਆਂਦਾ ਗਿਆ, ਪਰ ਕਿਸਾਨ ਇੱਕ ਇਹੋ ਜਿਹਾ ਕਿ ਉਹਨਾਂ ਨੇ ਤਾਂ ਆਪਣੇ ਅੰਗਰੇਜ਼ਾਂ ਦੇ ਟਾਈਮ ਤੇ ਆਪਦੇ ਬਿੱਲ ਤੇ ਹੱਕ ਲੈ ਲਏ ਸੀ। ਅਸੀਂ ਤਾਂ ਹੱਕ ਹੁਣ ਆਪਦਿਆਂ ਕੋਲੋਂ ਮੰਗ ਰਹੇ, ਅਸੀਂ ਲੈ ਲੈਣੇ ਆ ਆਪਦਿਆਂ ਕੋਲੋਂ। ਇਹ ਤਾਂ ਮਿਲਣੇ ਆ ਜੀ, ਹਾਂਜੀ, ਦੇਣੇ ਹੀ ਪੈਣੇ, ਲੈਣੇ ਆ, ਖਹਿੜਾ ਨਹੀਂ ਛੁੱਟਣਾ, ਲੈਣੇ ਆ ਜੀ, ਇੱਕ ਠੋਕ ਕੇ ਲੈਣੇ ਆ। ਚਲੋ ਬਹੁਤ ਵਧੀਆ ਗੱਲ ਹੈ ਜੀ। ਜਿਵੇਂ ਹੁਣ ਨਾ ਆਪਾਂ ਗੱਲ ਕਰਦੇ ਪਏ ਕਿਸਾਨਾਂ ਦੀ, ਆਪਣੇ ਹੱਕ ਨੇ, ਆਪਾਂ ਆਪਦੇ ਹੱਕ ਲੈਣ ਵਾਸਤੇ ਆਪਣੀ ਰਾਜਧਾਨੀ ਆ ਦਿੱਲੀ ਹੈ ਨਾ ਜੀ, ਦਿੱਲੀ ਜਾਣਾ। ਤਾਂ ਵੇਖ ਲਓ ਜੀ, ਜਿਹੜਾ ਉਹ ਬਾਰਡਰਾਂ ਤੇ ਹੁਣ ਰਾਜਸਥਾਨ ਬਾਰਡਰ ਤੇ ਜਿਹੜੇ ਕਿਸਾਨ ਆ ਰਹੇ ਉਹਨੂੰ ਰੋਕਿਆ ਜਾ ਰਿਹਾ। ਮੈਂ ਦੇਖਿਆ ਜੀ ਉਹ ਵੀਡੀਓ, ਬੜੀ ਮਤਲਬ ਇੱਕ ਡਰਾਉਣ ਵਾਲੀ ਜੀ ਵੀਡੀਓ ਆ। ਉੱਥੇ ਲਾਠੀ ਚਾਰਜ ਹੋ ਰਿਹਾ, ਅਥਰੂ ਗੈਸ ਦੇ ਗੋਲੇ ਉਹ ਦੱਸ ਰਹੇ ਸੀ। ਐਕਸਪਾਇਰੀ ਜਿਹੜੇ ਅਥਰੂ ਗੈਸ ਦੇ ਗੋਲੇ ਉਹ ਸੁੱਟੇ ਗਏ, ਟਰਾਲੀ 'ਚ ਅੱਗ ਲੱਗ ਗਈ, ਇੱਕ ਵੀਰ ਦੀ ਲੱਤ ਟੁੱਟ ਗਈ, ਫ੍ਰੈਕਚਰ ਹੋ ਗਿਆ ਜੀ, ਇੱਕ ਦੀ ਬਾਂਹ ਤੇ। ਮਤਲਬ ਸਾਨੂੰ ਐਦਾਂ ਲੱਗਦਾ ਹੀ ਨਹੀਂ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਪ੍ਰੋਟੈਸਟ ਨਹੀਂ ਕਰ ਸਕਦੇ। ਬਿਲਕੁਲ। ਮਤਲਬ ਇਹ ਗੱਲ ਕਿੱਧਰ ਨੂੰ ਜਾ ਰਹੀ ਆ? ਕੀ ਤੁਸੀਂ ਮਤਲਬ ਇਸ ਤਰ੍ਹਾਂ ਲੱਗ ਰਿਹਾ ਐਦਾਂ ਤਾਂ ਮੇਰੇ ਖਿਆਲ ਕਿਸੇ ਇੱਕ ਅੱਤਵਾਦੀ ਨਾਲ ਨਹੀਂ ਕੀਤਾ ਜਾਂਦਾ ਹੋਣਾ ਇੰਨਾ ਜ਼ੁਲਮ, ਕਿ ਤੁਸੀਂ ਸਾਡੇ ਹੀ ਲੋਕ ਹੋ, ਸਾਡੇ ਤੇ ਹੀ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ। ਬਿਲਕੁਲ। ਮਤਲਬ ਇਹ ਬੜੀ ਮਾੜੀ ਗੱਲ ਆ। ਬਟ ਤੁਸੀਂ ਇਹ ਵੇਖੋ, ਇਹ ਕਰ ਇਕੱਲੀ ਹਰਿਆਣਾ ਸਰਕਾਰ ਹੀ ਰਹੀ। ਉਧਰੋਂ ਰਾਜਸਥਾਨ ਤੋਂ ਤੁਸੀਂ ਐਂਟਰ ਕਰਨ ਦੇ, ਇੱਥੋਂ ਅਸੀਂ ਪੰਜਾਬ ਤੋਂ ਐਂਟਰ ਕਰਦੇ ਆ। ਤੇ ਇੱਕ ਮਤਲਬ ਖੱਟਰ ਸਾਹਿਬ, ਤੁਸੀਂ ਥੋੜਾ ਬਹੁਤ ਸੋਚੋ, ਥੋੜਾ ਬਹੁਤ ਜ਼ਰੂਰ ਸੋਚੋ। ਸੋਚਣਾ ਤਾਂ ਚਾਹੀਦਾ ਜੀ। ਹਾਂ, ਪਰ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ। ਮੈਂ ਤਾਂ ਇੱਕ ਗੱਲ ਖੁੱਲ੍ਹ ਕੇ ਕਹਿਣੀ ਚਾਹੂੰਗਾ ਜੀ ਚੈਨਲ ਦੇ ਰਾਹੀਂ, ਚਾਹੇ ਮੇਰਾ ਪਰਚਾ ਕਰੋ ਜਾਂ ਜੋ ਵੀ ਹੈ, ਤੁਹਾਡੀ ਮਰਜ਼ੀ ਹੈ। ਜਿਵੇਂ ਹੁਣ ਹਰਿਆਣੇ ਦੇ ਵਿੱਚ ਸਰਕਾਰ ਬਣੀ ਹੈ, ਉਹ ਰਲ ਕੇ ਬਣੀ ਹੈ ਜੀ, ਰਲਾ ਕੇ ਬਣੀ ਹੈ ਸਰਕਾਰ। ਤੇ ਜੇ ਮੰਨ ਕੇ ਚੱਲੋ ਵੀ ਜਿਹੜੇ ਆਪਣੇ ਕਿਸਾਨ ਨੇ, ਉਹ ਜਿਹੜਾ ਉਹਨਾਂ ਦੇ ਨਾਲ ਰਲਿਆ ਭਾਈਚਾਰਾ, ਉਹਨੂੰ ਘੇਰ ਲੈਣ ਜਾ ਕੇ, ਬਣਾਇਆ ਤਾਂ ਤੈਨੂੰ ਅਸੀਂ ਆ ਨਾ। ਬਿਲਕੁਲ ਜੀ। ਤੂੰ ਮਾਰਾ ਸਮਰਥਨ ਵਾਪਸ ਲੈ ਖਾ। ਹੋ ਰਿਹਾ ਜੀ ਉੱਥੇ ਮਤਲਬ ਵਿਰੋਧ ਹੋ ਰਿਹਾ। ਹੁਣ JJP ਦਾ ਵੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਉੱਥੇ। ਮਤਲਬ ਉਹਨਾਂ ਨੂੰ ਪਿੰਡਾਂ ਦੇ ਵਿੱਚ ਬੈਨਰ ਲਾ ਦਿੱਤੇ ਗਏ ਨੇ BJP ਦਾ, ਮਤਲਬ JJP ਦੇ ਲੋਕ ਸਾਡੇ ਮਤਲਬ ਜਿਹੜੇ ਸਿਆਸੀ ਲੀਡਰ ਨੇ ਉਹ ਸਾਡੇ ਇੱਥੇ ਪਿੰਡਾਂ 'ਚ ਨਾ ਵੜਨ। ਬਿਲਕੁਲ ਜੀ। ਹੁਣ ਜਿਵੇਂ ਇਹਨਾਂ ਨੇ ਤੁਸੀਂ ਗੱਲ ਕਰ ਰਹੀ ਅਥਰੂ ਗੈਸ ਦੇ ਗੋਲੇ ਜਿਹੜੇ ਐਕਸਪਾਇਰੀ ਡੇਟ ਵਾਲੇ ਸੁੱਟੇ ਆ ਜੀ, ਤੇ ਜਿਹੜੀ ਉਹ ਜ਼ਿੰਮੇਵਾਰੀ ਕਿਹਦੇ ਸਿਰ ਆਉਣੀ ਚਾਹੀਦੀ ਹੈ ਜੀ? ਸਰਕਾਰ ਤੇ ਹੋਣੀ ਚਾਹੀਦੀ ਹੈ ਜੀ। ਸਰਕਾਰ ਹੀ ਜ਼ਿੰਮੇਵਾਰ ਆ। ਇਹ ਖੱਟੜ ਸਰਕਾਰ ਤੇ ਹੀ ਹੋਣੀ ਚਾਹੀਦੀ। ਬਿਲਕੁਲ, ਸਰਕਾਰ ਜ਼ਿੰਮੇਵਾਰ ਆ। ਮਤਲਬ ਮੇਰਾ ਹੱਕ ਮੰਗਣਾ ਮੇਰਾ ਇੱਕ ਰਾਈਟ ਆ। ਤੁਸੀਂ ਮੈਨੂੰ ਹੱਕ ਹੀ ਨਹੀਂ ਮੰਗਣ ਦੇ ਰਹੇ। ਚਲੋ ਗੋਲੇ ਸੁੱਟ ਲਓ, ਪਰ ਕਮ ਸੇ ਕਮ ਉਹਨਾਂ ਦੀ ਐਕਸਪਾਇਰ ਤਾਂ ਨਾ ਹੋਏ ਹੋਣ। ਬਿਲਕੁਲ। ਉਹ ਵੀਡੀਓ ਦੇ ਵਿੱਚ ਮੈਂ ਦੇਖਿਆ ਜੀ, ਉਹਦੇ ਵਿੱਚ ਬੋਲ ਰਿਹਾ ਹੈ ਐਕਸਪਾਇਰੀ ਵੀ ਸੁੱਟ ਰਹੇ ਨੇ, ਮਤਲਬ ਟਰਾਲੀ ਤੇ ਅੱਗ ਲੱਗੀ। ਕਿੰਨੀਆਂ ਵੀਡੀਓ ਵਾਇਰਲਸ ਹੋਈਆਂ ਜੀ, ਤੁਸੀਂ ਦੇਖਿਆ ਹੀ ਆ। 3rd ਡਿਗਰੀ ਟੌਰਚਰ ਕਰਨ ਤੇ ਆ ਗਏ ਜੀ ਹੁਣੇ। ਲੱਗਦਾ ਚਲੋ ਜਿੰਨਾ ਮਰਜ਼ੀ ਤਸ਼ੱਦਦ ਕਰੋ, ਪਰ ਆਖਰਕਾਰ ਅਸੀਂ ਜਿੱਤਾਂਗੇ। ਕਿਸਾਨ ਜਿੱਤੇਗਾ ਤੇ ਜਿੱਤ ਨਾਲ ਹੀ ਮੁੜੇਗਾ। ਬਿਲਕੁਲ ਜੀ। ਜਿਵੇਂ ਹੁਣ ਇੱਕ ਨਿੱਕੀ ਜਿਹੀ ਘਟਨਾ ਹੋ ਜਾਂਦੀ ਆ ਜੀ, ਕੋਈ ਵੀ ਆ,
ਨੈਸ਼ਨਲ ਮੀਡੀਆ ਭੱਜ ਕੇ ਪਹੁੰਚਦਾ ਜੀ ਉੱਥੇ ਜੀ ਉੱਥੇ ਜਾ ਕੇ ਵਿਖਾਉਂਦਾ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਜੀ ਫਲਾਨਾ ਹੋ ਗਿਆ ਜੀ। ਹੁਣ ਤੁਸੀਂ ਮੈਨੂੰ ਦੱਸੋ ਐਕਸਪਾਇਰੀ ਡੇਟ ਵਾਲੇ ਜਿਹੜੇ ਗੋਲੇ ਆ ਇਹਨਾਂ ਬਾਰੇ ਕੁਝ ਵੀ ਨਹੀਂ ਬੋਲਿਆ ਉਹਨਾਂ ਨੇ। ਕੁਛ ਨਹੀਂ ਬੋਲਿਆ ਜਾ ਰਿਹਾ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਜੀ, ਆ ਜੀਓ ਦਾ ਮੈਟਰ ਚੱਲਿਆ ਸੀ, ਉਹ 1500 ਟਾਵਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਜੀ, ਉਹ ਕਰ ਦਿੱਤਾ। ਨੈਸ਼ਨਲ ਨਿਊਜ਼ ਨੇ ਕਿੰਨੀ ਵਾਰ ਦਿਖਾਇਆ, ਉਹ ਇੱਕ ਐਕਟਰ ਸੀ ਸੁਸ਼ਾਂਤ ਇੱਕ ਐਕਟਰ ਸੀਗਾ, ਉਹਦੀ ਡੈਥ ਹੋ ਜਾਂਦੀ ਹੈ, ਉਹ 1.5 ਮਹੀਨਾ ਉਹ ਚੱਲਦਾ ਹੈ। ਜੀਓ ਦੇ ਟਾਵਰਾਂ ਵਾਸਤੇ 2 ਦਿਨ 3 ਦਿਨ ਲਗਾਤਾਰ ਡਿਬੇਟ ਹੋ ਰਹੀ ਹੈ ਤੇ ਕਿਸੇ ਨੇ ਇਸ ਗੱਲ ਤੇ ਕੋਈ ਡਿਬੇਟ ਨਹੀਂ ਕੀਤੀ ਕਿ ਜਿਹੜੀਆਂ ਲਾਸ਼ਾਂ ਜਾ ਰਹੀਆਂ ਪੰਜਾਬ ਨੂੰ, ਜੀਓ ਦੇ ਟਾਵਰ ਤਾਂ ਫਿਰ ਠੀਕ ਹੋ ਜਾਣਗੇ। ਜਿਸ ਘਰੇ ਬੱਚੇ ਦੀ ਲਾਸ਼ ਆਏਗੀ, ਜਿਸ ਮਾਂ ਕੋਲੇ ਜਿਹਦੀ ਲਾਸ਼ ਆਏਗੀ ਬੱਚੇ ਦੀ, ਉਹ ਮਾਂ ਦਾ ਦਰਦ ਦੱਸੋ, ਉਸ ਪਿਓ ਦਾ ਦਰਦ ਦੱਸੋ, ਉਹਦਾ ਕੌਣ ਜ਼ਿੰਮੇਵਾਰ ਹੈ? ਉਸ ਭੈਣ ਦਾ, ਭਰਾ ਜੀ ਦਾ ਚਲਾ ਜਾਂਦਾ ਹੈ ਜਾਂ ਜਿਹਦਾ ਪਿਓ ਗਿਆ, ਜਿਹਦਾ ਚਾਚਾ ਗਿਆ, ਉਹਦਾ ਦਰਦ, ਉਹਦਾ ਕੌਣ ਜ਼ਿੰਮੇਵਾਰ ਆ? ਸਰਕਾਰ ਜ਼ਿੰਮੇਵਾਰ, ਸਰਕਾਰ ਹੀ ਜ਼ਿੰਮੇਵਾਰ ਆ। ਸਰਕਾਰ, ਨੈਸ਼ਨਲ ਮੀਡੀਆ ਦਾ ਇਸ ਪਾਸੇ ਕੋਈ ਧਿਆਨ ਨਹੀਂ ਜਾ ਰਿਹਾ। ਜੀ ਠੀਕ ਹੈ ਜੀ। ਆ ਹੁਣ ਬਾਰਿਸ਼ਾਂ ਦੇ ਵਿੱਚ, ਉਹ ਦਿਨਾਂ ਦੇ ਵਿੱਚ 2 ਦਿਨ ਉਹ ਲਗਾਤਾਰ ਉੱਥੇ ਬਾਰਿਸ਼ ਪਈ ਹੈ ਜੀ। ਠੀਕ ਹੈ, ਕਿਹੋ ਜਿਹਾ ਮਾਹੌਲ ਸੀ ਉਹ ਨੈਸ਼ਨਲ ਮੀਡੀਆ ਨੇ ਨਹੀਂ ਦਿਖਾਇਆ, ਬਿਲਕੁਲ ਨਹੀਂ ਵਿਖਾਇਆ। ਠੀਕ ਹੈ ਜੀ। ਸਾਡੇ ਬੂਟ ਜ਼ਰੂਰ ਦਿਖਾਏ, ਸਾਡੀ ਜੀਨ ਦਿਖਾਈ, ਸਾਡੇ ਕੱਪੜੇ ਦਿਖਾਏ, ਅਸੀਂ ਕੀ ਖਾਂਦੇ ਆ, ਪੀਜ਼ੇ ਖਾਂਦੇ ਆ, ਇਹ ਚੀਜ਼ਾਂ ਜ਼ਰੂਰ ਦਿਖਾਈਆਂ। ਉਹਨਾਂ ਨੇ ਇੱਕ ਚੀਜ਼ ਹੋਰ ਉਹਨਾਂ ਨੂੰ ਲੱਭੀ ਨਹੀਂ ਅਸਲ 'ਚ ਜੀ, ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ, ਉਹਨਾਂ ਜ਼ੋਰ ਵੀ ਬੜਾ ਲਾਇਆ ਵੀ ਇਹ ਜਿਹੜਾ ਹੁਣ ਮੈਂ ਪਿੱਛੇ ਜੇ ਵੇਖ ਰਿਹਾ ਇੱਕ ਖੰਡਾ ਸਾਹਿਬ ਬਣਿਆ ਜੀ ਖਾਲਸਾ ਐਡ ਵਾਲਿਆਂ ਦੇ, ਉਹਦੇ ਵਿੱਚ ਲਿਖਿਆ ਜੀ ਖਾਲਸਾ ਐਡ। ਮੈਂ ਉਹਨੂੰ ਵੇਖ ਰਿਹਾ ਵਾਰ ਲਿਜਾ ਕੇ ਉੱਤੇ ਵਿਖਾ ਰਹੇ ਸੀ ਇਹ ਅੱਤਵਾਦੀ ਹੈ ਜੀ, ਇਹਨਾਂ ਨੂੰ ਬਾਹਰੋਂ ਫੰਡਿੰਗ, ਇਹਨਾਂ ਨੂੰ ਆਹ ਫੰਡਿੰਗ ਫਲਾਨਾ। ਉਹ ਯਾਰ ਸਬੂਤ ਤਾਂ ਦਿਓ। ਉਹਨਾਂ ਨੇ ਲਾਈਵ ਹੋ ਕੇ ਮੰਗਿਆ ਸਰਦਾਰ ਰਵੀ ਸਿੰਘ ਜੀ, ਮੈਂ ਉਹਨਾਂ ਨੂੰ ਪ੍ਰਣਾਮ ਕਰਦਾ, ਉਹਨਾਂ ਨੂੰ ਫਤਿਹ ਬੁਲਾਉਣਾ ਜਿਹੜੇ ਬੰਦੇ ਨੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ। ਮੈਂ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਆਪਦੇ ਦਿਲੋਂ ਉਹਨਾਂ ਦਾ ਤਹਿ ਦਿਲੋਂ ਉਹਨਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਕ ਸਾਰੇ ਇੰਡੀਆ ਭਾਰਤ ਦੇ ਵਿੱਚ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਸਿੱਖਾਂ ਦਾ ਨਾਮ ਉੱਚਾ ਕੀਤਾ। ਮੈਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਇੱਕ ਫਤਿਹ ਦੀ ਸਾਂਝ ਜ਼ਰੂਰ ਬੁਲਾਉਂਗਾ ਉਹਨਾਂ ਨੂੰ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਫਤਿਹ ਬੁਲਾਈ ਗਈ ਹੈ ਜੀ ਸਰਦਾਰ ਰਵੀ ਸਿੰਘ ਖਾਲਸਾ ਜੀ, ਜਿਹੜੇ ਖਾਲਸਾ ਐਡ ਵਾਲੇ ਆ, ਉਹਨਾਂ ਨੂੰ ਯਾਦ ਕਰਕੇ ਫਤਿਹ ਬੁਲਾਈ ਗਈ ਹੈ ਜੀ। ਸੋ ਜੇ ਹੋ ਸਕੇ ਤੇ ਇਹ ਜਿਹੜੀ ਇਹ ਸਾਡੀ ਖਬਰ ਆ ਜਾਂ ਇਹ ਫਤਿਹ ਆ, ਇਹਦਾ ਜਿਹੜਾ ਜਵਾਬ ਹੈ ਸਰਦਾਰ ਰਵੀ ਸਿੰਘ ਜੀ ਸਾਨੂੰ ਜ਼ਰੂਰ ਦੇਣ ਜੀ। ਸੋ ਆਓ ਆਪਾਂ ਅੱਗੇ ਗੱਲਬਾਤ ਚਾਲੂ ਕਰਦੇ ਹਾਂ ਜੀ। ਜਿਵੇਂ ਹੁਣ ਜੀ ਨਿਊਜ਼ ਵਾਲੇ ਆ ਜੀ, ਉੱਥੇ ਜਿਹੜੇ ਕਿਸਾਨ ਗੋਦੀ ਮੀਡੀਆ ਜੀ, ਸੌਰੀ ਮੈਂ ਭੁੱਲ ਗਿਆ ਸੀ ਗੋਦੀ ਮੀਡੀਆ ਕਹਿਣਾ, ਗੋਦੀ ਮੀਡੀਆ ਜੀ। ਕਿਸਾਨ, ਬਜ਼ੁਰਗ ਕਿਸਾਨ ਜਿਹੜੇ ਉੱਥੇ ਬੈਠੇ ਸੀ, ਉਹਨਾਂ ਦੇ ਮਸ਼ੀਨਾਂ ਲੱਗੀਆਂ ਨੇ, ਉਹਨਾਂ ਦੀਆਂ ਜਿਹੜੀਆਂ ਲੱਤਾਂ ਨੇ ਉਹ ਘੁੱਟਦੀਆਂ ਨੇ, ਉਹਨਾਂ ਨੂੰ ਆਰਾਮ ਮਿਲਦਾ ਪਿਆ। ਉਹ ਉੱਥੇ ਉਹ ਬੈਠੇ ਵਾਰ ਉਹ ਵਿਖਾ ਰਹੇ ਸੀ ਇਹ ਇਹਨਾਂ ਨੂੰ, ਕਿਸਾਨਾਂ ਨੂੰ ਇਹ ਨਹੀਂ ਪਤਾ ਇਹਨਾਂ ਤੋਂ ਕੀ ਕਰਵਾਇਆ ਜਾ ਰਿਹਾ। ਦੇਖੋ ਜੀ, ਮੈਂ ਹੁਣ ਇੱਥੇ ਬੈਠਾ, ਮੇਰੀਆਂ ਕੋਈ ਲੱਤਾਂ ਘੁੱਟੀ ਜਾਂਦਾ ਆ ਕੇ ਬੈਠਾ ਨਾ, ਮੈਨੂੰ ਤਾਂ ਆਰਾਮ ਮਿਲ ਰਿਹਾ ਨਾ, ਰਿਲੀਫ ਮਿਲ ਰਿਹਾ। ਹੁਣ ਮੈਨੂੰ ਦੱਸੋ ਵੀ ਮੈਨੂੰ ਉਹ ਮੇਰੇ ਤੋਂ ਕੀ ਕਰਵਾ ਲੈਣਗੇ? ਠੀਕ ਹੈ ਜੀ। ਮੰਨ ਲਓ ਮੈਂ ਜਿੰਨਾ ਚਿਰ ਨਹੀਂ ਚਾਹੁੰਦਾ ਮੇਰੇ ਤੋਂ ਕੀ ਕਰਵਾ ਲੈਣਗੇ। ਤੇ ਗੋਦੀ ਮੀਡੀਆ ਇਹੋ ਗੱਲ ਕਹੀ ਜਾਂਦੇ ਨੇ ਵੀ ਇਹਨਾਂ ਨੂੰ ਨੈਸ਼ਨਲ ਫੰਡਿੰਗ ਹੈ ਜੀ, ਜਿਹੜੀ ਇੰਟਰਨੈਸ਼ਨਲ ਫੰਡਿੰਗ ਹੈ, ਪਾਕਿਸਤਾਨ ਫੰਡ ਕਰਦਾ ਜੀ, ਉਹ ਕਰਦਾ। ਉਹ ਇਹਨਾਂ ਨੂੰ ਕਹਿਣ ਵਾਲਾ ਹੋਵੇ ਸੋ ਪਾਕਿਸਤਾਨ ਦਾ ਵਿਚਾਰਾ ਆਪ ਰੁਲਿਆ ਪਿਆ। ਚਲੋ ਜੇ ਉਹਨਾਂ ਕੋਲ ਇੰਨਾ ਹੀ ਪੈਸਾ ਹੁੰਦਾ ਤੂੰ ਆਪਦੇ ਦੇਸ਼ ਨੂੰ ਵਿਚਾਰੇ ਸੁਧਾਰਦੇ, ਉਹਨਾਂ ਨੇ ਇੱਧਰ ਕਾਹਦੀ ਫੰਡਿੰਗ ਕਰਾਉਣੀ ਹੈ ਜੀ? ਇਹ ਉਹਨਾਂ ਨੂੰ ਤਾਂ ਸਗੋਂ ਫੰਡ ਵੇਖੋ, ਜਦੋਂ ਇਹਨਾਂ ਨੇ ਆਪਣਾ ਖੋਲਿਆ ਜੀ, ਆਪਣਾ ਜਿਹੜਾ ਬਾਰਡਰ ਖੋਲਿਆ ਸੀ ਇਹਨਾਂ ਨੇ, ਨਨਕਾਣਾ ਸਾਹਿਬ ਵਾਲਾ ਜਾਂ ਉਧਰ ਸੀਗਾ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੋਲਿਆ, ਤੇ ਉਸ ਲਾਂਘੇ 'ਚ ਉਹਨਾਂ ਨੇ ਕਿੰਨੀ ਫੰਡਿੰਗ ਕਰਕੇ ਉਹਨਾਂ ਨੂੰ ਕਿੰਨਾ ਫੰਡ ਦੇਤਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਤੇ ਉਹ ਹੁਣ ਜਿਹੜੇ ਲੋਕ ਨੇ ਹੁਣ ਪਾਕਿਸਤਾਨ ਤੋਂ ਫੰਡ ਲੈਣਗੇ ਜੀ, ਸਾਨੂੰ ਫੰਡ ਦਿਓ ਵੀ ਅਸੀਂ ਆਹ ਕੁਝ ਕਰਨਾ। ਤੇ ਸਾਡੀਆਂ, ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ, ਸਾਡੀਆਂ ਏਜੰਸੀਆਂ ਕਿੱਥੇ ਨੇ? ਉਹ ਕਿੱਥੇ ਸੌਂ ਰਹੀਆਂ ਨੇ? ਜੇ ਸਾਨੂੰ ਬਾਹਰੋਂ ਫੰਡਿੰਗ ਹੋ ਰਹੀ ਹੈ ਤਾਂ ਏਜੰਸੀਆਂ ਕੀ ਕਰ ਰਹੀਆਂ? ਦੱਸਣ ਕਿੱਥੋਂ ਹੋ ਰਹੀ? ਏਜੰਸੀਆਂ ਦੱਸਣ ਸਾਨੂੰ ਕਿ ਇੱਥੋਂ ਫੰਡਿੰਗ ਹੋ ਰਹੀ। ਸਾਨੂੰ ਤਾਂ ਫੰਡਿੰਗ ਬਾਬਾ ਨਾਨਕ ਜੀ 20 ਰੁਪਏ ਦੇ ਲੰਗਰ ਤੋਂ ਹੀ ਸਾਡੀ ਫੰਡਿੰਗ ਸ਼ੁਰੂ ਕਰ ਗਏ ਸੀਗੀ, ਤੇ ਇਹ ਘਟੇਗਾ ਨਹੀਂ, ਇਹ ਵਧੇਗਾ ਹੀ। ਜਿੰਨਾ ਇਹਨੂੰ ਦਬਾਓਗੇ ਸਿੱਖ ਕੌਮ ਓਨੀ ਉੱਭਰ ਕੇ ਉੱਤੇ ਆਏਗੀ, ਓਨੀ ਉੱਭਰ ਕੇ ਉੱਪਰ। ਹਾਂਜੀ, ਇਹ ਲੰਗਰ ਹਮੇਸ਼ਾ ਚੱਲਦੇ ਰਹਿਣਗੇ, ਇਹ ਚੱਲਣਗੇ, ਚੱਲਦੇ ਰਹਿਣਗੇ। ਵੇਖੋ ਜੀ, ਗੁਰੂ ਸਾਹਿਬ ਦੀ ਕਿਰਪਾ, ਬਿਲਕੁਲ ਬਾਬੇ ਨਾਨਕ ਦੀ ਪੂਰੀ ਕਿਰਪਾ ਹੈ, ਬਾਬਾ ਜੀ ਦੀ। ਬਿਲਕੁਲ ਜੀ, ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਦਾ ਹੱਥ ਆ ਤੇ ਗੁਰੂਆਂ ਦਾ ਹੱਥ, ਤਾਂ ਚੱਲਦਾ ਹੀ ਰਹੂਗਾ। ਮੈਂ ਤਾਂ ਇਹ ਗੱਲ ਮੰਨਦਾ, ਜਿੰਨਾ ਚਿਰ ਸਿੱਖ ਕੌਮ ਦਾ ਇੱਕ ਵੀ ਬੱਚਾ ਜੀ ਜਿੰਦਾ ਨਾ, ਉਹਨਾਂ ਚਿਰ ਲੰਗਰ ਚੱਲੂਗਾ, 100% ਇਹ ਲੰਗਰ ਚੱਲੂਗਾ। ਸਾਨੂੰ ਹੈ ਇਸ ਚੀਜ਼ ਦਾ ਹੀ। ਇਹਨਾਂ ਲੰਗਰਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ ਜੀ, ਇਹਨਾਂ ਦੇ ਵਿੱਚ ਕੋਈ ਭੇਦਭਾਵ ਨਹੀਂ, ਕੌਣ ਖਾ ਰਿਹਾ। ਅਸੀਂ ਹੁਣ ਉੱਥੇ ਤੁਸੀਂ ਦੇਖੋ, ਉੱਥੇ ਲੰਗਰ ਲੱਗੇ ਨੇ, ਉੱਥੇ
ਨਾਲ ਦੇ ਲੋਕ ਇਕੱਲੇ ਇਹ ਨਹੀਂ ਕਿ ਇਕੱਲੇ ਉਹ ਇਸੇ ਪੰਜਾਬੀ ਹੀ ਖਾ ਰਹੇ ਨੇ, ਉੱਥੇ ਜਿਹੜੇ ਨਾਲ ਰਹਿੰਦੇ ਘਰਾਂ ਵਾਲੇ ਬੱਚੇ ਛੋਟੇ ਮਤਲਬ ਖਾ ਰਹੇ ਨੇ ਲੰਗਰ। ਮਤਲਬ ਇਹ ਲੰਗਰ ਗੁਰੂ ਸਾਹਿਬ ਨੇ ਸਾਨੂੰ ਆਸ਼ੀਰਵਾਦ ਦਿੱਤਾ ਕਿ ਇਹ ਚੱਲਦਾ ਰਹਿਣਾ ਤੇ ਚੱਲੇਗਾ ਸਾਰੀ ਉਮਰ, ਜਿੰਨੀ ਦੇਰ ਤੱਕ ਦੁਨੀਆ ਹੈ। ਇਹ ਲਾ ਲੈਣ ਜ਼ੋਰ ਜਿੰਨਾ ਮਰਜ਼ੀ, ਇਹ ਨਹੀਂ ਬੰਦ ਹੁੰਦਾ, ਬੰਦ ਨਹੀਂ ਹੋਣਾ। ਅੱਗੇ ਇਹਨਾਂ ਨੇ ਜ਼ੋਰ ਲਾ ਹੀ ਲਿਆ ਜੀ GST ਦਰਬਾਰ ਸਾਹਿਬ ਤੇ ਲਾ ਕੇ ਲੰਗਰ ਤੇ। ਹਾਂ, ਫਿਰ ਉਹ ਵਾਪਸ ਲੈਣਾ ਪਿਆ ਨਾ। ਇਹੋ ਜਿਹੇ ਫੈਸਲੇ ਕਿਉਂ ਕਰਦੇ ਹੋ? ਇਹੋ ਜਿਹੇ ਫੈਸਲੇ ਨਹੀਂ ਕਰਨੇ ਚਾਹੀਦੇ। ਸਰਕਾਰ ਨੂੰ ਮੈਂ ਕਹਿੰਦਾ ਕਿ ਸਰਕਾਰ ਆਪਦੇ ਆਫੀਸਰ ਨੂੰ ਜ਼ੀਰੋ ਲੈਵਲ ਤੇ ਬੈਠੇ ਬੰਦਿਆਂ ਨੂੰ ਬੁਲਾ ਕੇ ਕਾਨੂੰਨ ਬਣਾਓ ਜਿਹੜੇ ਕਿ ਤੁਹਾਨੂੰ ਵਾਪਸ ਨਾ ਕਰਨਾ ਪਵੇ, ਜਿਹਦੇ ਨਾਲ ਮੁਲਕ ਦੀ ਵੀ ਦੇਸ਼ ਦੀ ਵੀ ਬਦਨਾਮੀ ਨਾ ਹੋਵੇ। ਬਿਲਕੁਲ ਜੀ। ਜਿਵੇਂ ਹੁਣ ਕੁਝ ਦਿਨ ਪਹਿਲਾਂ ਦੀ ਗੱਲ ਆ ਜੀ, UK ਦੇ ਵਿੱਚ ਇੱਕ ਕੁਝ ਰੁਕ ਗਏ ਸੀ ਟਰੱਕ ਜੀ, ਉੱਥੇ ਵੀ ਹਾਂਜੀ ਉੱਥੇ ਰੁਕ ਗਏ ਸੀ। ਉਦੋਂ ਸਰਦਾਰ ਰਵੀ ਸਿੰਘ ਲਾਈਵ ਹੋਏ ਸੀ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਧਰ ਦੇ ਪ੍ਰਧਾਨ ਮੰਤਰੀ ਦੇ ਰਾਹੀਂ। ਤੇ ਸਾਡਾ ਨੈਸ਼ਨਲ ਮੀਡੀਆ ਤੁਸੀਂ ਦੇਖੋ, ਇੱਕ ਮਤਲਬ ਰਵੀ ਖਾਲਸਾ ਏਡ ਵਾਲਿਆਂ ਨੂੰ ਕਿੰਨੇ ਪ੍ਰਧਾਨ ਮੰਤਰੀ ਰਾਸ਼ਟਰਪਤੀਆਂ ਨੇ ਉਧਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ, ਤੇ ਸਾਡਾ ਇੱਕ ਗੋਦੀ ਮੀਡੀਆ ਉਹਨਾਂ ਨੂੰ ਅੱਤਵਾਦੀ ਦਿਖਾ ਰਿਹਾ। ਮਤਲਬ ਇਹ ਇੱਕ ਬੜੀ ਮੰਦਭਾਗੀ ਘਟਨਾ ਹੈ। ਤੁਸੀਂ ਇਹੋ ਜਿਹੀਆਂ ਚੀਜ਼ਾਂ, ਉਹਨਾਂ ਨੇ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਕੁਝ ਕੀਤਾ। ਬਿਲਕੁਲ ਕੀਤਾ ਜੀ। ਸਾਡੇ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਸੀ ਤੇ ਉਹਨਾਂ ਨੇ ਇੱਥੇ ਮਤਲਬ ਤੁਸੀਂ ਦੇਖਿਆ ਹੋਣਾ, ਉਦੋਂ ਜ਼ਮੀਨਾਂ ਪੱਧਰ ਕਰਨ ਤੇ ਟਰੈਕਟਰ, ਤੇਲ, ਹਰ ਚੀਜ਼ ਦਿੱਤੀ ਗਈ ਲੋਕਾਂ ਨੂੰ, ਮੱਝਾਂ ਤੱਕ ਵੀ ਵੰਡੀਆਂ, ਮੱਝਾਂ ਤੱਕ ਸਹੂਲਤਾਂ ਦਿੱਤੀਆਂ ਗਈਆਂ। ਮਤਲਬ ਇੱਕ ਉਹਨਾਂ ਨੂੰ ਪਤਾ ਹੈ ਕਿ ਜਦੋਂ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਇੱਕ ਕਰੋਪੀ ਆਉਂਦੀ ਹੈ ਪ੍ਰਮਾਤਮਾ ਵੱਲੋਂ ਜਾਂ ਕਿਸੇ ਤਰ੍ਹਾਂ ਦੀ ਵੀ, ਜਦੋਂ ਕਰੋਪੀ ਆਉਂਦੀ ਤੇ ਕੋਈ ਉਭਾਰਨ ਵਾਲਾ ਵੀ ਨਾਲ ਆਉਂਦਾ ਹੈ। ਤੇ ਜਿਹੜੀ ਖਾਲਸਾ ਏਡ ਆ, ਇਹ ਇੱਕ ਇਹ ਕੋਈ ਧਰਮ ਨਾਲ ਜੁੜੀ ਹੋਈ ਨਹੀਂ ਗੀ, ਇਹ ਹਰ ਬੰਦੇ ਤੱਕ ਪਹੁੰਚਦੀ ਹੈ। ਕੋਈ ਉਹਦਾ ਧਰਮ ਦੇਖ ਕੇ ਨਹੀਂ ਪਹੁੰਚਦੀ ਗੀ ਕਿ ਉਹ ਬੰਦਾ ਕਿਸ ਧਰਮ ਨਾਲ, ਕਿਸ ਜਾਤੀ ਨਾਲ ਸੰਬੰਧ ਰੱਖਦਾ। ਵੇਖੋ ਜਿੱਥੇ ਜੰਗ ਲੱਗਦੇ ਆ ਜੀ, ਜੰਗ ਦੇ ਵਿੱਚ ਸੀਰੀਆ 'ਚ ਹੁਣ ਜੰਗ ਲੱਗਾ ਸੀਗਾ, ਉੱਥੇ ਖਾਲਸਾ ਐਡ ਦੇ ਵਰਕਰ ਉੱਥੇ ਗਏ ਆ, ਰਵੀ ਸਿੰਘ ਜੀ ਆਪ ਵੀ ਗਏ ਸੀ। ਇਹਨਾਂ ਨੇ ਲੰਗਰ ਛਕਾਇਆ, ਜਲ ਛਕਾਇਆ ਉੱਥੇ ਲੋਕਾਂ ਨੂੰ, ਚਲੋ ਸੇਵਾ ਕੀਤੀ ਉਹਨਾਂ ਦੀ। ਤੇ ਫਿਰ ਉਦੋਂ ਇਹ ਫਿਰ ਗਨ ਲੈ ਕੇ ਤਾਂ ਨਹੀਂ ਗਏ ਜੀ ਉੱਥੇ, ਬਿਲਕੁਲ ਉੱਥੇ ਲੰਗਰ ਲੈ ਕੇ ਗਏ ਸੀਗੇ, ਲੰਗਰ ਲੈ ਕੇ ਗਏ ਸੀ। ਤੇ ਸਾਰਿਆਂ ਨਾਲੋਂ ਵੱਡੀ ਗੱਲ ਹੈ, ਉਹਨਾਂ ਨੇ ਇੱਕ ਗੱਲ ਕੀਤੀ ਸੀਗੀ ਲਾਈਵ ਹੋ ਕੇ ਕਿ ਜੇ ਮੇਰੀ ਮੌਤ ਹੋ ਜਾਂਦੀ ਆ ਤੇ ਮੈਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ। ਬਿਲਕੁਲ, ਇਹ ਕਿੱਡੀ ਵੱਡੀ ਗੱਲ ਆ ਜੀ। ਵੱਡੀ ਗੱਲ ਹੈ। ਤੇ ਇੱਕ ਆਪਾਂ ਸੋਚਦੇ ਆ ਜਦੋਂ ਕੋਈ ਗੋਲੀ ਚੱਲਦੀ ਹੋਵੇ ਤੇ ਉੱਥੋਂ ਕਈ ਲੋਕ ਭੱਜ ਜਾਂਦੇ ਆ, ਮਤਲਬ ਆਪਾਂ ਤੇ ਖੜਦਾ ਹੀ ਕੋਈ ਨਹੀਂਗਾ, ਤੇ ਉਹ ਉਸ ਸਮੇਂ ਉੱਥੇ ਗਏ ਸੀਗੇ। ਇਹ ਜਿਹੜੇ ਲੀਡਰ ਨੇ ਨਾ, ਜਦੋਂ ਇਹੋ ਜਿਹਾ ਕੰਮ ਚੱਲਦਾ ਨੇ, ਉਹ ਦੇਸ਼ ਛੱਡ ਕੇ ਦੂਜੇ ਦੇਸ਼ਾਂ ਨੂੰ ਭੱਜਦੇ ਆ। ਤੇ ਇਧਰ ਖਾਲਸੇ ਦਾ ਰੂਪ ਵੇਖ ਲਓ ਜੀ, ਉਹਨਾਂ ਨੇ ਆਪ ਦਾ ਚੰਗਾ ਭਲਾ ਦੇਸ਼ ਉਧਰੋਂ ਫਲਾਈਟ ਫੜੀ ਤੇ ਉੱਥੇ ਗਏ ਜਿੱਥੇ ਬੰਬਾਰੀ ਹੁੰਦੀ ਪਈ, ਉੱਥੇ ਸੇਵਾ ਕਰਦੇ ਆ। ਤੁਸੀਂ ਮੈਂ ਤਾਂ ਇਹੀ ਕਹਿਣਾ ਕਿ ਗੁਰੂ ਨਾਨਕ ਦੇਵ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਸਾਡੇ ਦਸਾਂ ਮਤਲਬ ਗੁਰੂਆਂ ਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਤੇ ਬੜੀ ਮਿਹਰ ਆ। ਇਹ ਖਾਲਸਾ ਏਡ ਇਦਾਂ ਹੀ ਚੱਲੇਗੀ, ਉਹ ਤਾਂ ਚੱਲੇਗੀ ਕਿਉਂਕਿ ਸਾਥ ਬੜਾ ਹੀ ਭਰਾਵਾਂ ਦਾ, ਸਾਰੀ ਸੰਗਤ ਦਾ ਸਾਥ ਆ, ਉਹਨਾਂ ਨੂੰ ਸਾਥ ਮਿਲਦਾ ਵੀ ਹੈ। ਅਸਲ 'ਚ ਤਾਂ ਇਹ ਭਾਵੁਕ ਕਰਦੇ ਆ ਵੀ ਉਹ ਭਾਵੁਕ ਹੋ ਕੇ ਕੁਝ ਇਸ ਤਰ੍ਹਾਂ ਦਾ ਕਰਦੇ ਨੇ ਵੀ ਲੰਗਰ ਬੰਦ ਹੋ ਜਾਏ। ਉਹ ਮੈਂ ਇੱਕ ਹੋਰ ਵੀ ਸੋਚਦਾ ਕਿ ਉਹ ਇਹੋ ਜਿਹਾ ਕੋਈ ਇੱਕ ਆਪਾਂ ਕਹਿ ਦਿੰਦੇ ਆ ਨਾ ਕਿ ਇਹੋ ਜਿਹੀ ਚਿੰਗਾਰੀ ਛੱਡਣਾ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਡਿਵਾਰਟ ਹੋਵੇ ਤੇ ਅਸੀਂ ਇਸ ਕਿਸਾਨੀ ਅੰਦੋਲਨ ਨੂੰ ਖਤਮ ਕਰੀਏ। ਕਿੱਦਾਂ ਖਤਮ ਹੁੰਦਾ, ਪਰ ਇਹ ਕਿਸਾਨੀ ਅੰਦੋਲਨ ਖਤਮ ਨਹੀਂ ਹੋਏਗਾ, ਨਾ ਹੀ ਇਹ ਖਾਲਸਾ ਏਡ। ਇਹ ਮਤਲਬ ਬੜੀ ਲੰਬੀ ਜਦ ਤੱਕ ਦੁਨੀਆ ਰਹੇਗੀ, ਖਾਲਸਾ ਏਡ ਇਦਾਂ ਹੀ ਲੋਕਾਂ ਦੇ ਵਿੱਚ ਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਪਹੁੰਚੇਗੀ। ਬਿਲਕੁਲ ਜੀ, ਪਹੁੰਚੇਗੀ ਵੀ ਤੇ ਪਹੁੰਚਣਾ ਚਾਹੀਦਾ ਵੀ ਹੈ, ਹਰ ਇੱਕ ਸਿੱਖ ਨੂੰ ਪਹੁੰਚਣਾ ਚਾਹੀਦਾ। ਜਦੋਂ ਇਹਨਾਂ ਵਾਸਤੇ ਆਪਾਂ ਕੰਮ ਕਰਦੇ ਆ ਨਾ ਜੀ, ਉਦੋਂ ਇਹ ਕਹਿੰਦੇ ਵੀ ਸਿੱਖ ਆ ਕਿਆ ਬਾਤ। ਚੀਨ ਤੇ ਜਦੋਂ ਉੱਥੇ ਸਿੱਖ ਇੱਕ ਸਿੱਖ ਨੇ ਵੇਖਿਆ ਸੀ ਨਾ ਕਿੰਨੇ ਬੰਦੇ ਉੱਥੇ ਭੜਕਾਏ ਸੀ ਚੀਨ ਦੇ। ਬਿਲਕੁਲ ਜੀ, ਉਦੋਂ ਬੜਾ ਨੈਸ਼ਨਲ ਮੀਡੀਆ ਨੇ ਦਿਖਾਇਆ ਸੀ, ਇੱਕ ਸਿੱਖ ਨੇ 14-15 ਲੋਕਾਂ ਨੂੰ ਮਾਰ ਦਿੱਤਾ ਸ਼੍ਰੀ ਸਾਹਿਬ ਨਾਲ। ਉਦੋਂ ਅਸੀਂ ਚੰਗੇ ਸੀਗੇ, ਹੁਣ ਅੱਜ ਅਸੀਂ ਮਾੜੇ ਆ ਕਿਉਂਕਿ ਅੱਜ ਅਸੀਂ ਆਪਦਾ ਹੱਕ ਮੰਗ ਰਹੇ ਆ। ਜੇ ਹੁਣ ਅੱਜ ਆਪਾਂ ਝੰਡਾ ਲਾ ਕੇ ਲਿਜਾਨੇ ਨਾ ਜੀ ਨਾਲ, ਉਹ ਖਾਲਿਸਤਾਨੀ ਬਣ ਜਾਂਦੇ ਆ। ਜੇ ਆਪਣਾ ਹੁਣ ਜਿਹੜਾ ਖਾਲਸੇ ਦਾ ਝੰਡਾ ਜੀ, ਠੀਕ ਹੈ ਜੀ, ਆਪਾਂ ਲੈ ਕੇ ਜਾਂਦੇ ਆ ਨਿਸ਼ਾਨ ਸਾਹਿਬ ਦੇ ਵੀ ਆਪਾਂ ਚੜਾਉਣੇ ਆ, ਲੈ ਕੇ ਜਾਂਦੇ ਆ। ਤੇ ਜਦੋਂ ਹੁਣ ਸਿੱਖ ਮਿਲਟਰੀ ਵਾਲੇ ਲੈ ਕੇ ਜਾਂਦੇ, ਫਿਰ ਉਹਨਾਂ ਨੂੰ ਵੀ ਰੋਕੋ। ਹਾਂ, ਨਹੀਂ ਰੋਕ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਇਸੇ ਚੀਜ਼ ਦੀ ਬਖਸ਼ਿਸ਼ ਆ, ਇਹ ਗੁਰੂ ਸਾਹਿਬ ਦੇ ਨਿਸ਼ਾਨ ਨੇ, ਹਮੇਸ਼ਾ ਹੀ ਝੂਲਦੇ ਰਹਿਣਗੇ। ਝੂਲਣੇ ਉਹਨਾਂ ਦੇ ਝੂਲਣ ਕਰਕੇ ਤਾਂ ਜਿਹੜੀਆਂ ਨਾਲ ਲੱਗਦੀਆਂ ਸਰਹੱਦਾਂ ਤੇ ਉੱਥੇ ਭਾਉਂਦੇ ਪੰਜਾਬੀਆਂ ਨੂੰ, ਪੰਜਾਬੀ ਨੂੰ ਭਾਉਂਦੇ ਆ। ਕਿਉਂ ਭਾਉਂਦੇ ਆ ਫਿਰ? ਜੇ ਅਸੀਂ ਸ਼ਹਾਦਤ ਦੇਣੀ ਆ, ਪੰਜਾਬੀ ਨੇ ਦੇਣੀ ਆ। ਜੇ ਅਸੀਂ ਲੜਾਈ 'ਚ, ਜੇ ਜੰਗ ਦੇ ਵਿੱਚ ਆ, ਤੇ ਤਾਂ ਪੰਜਾਬੀ ਅੱਗੇ ਨੇ। ਠੀਕ ਹੈ ਜੀ। ਤੇ ਜੇ ਪੰਜਾਬੀ ਹੱਕ ਮੰਗਣਾ ਵੀ ਪੰਜਾਬੀ, ਫਿਰ ਉਦੋਂ ਵੀ ਅੱਗੇ ਹੋਏਗਾ ਜਦੋਂ ਨੇ ਜੇ ਸ਼ਹਾਦਤ ਦੇਣੀ ਹੈ, ਤੇ ਹੱਕ ਵੀ ਉਹਨੇ ਆਪਣਾ ਅੱਗੇ ਹੋ ਕੇ ਹੀ ਲੈਣਾ। ਬਿਲਕੁਲ ਜੀ। ਵੇਖੋ ਜੀ, ਇਹ ਤਾਂ
ਪਹਿਲੇ ਦਿਨ ਤੋਂ ਰੀਤ ਚੱਲਦੀ ਆਈ ਵੀ ਸਿੱਖ ਆ ਜਾਂ ਜਿਹੜੇ ਆਪਣੇ ਸਿੱਖ ਜਾਤ ਆ ਜਾਂ ਮੰਨ ਲਓ ਸਿੱਖ ਧਰਮ ਆ, ਇਹ ਸਿੱਖ ਲੋਕ ਜਿਹੜੇ ਨਾ ਇਹ ਆਪਦਾ ਹੱਕ ਕਿਸੇ ਨੂੰ ਕੀ ਛੱਡਣਗੇ, ਇਹ ਤਾਂ ਕਿਸੇ ਦੇ ਹੱਕ 'ਚ ਖੜ ਜਾਣ ਬਿਲਕੁਲ ਜੀ, ਉਹਦੀ ਜੈ ਜੈਕਾਰਾਂ ਕਰਾ ਦਿੰਦੇ ਆ। ਫਤਿਹ ਹੁੰਦੀ ਆ। ਇਹ ਤਾਂ ਹੀ ਇੱਕ ਪਿੱਛੇ ਜੇ ਕੋਈ ਸੱਜਣ ਸੀਗੇ, ਚਲੋ ਆਪਾਂ ਚੱਲ ਹੀ ਪਏ ਹੁਣ ਇਸ ਗੱਲਬਾਤ ਕਰਨ ਵਾਸਤੇ, ਉਹ ਕਹਿੰਦੇ ਵੀ ਜਦੋਂ 370 ਇਹਨਾਂ ਨੇ ਲਾਈ ਆ ਨਾ ਜੀ ਜੰਮੂ ਕਸ਼ਮੀਰ ਤੇ ਕਹਿੰਦਾ ਵੀ ਉਦੋਂ ਪੰਜਾਬੀਆਂ ਨੇ ਮੁੱਦਾ ਚੱਕ ਲਿਆ ਜੀ, ਉਹ ਲੰਗਰ ਲੈ ਕੇ ਜਾਣ ਲੱਗ ਪਏ ਉਧਰ ਨੂੰ, ਉਹਨਾਂ ਦੇ ਧਿਆਨ ਦੇਣ ਲੱਗ ਪਏ, ਤੇ ਜਿਹੜੇ ਇਹਨਾਂ ਦੇ ਮੀਡੀਆ ਵਾਲੇ ਸੀ ਉਹ ਕੀ ਦਿਖਾ ਰਹੇ ਸੀ, ਅਸੀਂ ਵਿਆਹ ਕਰਾਵਾਂਗੇ ਜੀ ਕਸ਼ਮੀਰ 'ਚ। ਹਾਂ, ਕਿੰਨੀ ਮਾੜੀ ਗੱਲ ਆ, ਮਾੜੀ ਗੱਲ, ਮਤਲਬ ਇੱਕ ਬਹੁਤ ਉੱਚ ਪੱਧਰ ਦੇ ਲੀਡਰ ਸੀਗੇ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ। ਮਾੜੀ ਗੱਲ, ਮੰਦਭਾਗੀ ਗੱਲ ਆ। ਸਮਾਜ ਨੂੰ ਨਹੀਂ ਵੰਡਣਾ ਚਾਹੀਦਾ। ਅਸੀਂ ਇੱਥੇ ਜੇ ਅਸੀਂ ਸਮਾਜ ਨੂੰ ਵੰਡ ਕੇ ਹੀ, ਇੱਕ ਸਿਰਫ ਵੋਟਾਂ ਨਹੀਂ ਹੁੰਦੀਆਂ, ਇੱਕ ਤੁਹਾਡਾ ਸ਼ਾਸਨ ਕਿਸ ਤਰ੍ਹਾਂ ਚੱਲਣਾ ਚਾਹੀਦਾ, ਮਤਲਬ ਤੁਸੀਂ ਭਾਈਚਾਰਕ ਸਾਂਝ ਜ਼ਰੂਰ ਰਹਿਣੀ ਚਾਹੀਦੀ ਆ। ਮੈਂ ਇਹ ਸਮਝਦਾ ਭਾਈਚਾਰਕ ਸਾਂਝ ਹੈਗੀ ਹੈ ਤੇ ਤੁਹਾਡੀ ਤਰੱਕੀ ਹੈਗੀ ਹੈ। ਜੇ ਤੁਹਾਡੀ ਭਾਈਚਾਰਕ ਸਾਂਝ, ਤੁਸੀਂ ਇੱਕ ਪਾਰਟੀਆਂ ਇਸ ਏਜੰਡੇ ਤੇ ਕੰਮ ਕਰਨਗੀਆਂ ਤੇ ਦੇਸ਼ ਵੀ ਬੜਾ ਪਿੱਛੇ ਜਾਏਗਾ। ਬਿਲਕੁਲ ਜੀ। ਚਲੋ ਇੱਕ ਜਿੰਮੀ ਜੀ ਸਮਾਂ ਹੁਣ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ, ਸੋ ਤੁਹਾਨੂੰ ਇੱਕ ਦੋ ਗੱਲਾਂ ਹੋਰ ਮੈਂ ਪੁੱਛੂੰਗਾ। ਜਿਵੇਂ ਇੰਨਾ ਟਾਈਮ ਤੁਸੀਂ ਪਾਰਟੀ ਦੇ ਵਿੱਚ ਰਹੇ ਜੀ, ਇੰਨਾ ਤੁਸੀਂ ਕਰਦੇ ਰਹੇ, ਕੋਈ ਇੱਕ ਅੱਧਾ ਕੰਮ ਤਾਂ ਗਿਣਾਓ ਜੀ ਮੋਦੀ ਸਾਹਿਬ ਨੇ ਜਿਹੜਾ ਚੰਗਾ ਕੀਤਾ ਹੋਵੇ ਲੋਕਾਂ ਦੇ ਹਿੱਤ 'ਚ। ਨਹੀਂ, ਪਹਿਲਾਂ ਸਾਨੂੰ ਇਦਾਂ ਲੱਗਦਾ ਸੀ ਕਿ ਇਸ ਕੰਮ ਦੇ ਰਿਜ਼ਲਟ ਚੰਗੇ ਆਉਣਗੇ, ਮਤਲਬ ਨੋਟਬੰਦੀ ਹੋਣਾ, ਨੋਟਬੰਦੀ ਦਾ ਕਿ ਸੀ ਕਿ ਬਾਹਰੋਂ ਜਿਹੜੀ ਫੰਡਿੰਗ ਆ, ਜਿਹੜਾ ਕਾਲੇ ਹਵਾਲੇ ਦੇ ਥਰੂ ਜਿਹੜੀ ਪੇਮੈਂਟਾਂ, ਮਤਲਬ ਜਿਹੜਾ ਕਾਲਾ ਧਨ ਜਾਂ ਹਵਾਲੇ ਦੇ ਥਰੂ ਹੁੰਦੀਆਂ, ਇਹਨਾਂ ਦੇ ਕੁਝ ਲੱਗੇਗਾ, ਬੈਨ ਲੱਗੇਗਾ, ਮਤਲਬ ਉਹ ਖਤਮ ਹੋਏਗੀ। ਜਿਹੜੀ ਆਪਣਾ ਅੱਤਵਾਦ ਕੋਲੇ, ਮਤਲਬ ਜਿੰਨਾ ਆਪਾਂ ਕਹਿ ਰਹੇ ਜੰਮੂ ਕਸ਼ਮੀਰ ਦੇ ਵਿੱਚ ਸਾਡਾ ਪੈਸਾ ਉਸ ਦੇ ਤੇ ਅੱਤਵਾਦ ਤੇ ਲਾਇਆ ਜਾ ਰਿਹਾ, ਉਹਦੇ ਤੇ ਰੋਕ ਲੱਗੇਗੀ। ਪਰ ਕਿਸੇ ਚੀਜ਼ ਦਾ ਰਿਜ਼ਲਟ ਐਜ਼ ਇਟ ਇਜ਼ ਹੀ ਹੈ, ਉਸੇ ਤਰ੍ਹਾਂ ਹੀ ਹੈ। ਅੱਜ ਵੀ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ, ਬਿਲਕੁਲ ਜੀ, ਅੱਜ ਵੀ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ, ਬਿਲਕੁਲ ਹੋ ਰਹੇ। ਇਹ ਜੀ ਨੋਟਬੰਦੀ ਦਾ ਵੈਸੇ ਮੈਂ ਇੱਕ ਗੱਲ ਸੋਚਦਾ, ਸਾਡੇ ਸਾਰਾ ਵੱਡੀ ਗੱਲ ਆ, ਸਾਡੇ ਖਾਤਿਆਂ ਦੇ ਵਿੱਚ 15 ਲੱਖ ਰੁਪਈਆ ਆਉਣਾ। ਉਹ ਤਾਂ ਚਲੋ ਤੁਹਾਡੇ ਤੇ ਜ਼ਰੂਰ ਆਇਆ ਹੋਊਗਾ। ਠੀਕ ਹੈ ਤੁਹਾਡੀ ਗੱਲ, ਤੁਹਾਡੇ ਆਇਆ ਹੋਊਗਾ ਕਿਉਂਕਿ ਤੁਸੀਂ ਵਰਕਰ ਸੀ ਨਾ। ਨਹੀਂ ਜੀ, ਨਹੀਂ ਆਇਆ, ਕਿਸੇ ਦੇ ਨਹੀਂ ਆਇਆਗਾ, ਕਿਸੇ ਦੇ ਵੀ ਨਹੀਂ ਆਇਆ। ਹਾਂਜੀ, ਚਲੋ ਤੁਹਾਡਾ ਤਾਂ ਸੋਚਣਾ ਚਾਹੀਦਾ ਹੈ ਉਹਨਾਂ ਨੂੰ। ਚਲੋ ਸਾਡਾ ਤਾਂ ਕੀ ਸੋਚਣਾ ਹੈ, ਜਿਹੜਾ ਜ਼ੀਰੋ ਲੈਵਲ ਤੇ ਬੈਠੇ। ਪ੍ਰਧਾਨ ਮੰਤਰੀ ਨੂੰ ਉਹਨਾਂ ਸਾਰਿਆਂ ਦੇ ਬਾਰੇ ਸੋਚਣਾ, ਇਕੱਲੇ ਸਾਡੇ ਬਾਰੇ ਨਹੀਂ। ਸੋਚਣ ਪਾਉਣੇ ਚਾਹੀਦੇ ਆ, ਮੈਂ ਇਹ ਨਹੀਂ ਕਹਿੰਦਾ ਪਾਉਣੇ ਚਾਹੀਦੇ ਆ, ਪਰ ਸੋਚਣਾ ਜ਼ਰੂਰ ਚਾਹੀਦਾ। ਬੜੀ ਇੱਕ ਇਹਨਾਂ ਨੇ ਚਪੇੜ ਮਾਰੀ ਜੀ, ਜਿਹੜਾ 2000 ਰੁਪਈਆ ਦੇ ਰਹੇ ਆ। ਜੇ ਸਾਨੂੰ 2000 ਰੁਪਈਆ ਦੇ ਰਹੇ ਨੇ, ਮੈਂ ਇਹ ਵੀ ਸੁਣ ਰਿਹਾ ਸੀ ਕਿ 2000 ਰੁਪਈਆ ਕਿਉਂ ਲੈ ਰਹੇ, ਤੇ ਪੈਸਾ ਕਿਹਨਾਂ ਦਾ? ਸਾਡਾ ਹੀ ਪੈਸਾ। ਕੋਈ ਇਹਨੂੰ ਇਨਕਮ ਟੈਕਸ ਦੇ ਥਰੂ ਦੇ ਰਿਹਾ, ਕੋਈ ਕਿਸੇ ਤਰ੍ਹਾਂ ਦੇ ਰਿਹਾ, ਕੋਈ GST, ਟਰੈਕਟਰਾਂ ਦੇ ਉੱਤੇ ਵੀ GSTਆਂ ਲੱਗੀਆਂ, ਹਲਾਂ ਦੇ ਉੱਤੇ ਵੀ GSTਆਂ ਨੇ। ਜੇ ਸਾਡਾ ਵੀ ਪੈਸਾ ਸਾਨੂੰ ਦੇ ਰਹੇ ਨੇ, ਤੇ ਜੇ ਮੰਨ ਲਓ ਸਾਨੂੰ 2000 ਦੇਤਾ ਤੇ ਅੰਬਾਨੀ ਅਡਾਨੀ ਹਰਾਂ ਨੂੰ ਅਸੀਂ ਕੋਵਿਡ ਦੇ ਵਿੱਚ ਕਿੰਨੇ ਹਜ਼ਾਰਾਂ ਕਰੋੜ ਰੁਪਈਆ ਮਾਫੀ ਵੀ ਦੇਤੀ ਹੈ, ਉਹਨੂੰ ਜੇ ਅਸੀਂ ਐਨਾਲਿਸਿਸ ਕਰੀਏ ਤੇ ਸਾਡੀ ਫਿਗਰ ਤਾਂ ਕਿਤੇ ਖੜਦੀ ਨਹੀਂ ਗੀ ਜੀ, ਕਿਤੇ ਨਹੀਂ ਖੜਦੀ। ਹਾਂਜੀ, ਇਹ ਤਾਂ ਹੈ ਜੀ, ਬਸ ਉਸ ਪਾਸੇ ਧਿਆਨ ਨਹੀਂ ਨਾ, ਕਿਉਂਕਿ ਉਹ ਜੇ ਤਾਂ ਮੰਨ ਲਓ ਉਹਨਾਂ ਤੋਂ ਅਸੀਂ, ਕਿਉਂਕਿ ਅਸੀਂ ਉਹਨਾਂ ਤੋਂ ਫਾਇਦੇ ਵੀ ਲੈਣੇ ਆ। ਹਾਂਜੀ, ਇਲੈਕਸ਼ਨ ਵੀ ਹੋਣੇ ਨੇ, ਠੀਕ ਹੈ ਜੀ, ਇਲੈਕਸ਼ਨ ਵੀ ਹੋਣੇ ਨੇ, ਫਾਇਦੇ ਵੀ ਲੈਣੇ ਨੇ, ਤੇ ਇਸ ਕਰਕੇ ਸਾਨੂੰ ਫਾਇਦੇ ਦੇਣੇ ਪੈਣੇ ਆ, ਪਰ ਦੇਸ਼ ਦਾ ਕਿਸਾਨ ਦਾ ਮੁੱਲ ਪਾ ਕੇ ਨਾ ਦਿਓ ਉਹਨਾਂ ਨੂੰ। ਬਿਲਕੁਲ। ਕੋਈ ਚੰਗਾ ਕੰਮ ਤੁਸੀਂ ਗਿਣਾਇਆ ਨਹੀਂ ਜੀ, ਇਸ ਬਾਰੇ ਮੈਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹੈ ਹੀ ਨਹੀਂ। ਹਾਂ, ਮੈਂ ਇਸ ਬਾਰੇ ਕੁਝ ਨਹੀਂ ਗਿਣ ਚਾਹੁੰਦਾ ਹੀ ਨਹੀਂ ਇਹ ਗੱਲ। ਚਲੋ ਇਹ ਜਿਹੜੀ ਆਪਣੀ ਗੱਲਬਾਤ ਹੋਈ ਹੈ ਜੀ, ਇਹਨਾਂ ਦਾ ਕੀ ਸਿੱਟਾ ਕੱਢੋਗੇ ਜੀ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ BJP ਸਰਕਾਰ ਨੂੰ ਜਾਂ ਮੋਦੀ ਸਰਕਾਰ ਨੂੰ? ਮੈਂ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹਣਾ, ਪ੍ਰਧਾਨ ਮੰਤਰੀ ਜੀ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਜਿਹੜੇ ਕਾਲੇ ਖੇਤੀ ਕਾਨੂੰਨ ਬਣਾਏ ਨੇ ਖੇਤੀ ਦੇ ਸੰਬੰਧ ਦੇ ਵਿੱਚ, ਇਹਨਾਂ ਨੂੰ ਤੁਸੀਂ ਵਾਪਸ ਲਓ। ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਆਉਣ। ਮੇਰੀ ਇਹੀ ਅਪੀਲ ਆ ਤੋਮਰ ਸਾਹਿਬ ਨੂੰ ਵੀ, ਇਹੀ ਪ੍ਰਧਾਨ ਮੰਤਰੀ ਜੀ ਨੂੰ। ਜਿਹੜੀ ਚੀਜ਼ ਮੈਂ ਇਹ ਸਿੱਟਾ ਕਰਦਾ, ਜਿਹੜੀ ਚੀਜ਼ ਕਿਸਾਨ ਲੈਣਾ ਹੀ ਨਹੀਂ ਚਾਹੁੰਦੇ, ਤੁਸੀਂ ਕਿਉਂ ਦੇਣਾ ਚਾਹੁੰਦੇ ਹੋ? ਤੁਸੀਂ ਉਹਨਾਂ ਦੇ ਲਈ, ਉਹਨਾਂ ਦੇ ਹੱਕ ਦੇ ਵਿੱਚ ਸਵਾਮੀਨਾਥਨ ਜਿਹੜੀ ਰਿਪੋਰਟ ਤੁਸੀਂ ਕਿਹਾ ਸੀਗਾ, ਉਹਨੂੰ ਕਿਹਾ ਸੀ ਮੈਂ ਲਾਗੂ ਕਰਾਂਗਾ, ਤੁਸੀਂ ਉਹਨਾਂ ਨੂੰ ਲਾਗੂ ਕਰੋ। ਕਿਸਾਨਾਂ ਦੇ ਹੱਕ ਦੇ ਵਿੱਚ, ਜੇ ਕਿਸਾਨ ਹੈਗਾ ਤੇ ਦੇਸ਼ ਹੈ। ਇੱਕ ਸਲੋਗਨ ਵੀ ਚੱਲਿਆ ਸੀ, ਜੈ ਜਵਾਨ ਜੈ ਕਿਸਾਨ। ਇਸੇ ਕਰਕੇ ਮੇਰੀ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਕਿ ਤੁਸੀਂ ਇਹ ਖੇਤੀ ਕਾਨੂੰਨ ਵਾਪਸ ਲਓ। ਇਹ ਸਨ ਜੀ ਸਰਦਾਰ ਜਿੰਮੀ ਸੰਧੂ ਜੀ, ਜੋ ਆਪਣੇ ਨਾਲ ਅੱਜ ਟੂਡੇ ਨਾਓ ਪੰਜਾਬੀ ਚੈਨਲ 'ਤੇ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਕਿਸਾਨਾਂ ਦਾ ਦਰਦ ਅਤੇ ਆਪ ਦਾ ਜਿਹੜਾ ਸਫ਼ਰ ਸੀਗਾ ਉਹਨਾਂ ਦੇ ਬਾਰੇ 'ਚ ਆਪਣੇ ਨਾਲ ਗੱਲਬਾਤ ਕਰ ਰਹੇ ਸੀ। ਸੋ ਤੁਹਾਨੂੰ ਇਹ ਜਿਹੜੀ ਗੱਲਬਾਤ ਚੱਲ ਰਹੀ ਸੀ, ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਜੀ, ਤੁਸੀਂ ਇਹ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ, ਤਾਂ ਜੋ ਸਾਡਾ ਵੀ ਹੌਸਲਾ ਵਧੇ ਅਤੇ ਅਸੀਂ ਅੱਗੇ ਇਸੇ ਤਰ੍ਹਾਂ
ਕੰਮ ਕਰਦੇ ਰਹੀਏ ਜੀ। ਸੋ ਜਿਹੜਾ ਸਾਡਾ ਪੰਜਾਬੀ ਚੈਨਲ ਹੈ ਟੂਡੇ ਨਾਓ ਪੰਜਾਬੀ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਇਹਦੇ ਨਾਲ ਇੱਕ ਜਿਹੜਾ ਬੈਲ ਵਾਲਾ ਆਈਕਨ ਆਉਂਦਾ ਉਹਨੂੰ ਜ਼ਰੂਰ ਦਬਾਓ, ਤਾਂ ਜੋ ਸਾਡਾ ਜੋ ਵੀ ਪ੍ਰੋਗਰਾਮ ਅਪਡੇਟ ਹੁੰਦਾ ਹੈ ਜੀ ਉਹ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚੇ, ਅਤੇ ਤੁਸੀਂ ਜਿਹੜਾ ਉਹ ਪ੍ਰੋਗਰਾਮ ਆ ਉਹਨੂੰ ਜਲਦੀ ਵੇਖ ਕੇ ਸਾਨੂੰ ਕਮੈਂਟ ਬਾਕਸ ਦੇ ਰਾਹੀਂ ਆਪਦੇ ਵਿਚਾਰ ਦੇ ਸਕੋ ਜੀ। ਸੋ ਆਓ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।